निकलिया ज्यों कर सूरज निकलिया तारे छपे अंधेरा पलोआ सुनी अरदास सुनी अरदास स्वामी मेरे सर्व कला प्रगट पई सगले जुग अंतर गुरु नानक की वड्याई आनंद गुण निदान गुरु गरीब निवास सब संगत बोलना जी सतनाम श्री वाहे गुरु जी। जा तू मेरे वल है ता क्या मोह शंदा जा तू मेरे वल है ता क्या मोह शंदा तुद सब किश मैनू सौंपिया जा तेरा बंदा
लक्ष्मी टोट न आवई काय खर्च रहंदा लक्ष्मी टोट न आवई खाए खर्च रहंदा 184 मेदनी सब सेव करंदा लख 84 मेदनी सब सेव करंदा बैरी मित्र सब कीते आने मंग है मंदा बैरी मित्र सब कीते नह मंग है मंदा लेखा कोई ना पूछे जाहर बखशंदा लेखा कोई ना पूछे जाहर बखशंदा आनंद पया सुख पाया मिल गुर गोविंदा आनंद पया सुख पाया मिल गुर गोविंदा सब्बे काज सवारी है जा तुद पावंदा जा तुद पावंदा जा तुद पावंदा वाहिगुरु 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 दुनिया उत्ते है कोई दर ऐसा जिथे किसी नूं रोकना टोक होवे कोई जात मजहब ना जाए पुछी भावे राजा जां आम लोक होवे हिरदे ठंडक मिलदी उस आदमी नूं जो विकारां दी भट्ठी च झोक होवे मंडाली शरदा नाल जो गुरु दे दर आवे दा सुखी लोक ते परलोक होवे श्री गुरु ग्रंथ साहिब बाणी दा भंडार रब्बी अखरां दे विच जोत है अकाल दी इसे जोत विचों 'चों सानू दसे गुरु नजर आउण, इहो सानू राह है ज्ञान दा विखाल दी।
ਇਹੋ ਹੀ ਗਿਆਨ ਭਵ ਸਾਗਰ ਤੋਂ ਪਾਰ ਕਰੇ, ਜਿਸ ਨੂੰ ਇਹ ਦੁਨੀਆ ਪੇ ਜੁਗਾਂ ਤੋਂ ਇਹ ਭਾਲਦੀ। ਬਲਹੀਣ ਬੁੱਧਹੀਣ ਨਿਰਗੁਣ ਜੀਵ ਹੋ ਕੇ ਕਰਾਂ ਮੈਂ ਸਿਫਤ ਕਿਵੇਂ ਨੂਰ ਬੇਮਿਸਾਲ ਦੀ। ਦੀਨ ਤੇ ਦੁਨੀਆ ਦੇ ਮਾਲਕ ਆਪਣੇ ਦਰ ਤੇ ਆਏ ਹਰ ਇੱਕ ਨਿਮਾਣੇ ਔਰ ਨਤਾਣੇ ਨੂੰ ਝੋਲੀਆਂ ਭਰ ਕੇ ਤੋਰਨ ਵਾਲੇ, ਰਹਿਮਤਾਂ ਦੇ ਬਖਸ਼ਿਸ਼ਾਂ ਦੇ ਭੰਡਾਰ, ਦਾਤਾਰ ਸਤਿਗੁਰੂ ਕੋਟ ਬ੍ਰਹਮੰਡਾਂ ਦੇ ਮਾਲਕ, ਦਸਾਂ ਹੀ ਪਾਤਸ਼ਾਹਾਂ ਦੀ ਆਤਮਿਕ ਜੋਤ, ਜਗਦੀ ਜੋਤ ਪ੍ਰਗਟ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਤੇ ਪਵਿੱਤਰ ਚਰਨਾਂ ਅੰਦਰ ਸਭਾਈਮਾਨ ਗੁਰੂ ਕੀ ਪਿਆਰੀ ਗੁਰੂ ਕੀ ਸਾਜੀ ਨਵਾਜੇ ਸਾਧ ਸੰਗਤ ਆਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਅੰਦਰ ਆਣ ਕੇ ਇਸ ਅਸਥਾਨ ਤੇ ਬਹਿਣ ਦਾ ਸੁਭਾਗਾ ਸਮਾਂ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਇਆ ਹੈ। ਬੜੇ ਪਿਆਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਅੰਦਰ ਸਾਡਾ ਪਿਆਰ, ਸਾਡੀ ਪ੍ਰੀਤ ਬਣ ਜਾਏ, ਸਾਡੇ ਸਵਾਸ, ਸਾਡਾ ਜਨਮ, ਸਾਡਾ ਜੀਵਨ ਸਫਲਾ ਹੋ ਜਾਏ, ਸਾਡੇ ਮਨ ਦੇ ਅੰਦਰੋਂ ਵਿਕਾਰਾਂ ਦੀ ਹਉਮੈ ਦੀ ਮੈਲ ਦੂਰ ਹੋ ਜਾਏ, ਸਾਡਾ ਮਨ ਪਵਿੱਤਰ ਨਿਰਮਲ ਤੇ ਸਾਫ਼ ਹੋ ਜਾਏ, ਸਾਡੀ ਆਤਮਾ ਗੁਰੂ ਦੇ ਨਾਲ ਜੁੜੇ, ਤਾਂ ਕਿ ਅਸੀਂ ਆਪਣੇ ਗੁਰੂ ਦੇ ਦੱਸੇ ਹੋਏ ਰਸਤੇ ਤੇ ਤੁਰ ਸਕੀਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਜਿਹੜਾ ਵੀ ਮਨੁੱਖ ਆਉਂਦਾ ਹੈ ਉਹਦੇ ਲਈ ਸਿਧਾਂਤ ਹੈ ਵੀ ਉਹ ਵਾਹਿਗੁਰੂ ਦਾ ਸਿਮਰਨ ਕਰਕੇ ਫਤਿਹ ਦਾ ਉਚਾਰਨ ਕਰੇ। ਆਓ ਆਪਾਂ ਸਭ ਤੋਂ ਪਹਿਲਾਂ ਉਹ ਸਿਧਾਂਤ ਦੀ ਮਰਿਆਦਾ ਬਹਾਲ ਕਰਨੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਤਿਹ ਬਖਸ਼ਿਸ਼ ਕੀਤੀ ਹੈ। ਫਤਿਹ ਦੇ ਅੰਦਰ 2 ਵਾਰ ਵਾਹਿਗੁਰੂ ਸ਼ਬਦ ਆਉਂਦਾ ਹੈ। ਵਾਹਿਗੁਰੂ ਜਪਣਾ ਮਨੁੱਖ ਦੇ ਚੰਗੇ ਭਾਗਾਂ ਦੀ ਨਿਸ਼ਾਨੀ ਹੈ। ਸਾਡੇ ਭਾਗ, ਸਾਡੇ ਮਸਤਕ ਚੰਗਾ ਬਣ ਜਾਏ, ਇਸ ਕਰਕੇ ਆਪਾਂ ਸਾਰਿਆਂ ਨੇ ਇੱਕ ਸੁਰ ਦੇ ਅੰਦਰ ਗੁਰੂ ਦਰਬਾਰ ਦੇ ਅੰਦਰ ਸਤਿਗੁਰਾਂ ਨੂੰ ਸੀਸ ਝੁਕਾਉਂਦੇ ਹੋਏ ਦੋਵੇਂ ਹੱਥ ਜੋੜ ਕੇ ਰਸਨਾਂ ਨੂੰ ਪਵਿੱਤਰ ਕਰਨਾ ਹੈ। ਬੜੇ ਪਿਆਰ ਸਹਿਤ ਫਤਿਹ ਦੀ ਸਾਂਝ ਪਾਉਣੀ ਹੈ। ਸਾਰੀ ਸੰਗਤ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਛੇਵੇਂ ਪਾਤਸ਼ਾਹ ਮੇਰੀ ਪੀੜੀ ਦੇ ਮਾਲਕ ਧੰਨ ਧੰਨ ਗੁਰੂ ਹਰਗੋਬਿੰਦ ਮਹਾਰਾਜ, ਉਹਨਾਂ ਦੇ ਪਾਵਨ ਤੇ ਪਵਿੱਤਰ ਚਰਨਾਂ ਦੇ ਵਿੱਚ ਜੁੜ ਕੇ ਬੈਠੇ ਹੋ। ਇਹ ਉਹਨਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਔਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਉਹਨਾਂ ਦੇ ਅੰਦਰ ਸਾਡੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਜੋਤ ਹੈ। ਦੀਨ ਤੇ ਦੁਨੀਆ ਦੇ ਮਾਲਕ, ਸਿੱਖ ਧਰਮ ਦੇ ਬਾਨੀ, ਦੁਨੀਆ ਦੇ ਤਖਤੇ ਉੱਪਰ ਸਿੱਖ ਧਰਮ ਨੂੰ ਖੜਾ ਕਰਨ ਵਾਲੇ, ਸਿੱਖ ਧਰਮ ਦੀ ਨੀਂਹ ਰੱਖਣ ਵਾਲੇ, ਮਹਾਨ ਘਾਲਣਾ ਕਮਾਈ ਘਾਲ ਕੇ ਸਾਨੂੰ ਇੱਕ ਵੱਖਰੀ ਪਛਾਣ ਵਿਲੱਖਣਤਾ ਦੇਣ ਵਾਲੇ ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ, 553ਵਾਂ ਪ੍ਰਕਾਸ਼ ਦਿਹਾੜਾ ਮਹਾਰਾਜ ਜੀਆਂ ਦਾ। ਆਪ ਸਾਰੀ ਸੰਗਤ ਬੜੇ ਪਿਆਰ ਦੇ ਨਾਲ ਉਹ ਪ੍ਰਕਾਸ਼ ਦਿਹਾੜਾ ਮਨਾਉਣ ਦੇ ਲਈ ਇਸ ਪਾਵਨ ਦਰਬਾਰ ਵਿੱਚ ਆਏ ਹੋ। ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਏ ਨੇ, ਅਰਦਾਸਾਂ ਬੇਨਤੀਆਂ ਹੋਈਆਂ, ਹੁਕਮਨਾਮਾ ਸਾਹਿਬ ਲੈ ਗਏ, ਸੰਗਤਾਂ ਦਾ ਸਨਮਾਨ ਕੀਤਾ ਗਿਆ ਹੈ। ਹੁਣ ਸਮਾਂ ਮਿਲਿਆ ਤੁਹਾਡੇ ਪਾਵਨ ਚਰਨਾਂ ਅੰਦਰ 1.5 ਘੰਟਾ ਢਾਡੀ ਵਾਰਾਂ ਦੇ ਰਾਹੀਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਜੀਵਨ ਵਿੱਚੋਂ, ਇਤਿਹਾਸ ਦੇ ਰਾਹੀਂ ਕੁਝ ਨਾ ਕੁਝ ਸਾਂਝ ਪਾਈ ਜਾਏ। ਤੁਹਾਡੇ ਚਰਨਾਂ ਵਿੱਚ ਬੇਨਤੀ ਹੈ, ਜਿੰਨੀ ਵੀ ਸੰਗਤ ਬੈਠੀ ਹੋ ਬੜੇ ਇਕਾਗਰ ਚਿੱਤ ਹੋ ਕੇ ਬੈਠੀ। ਜਦੋਂ ਬੰਦਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਦਰਬਾਰ ਵਿੱਚ ਆਣ ਕੇ ਇਕਾਗਰਤਾ ਨਾਲ ਬੈਠੇ ਨਾ, ਚੁੱਪ ਦਾ ਦਾਨ ਬਖਸ਼ਿਸ਼ ਕਰਕੇ ਬੈਠੇ, ਉਹਨਾਂ ਦੇ ਹਿਰਦੇ ਅੰਦਰ ਵੀ ਸ਼ਾਂਤੀ ਮਿਲਦੀ ਤੇ ਉਹਨਾਂ ਦੇ ਘਰਾਂ ਵਿੱਚ ਵੀ ਸ਼ਾਂਤੀ ਮਿਲਦੀ। ਇਸ ਕਰਕੇ ਆਪਾਂ ਇਕਾਗਰਤਾ ਗੁਰੂ ਦਰਬਾਰ ਵਿੱਚ ਬਹੁਤ ਜ਼ਰੂਰੀ ਹੁੰਦੀ ਹੈ। ਇਹ ਬੇਨਤੀ ਮੈਂ ਤੁਹਾਨੂੰ ਤੁਹਾਡੇ ਚਰਨਾਂ ਵਿੱਚ ਸ਼ੁਰੂਆਤ ਵਿੱਚ ਕਰਦਾ ਹਾਂ ਕਿ ਆਪ ਜੀ ਨੇ ਸਾਰਿਆਂ ਨੇ ਇਕਾਗਰਤਾ ਬਖਸ਼ਿਸ਼ ਕਰਨੀ। ਪ੍ਰਬੰਧਕਾਂ ਨੇ ਹੁਕਮ ਲਾਇਆ ਹੈ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਹੈ, ਉਹਨਾਂ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਆਪਾਂ ਤੁਹਾਡੇ ਨਾਲ ਮਹਾਰਾਜ ਦੇ ਜੀਵਨ ਵਿੱਚੋਂ ਕੋਈ ਇਤਿਹਾਸ ਦਾ ਪੰਨਾ ਕਹਿਣਾ। ਇਹ ਮੈਂ ਦਾਅਵਾ ਨਹੀਂ ਕਰਦਾ ਵੀ ਤੁਸੀਂ ਕਦੇ ਇਤਿਹਾਸ ਉਹ ਸੁਣਿਆ ਨਹੀਂ ਹੋਵੇਗਾ, ਪਰ ਜਿਹੜਾ ਬਹੁਤ ਘੱਟ ਪ੍ਰਚਾਰਿਆ ਜਾਂਦਾ ਹੈ, ਜਿਹੜਾ ਬਹੁਤ ਘੱਟ ਸੁਣਾਇਆ ਜਾਂਦਾ ਹੈ, ਉਹ ਤੁਹਾਡੇ ਨਾਲ ਇਤਿਹਾਸ ਦੀ ਸਾਂਝ ਪਾਉਣੀ ਹੈ। ਜਿੱਥੋਂ ਪਤਾ ਲੱਗੇ ਸਾਡੇ ਸਤਿਗੁਰਾਂ ਨੇ ਕਿਹੋ ਜਿਹੇ ਮਹਾਨ ਕਾਰਜ ਕੀਤੇ। ਇਹ ਭਾਰਤ ਦੀ ਧਰਤੀ ਤੋਂ ਬਾਹਰ ਜਾ ਕੇ ਮਹਾਰਾਜ ਜੀ ਨੇ ਕਿੱਡੇ ਕਿੱਡੇ ਵੱਡੇ ਰਾਜੇ ਮਹਾਰਾਜਿਆਂ ਨੂੰ ਦਰਸ਼ਨ ਦੇ ਕੇ ਸਿੱਖੀ ਦਾ ਪ੍ਰਚਾਰ ਬੜੀ ਦੂਰ ਤੱਕ ਕੀਤਾ। ਕਿੱਡੀ ਕਮਾਈ ਮਹਾਰਾਜ ਜੀ ਨੇ, ਕਿੱਡੀ ਘਲਣਾ, ਕਿੱਡੀ ਮਿਹਨਤ ਆ ਸਿੱਖ ਧਰਮ ਨੂੰ ਖੜਾ ਕਰਨ ਲਈ ਕੀਤੀ ਹੈ। ਸਾਧ ਸੰਗਤ, ਉਹ ਮਹਾਨ ਦਿਨ ਸੀ ਜਿੱਦਨ ਮਾਤਾ ਤ੍ਰਿਪਤਾ ਜੀ ਦੀ ਕੁੱਖ ਨੂੰ ਭਾਗ ਲੱਗੇ। ਉਹ 20 ਵਿਸਾਖ 1526 ਸੰਮਤ ਬਿਕਰਮ ਸਨ 1469 ਤੇ ਸਾਧ ਸੰਗਤ 15 ਅਪ੍ਰੈਲ ਇਹ ਤਰੀਕ ਨੂੰ ਮਹਾਰਾਜ ਜੀਆਂ ਦਾ ਪ੍ਰਕਾਸ਼ ਹੋਇਆ ਰਾਏ ਭੋਏ ਦੀ ਤਲਵੰਡੀ। ਰਾਏ ਭੋਏ ਇੱਕ ਆਦਮੀ ਹੋਇਆ, ਉਹਦੀ ਜ਼ਮੀਨ ਬਹੁਤ ਹੈ, ਉਹ ਤਕੜਾ ਜ਼ਗੀਰਦਾਰ ਸੀ, ਇਸ ਕਰਕੇ ਉਹਦੇ ਨਾਮ ਦੇ ਉੱਪਰ ਪਿੰਡ ਉਹ ਬਣਿਆ ਸੀ ਰਾਏ ਭੋਏ ਦੀ ਤਲਵੰਡੀ। ਅੱਜ ਕੱਲ ਅਸੀਂ ਕਹਿੰਦੇ ਨਨਕਾਣਾ ਸਾਹਿਬ।
ਮਹਾਰਾਜ ਦਾ ਉੱਥੇ ਪ੍ਰਕਾਸ਼ ਹੋਇਆ। ਮਹਾਰਾਜ ਦੇ ਨਾਮ ਦੇ ਉੱਪਰ ਨਾਨਕਿਆਣਾ ਨਨਕਾਣਾ ਸਾਹਿਬ ਮਹਾਨ ਗੁਰਧਾਮ ਪਾਕਿਸਤਾਨ ਦੀ ਧਰਤੀ ਦੇ ਵਿੱਚ ਅੱਜ ਵੀ ਪੈਂਦਾ ਹੈ, ਅੱਜ ਵੀ ਮੌਜੂਦ ਹੈ, ਸਾਡੇ ਕੋਲੋਂ ਵਿਛੜ ਚੁੱਕਿਆ ਹੈ। ਪਰ ਸਿੱਖਾਂ ਦੀ ਆਤਮਾ ਦੇ ਅੰਦਰ ਹਰ ਵੇਲੇ ਉਹ ਆਵਾਜ਼ ਜਿਹੜੀ ਆ ਉਹ ਚਲਦੀ ਹੈ ਕਿ ਸੱਚੇ ਪਾਤਸ਼ਾਹ ਤੇਰੇ ਚਰਨਾਂ ਵਿੱਚ ਅਰਦਾਸ ਹੈ, ਜਿਨ੍ਹਾਂ ਗੁਰਧਾਮਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨਾਂ ਦੇ ਖੁੱਲੇ ਦਰਸ਼ਨ ਦਿਦਾਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਅਸੀਂ ਰੋਜ਼ ਯਾਦ ਕਰਕੇ ਨਾ ਨਨਕਾਣਾ ਸਾਹਿਬ, ਪੰਜਾ ਸਾਹਿਬ, ਉਹਨਾਂ ਗੁਰਧਾਮਾਂ ਦੇ ਦਰਸ਼ਨ ਦਿਦਾਰ ਆਪਣੇ ਸਤਿਗੁਰਾਂ ਕੋਲੋਂ ਮੰਗਦੇ। ਆਓ ਸਾਧ ਸੰਗਤ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਪ੍ਰਕਾਸ਼ ਹੋਏ, ਪ੍ਰਕਾਸ਼ਮਾਨ ਹੋਏ, ਪ੍ਰਗਟ ਹੋਏ। ਰਾਏ ਭੋਜੀ ਤਲਵੰਡੀ ਨੂੰ ਮਹਾਰਾਜ ਜੀ ਨੇ ਭਾਗ ਲਏ। ਮੈਂ ਤਾਂ ਕਲਿਆਣ ਦਾਸ ਖੁਸ਼ ਹੈ, ਬੇਬੇ ਨਾਨਕੀ ਆਪਣੇ ਵੀਰ ਦਾ ਚਾਹ ਕਰਦੀ ਹੈ, ਲਾੜ ਲੜਾਉਂਦੀ ਹੈ। ਸਮਾਂ ਪਾ ਕੇ ਦੁਨੀਆ ਦੀਆਂ ਰਹੋ ਰੀਤਾਂ ਨੂੰ, ਦੁਨੀਆ ਦੇ ਝੂਠ ਤੇ ਪਖੰਡਾਂ ਨੂੰ, ਦੁਨੀਆ ਦੇ ਫਰੇਬਾਂ ਨੂੰ ਟੱਕਰ ਲੈਣ ਦੇ ਲਈ ਮਹਾਰਾਜ ਜੀ ਖੜੇ ਹੋ ਗਏ। 11 ਸਾਲ ਦੀ ਉਮਰ ਸੀ ਜਦੋਂ ਪੰਡਤ ਹਰਦਿਆਲ ਜਨੇਊ ਪਾਉਣ ਵਾਸਤੇ ਆਇਆ। ਧਿਆਨ ਨਾਲ ਸੁਣਿਓ, ਸਾਡੇ ਸਤਿਗੁਰੂ ਨਾਨਕ ਨੇ ਕਿਹੋ ਜਿਹਾ ਕੌਤਕ ਕੀਤੇ। 11 ਸਾਲ ਦੀ ਉਮਰ ਦੇ ਬੱਚੇ ਨੂੰ ਕੀ ਪਤਾ ਕਿ ਜਨੇਊ ਕੀ ਹੁੰਦਾ? 11 ਸਾਲ ਦੀ ਉਮਰ ਦੇ ਬੱਚੇ ਨੂੰ ਕੀ ਪਤਾ ਕਿ ਧਰਮ ਦੀਆਂ ਰੀਤਾਂ ਕੀ ਹੁੰਦੀਆਂ ਹੈ? ਮਹਾਰਾਜ ਜੀ 11 ਸਾਲ ਦੀ ਉਮਰ ਹੈ, ਪੰਡਤ ਜਨੇਊ ਪਾਉਣ ਵਾਸਤੇ ਆਇਆ। ਪੰਡਤ ਨੇ ਜਨੇਊ ਬੱਟਿਆ ਧਾਗੇ ਦਾ, ਕਿਉਂਕਿ ਹਿੰਦੂ ਧਰਮ ਦੀ ਰਵਾਇਤ ਹੈ 4 ਵਰਨ ਨੇ ਹਿੰਦੂ ਧਰਮ ਦੇ, ਇੱਕ ਬ੍ਰਾਹਮਣ ਹੈ, ਇੱਕ ਖੱਤਰੀ ਹੈ, ਇੱਕ ਵੈਸ਼ ਹੈ ਤੇ ਇੱਕ ਸ਼ੂਦਰ ਹੈ। ਉਹਨਾਂ ਵਿੱਚੋਂ 3 ਪਹਿਲੇ ਜਿਹੜੇ ਵਰਨ ਨੇ ਉਹਨਾਂ ਨੂੰ ਜਨੇਊ ਪਾਇਆ ਜਾਂਦਾ ਹੈ। ਚੌਥੇ ਨੰਬਰ ਤੇ ਜਿਹੜੇ ਸ਼ੂਦਰ ਨੇ ਉਹਨਾਂ ਨੂੰ ਨੀਵੇਂ ਮੰਨਿਆ ਜਾਂਦਾ ਹੈ, ਤੇ ਨੀਵਿਆਂ ਨੂੰ ਕਹਿੰਦੇ ਵੀ ਜਨੇਊ ਨਹੀਂ ਪਾਉਣਾ। ਮੁੱਖ ਜੀ ਗੱਲ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਖੱਤਰੀਆਂ ਦੇ ਘਰ ਵਿੱਚ ਪੈਦਾ ਹੋਏ, ਉਹਨਾਂ ਨੂੰ ਕਹਿੰਦੇ ਵੀ ਜਨੇਊ ਪਹਿਨਾਉਣਾ ਹੈ। ਪੰਡਤ ਆ ਗਏ, ਇਕੱਠੇ ਹੋ ਕੇ ਸਾਰੇ ਜਨੇਊ ਪਾਉਣ। ਹੁਣ ਸਾਡੇ ਘਰਾਂ ਵਿੱਚ ਅੱਜ ਕੱਲ ਵਿਆਹ ਹੁੰਦੇ ਹਨ, ਵਿਆਹਾਂ ਤੇ ਅਸੀਂ ਇਕੱਠ ਕਰਦੇ ਹਾਂ, ਸਾਡੇ ਰਿਸ਼ਤੇਦਾਰ, ਸਾਕ ਸੰਬੰਧੀ, ਆਂਢੀ ਗੁਆਂਢੀ ਆਉਂਦੇ ਆ, ਅਸੀਂ ਚੰਗੇ ਪਕਵਾਨ, ਚੰਗੇ ਪਦਾਰਥ ਤਿਆਰ ਕਰਕੇ ਚੰਗੀ ਆਓ ਭਗਤ ਕਰਦੇ। ਬਸ ਇਹੋ ਜਿਹਾ ਮਾਹੌਲ ਉਦੋਂ ਬਣਦਾ ਸੀ ਜਦੋਂ ਕਿਸੇ ਹਿੰਦੂ ਦੇ ਘਰ ਉਹਦੇ ਬੱਚੇ ਨੂੰ ਜਨੇਊ ਪਹਿਨਾਇਆ ਜਾਂਦਾ ਸੀ। ਉਦੋਂ ਉਹਨਾਂ ਦੇ ਘਰ ਵਿੱਚ ਸਾਰੇ ਰਿਸ਼ਤੇਦਾਰ, ਸਾਕ ਸੰਬੰਧੀ ਆਉਣੇ, ਉਹਨਾਂ ਨੇ ਚੰਗਾ ਵੱਡਾ ਪ੍ਰਬੰਧ ਕਰਨਾ, ਚੰਗਾ ਤਾਮ ਝਾਮ ਕਰਨਾ, ਤੇ ਫਿਰ ਜਾ ਕੇ ਕਿਤੇ ਬੱਚੇ ਨੂੰ ਜਨੇਊ ਪਾਇਆ ਜਾਣਾ। ਹੁਣ ਗੁਰੂ ਨਾਨਕ ਪਾਤਸ਼ਾਹ ਨੂੰ ਜਨੇਊ ਪਹਿਨਾਉਣ ਦੇ ਲਈ ਸਾਧ ਸੰਗਤ, ਸਾਰੇ ਰਿਸ਼ਤੇਦਾਰ, ਆਂਢੀ ਗੁਆਂਢੀ, ਬੜੇ ਲੋਕ ਇਕੱਠੇ ਹੋਏ, ਪੰਡਤ ਵੀ ਇਕੱਠੇ ਹੋ ਕੇ ਆਏ ਜਨੇਊ ਪਾਉਣ। ਜਨੇਊ ਧਾਗੇ ਦਾ ਵੱਟ ਕੇ ਪੰਡਤ ਹਰਦਿਆਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਗਲ ਵਿੱਚ ਪਾਉਣ ਲੱਗੇ, ਰੀਤ ਰਸਮ ਕਰਨ ਲੱਗੇ। ਤੇ ਸੱਚੇ ਪਾਤਸ਼ਾਹ ਨੇ ਸਵਾਲ ਕੀਤਾ, ਪੰਡਤ ਜੀ ਜਿਹੜਾ ਜਨੇਊ ਮੈਨੂੰ ਪਾਉਣ ਲੱਗੇ ਜੀ, ਮੈਂ ਇਹਦੇ ਉੱਤੇ ਇੱਕ ਸਵਾਲ ਕਰਨਾ ਹੈ। ਪੰਡਤ ਹੈਰਾਨ ਹੈ ਵੀ ਸਵਾਲ ਕੀ ਕਰੇਗਾ, ਬੱਚਾ ਹੈ। ਕਹਿੰਦਾ ਕੀ ਸਵਾਲ ਕਰਨਾ ਹੈ? ਕਹਿੰਦੇ ਸਵਾਲ ਮੇਰਾ ਹੈ ਵੀ ਤੁਹਾਡਾ ਜਿਹੜਾ ਜਨੇਊ ਹੈ ਇਹ ਧਾਗੇ ਦਾ ਬਟਿਆ ਹੋਇਆ, ਇਹ ਸੂਤ ਦੇ ਧਾਗੇ ਦਾ ਬਟਿਆ ਹੋਇਆ ਜਨੇਊ ਹੈ, ਇਹ ਧਾਗਾ ਹੈ। ਤੁਹਾਡਾ ਜਨੇਊ ਕਿਸੇ ਨਾ ਕਿਸੇ ਦਿਨ ਟੁੱਟ ਜਾਏਗਾ, ਜੇ ਨਹੀਂ ਟੁੱਟਿਆ ਤੇ ਇਹਨੂੰ ਮੈਲ ਲੱਗ ਜਾਏਗੀ, ਜੇ ਮੈਲ ਵੀ ਨਾ ਲੱਗੀ ਫਿਰ ਅਖੀਰ ਵਿੱਚ ਜਦੋਂ ਬੰਦਾ ਮਰਦਾ ਹੈ, ਮਰਨ ਵੇਲੇ ਉਹਨੂੰ ਲੱਕੜਾਂ ਤੇ ਰੱਖ ਕੇ ਸੁਆਹ ਕੀਤਾ ਜਾਂਦਾ, ਉਹਨੂੰ ਸਾੜਿਆ ਜਾਂਦਾ ਹੈ। ਤੇ ਕਹਿਣ ਲੱਗੇ ਵੀ ਜਦੋਂ ਸਰੀਰ ਸਾੜਿਆ ਜਾਣਾ ਨਾਲੇ ਤੁਹਾਡਾ ਜਨੇਊ ਸੜ ਜਾਣਾ, ਇਹਨੇ ਤੇ ਮੇਰੇ ਨਾਲ ਜਾਣਾ ਹੀ ਨਹੀਂ ਦਰਗਾਹ ਦੇ ਵਿੱਚ। ਤੇ ਪੰਡਤ ਜੀ ਮੈਂ ਜਨੇਊ ਨਹੀਂ ਪਾਉਣਾ। ਪੰਡਤ ਹੈਰਾਨ ਹੈ ਵੀ ਇੱਕ ਬੱਚਾ ਸਵਾਲ ਕਰ ਰਿਹਾ, ਸਵਾਲ ਵੀ ਅਜਿਹਾ ਕਿ ਉਹਦੇ ਸੀਨੇ ਵਿੱਚ ਭਾਂਬੜ ਬਲਦੇ ਆ। ਬੱਚੇ ਨੇ ਇੱਕ ਪੰਡਤ ਨੂੰ, ਜਿਸ ਪੰਡਤ ਨੇ ਪਤਾ ਨਹੀਂ ਕਿੰਨੇ ਕੁ ਬੱਚਿਆਂ ਨੂੰ ਜਨੇਊ ਪਾਤੇ, ਕਿਸੇ ਨੇ ਕਦੇ ਸਵਾਲ ਕਰਨ ਦੀ ਯੁੱਧ ਨਹੀਂ ਕੀਤੀ। ਅੱਜ ਗੁਰੂ ਨਾਨਕ ਇਨਕਲਾਬੀ ਯੋਧਾ, ਅੱਜ ਕ੍ਰਾਂਤੀਕਾਰੀ ਗੁਰੂ, ਜਿਹੜਾ ਦੁਨੀਆ ਤੇ ਅਕਾਲ ਦਾ ਰੂਪ ਆਪ ਆਇਆ ਹੈ, ਅਕਾਲ ਪੁਰਖ ਆਪ ਨਾਰਾਇਣ ਕਲਾਧਾਰ ਜਗ ਮੈਂ ਪ੍ਰਵਰ, ਨਾਰਾਇਣ ਅਕਾਲ ਪੁਰਖ ਆਪ ਆਇਆ। ਨਾਨਕ ਨਾਮ ਖੁਦਾਏ ਦਾ, ਖੁਦਾ ਆਪ ਧਰਤੀ ਤੇ ਆਇਆ ਹੈ। ਤੇ ਰੱਬ ਨੇ ਸਵਾਲ ਕੀਤਾ, ਪੰਡਤ ਜੀ ਜਨੇਊ ਮੈਂ ਨਹੀਂ ਪਾਉਣਾ, ਇਹ ਟੁੱਟ ਜਾਏਗਾ, ਇਹਨੂੰ ਮੈਲ ਲੱਗ ਜਾਏਗੀ, ਇਹ ਸਰੀਰ ਨਾਲ ਸੜ ਕੇ ਸਵਾਹ ਹੋ ਜਾਊ। ਹੁਣ ਪੰਡਤ ਕਹਿਣ ਲੱਗਾ ਜੀ ਹੋਰ ਜਨੇਊ ਕਿਹੋ ਜਿਹਾ ਹੁੰਦਾ ਹੈ? ਜਨੇਊ ਤੇ ਧਾਗੇ ਦਾ ਪਾਇਆ ਜਾਂਦਾ ਹੈ ਨਾ, ਉਹ ਵੱਖਰੀ ਵੱਖਰੀ ਕਿਸਮ ਦੇ ਧਾਗੇ ਹੁੰਦੇ, ਕੋਈ ਮੇਢੇ ਦੀ ਉੱਨ ਦਾ ਜਨੇਊ ਪਾਇਆ ਜਾਂਦਾ, ਕੋਈ ਕਪਾਹ ਦਾ ਧਾਗਾ ਉਹਦਾ ਜਨੇਊ ਪਾਇਆ ਜਾਂਦਾ ਹੈ, ਪਰ ਜਨੇਊ ਤੇ ਧਾਗੇ ਦਾ ਵੱਟ ਕੇ ਪਾਇਆ ਜਾਂਦਾ ਹੈ। ਫਿਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਕਿਹਾ ਸੀ, ਕਹਿੰਦੇ ਲੱਖ ਚੋਰੀਆਂ, ਲੱਖ ਜਾਰੀਆਂ, ਲੱਖ ਕੂੜੀਆਂ, ਲੱਖ ਗਾਲ, ਲੱਖ ਠੱਗੀਆਂ ਪੈਨਾਮੀਆਂ, ਰਾਤ ਦਿਨ ਸਜੀਏ ਨਾਲ, ਤੱਗ ਕਪਾਹੋ ਕਤੀਏ ਬਾਹਮਣ ਵਟੇ ਆਏ, ਕੋਈ ਬੱਕਰਾ ਰਿਨ ਖਾਇਆ ਸਭ ਕੋ ਆਖਿਆ ਪਾਏ, ਹੋਏ ਪੁਰਾਣਾ ਸੁੱਟਿਆ ਭੀ ਫਿਰ ਪਾਈਏ ਹੋਰ, ਨਾਨਕ ਤੱਗ ਨਾ ਟੁੱਟੇ ਜੇ ਤੱਗ ਹੋਵੇ ਜੋ। ਇਹ ਆਸਾ ਕੀ ਬਾਰ ਦੀ ਬਾਣੀ। ਮਹਾਰਾਜ ਨੇ ਕਿਹਾ ਪੰਡਤ ਜੀ ਲੱਖਾਂ ਚੋਰੀਆਂ, ਲੱਖਾਂ ਠੱਗੀਆਂ ਕਰਦੇ ਹੋ, ਲੋਕਾਂ ਦੇ ਨਾਲ ਰਾਤ ਦਿਨ ਠੱਗੀਆਂ ਕਰਦੇ ਹੋ, ਠੱਗੀਆਂ ਕਰਕੇ ਘਰ ਨੂੰ ਮਾਇਆ ਲੈ ਕੇ ਜਾਂਦੇ ਹੋ। ਆ ਕਪਾਹ ਦੇ ਧਾਗੇ ਦਾ ਵਟਿਆ ਤੁਸੀਂ ਸੂਤ, ਇਹਦਾ ਧਾਗਾ ਤੁਸੀਂ ਵੱਟ ਕੇ ਬਣਾਇਆ ਜਨੇਊ,
ਤੇ ਤੁਸੀਂ ਇੱਥੇ ਬੱਕਰੇ ਰਹਿੰਦੇ ਨੇ, ਤੁਸੀਂ ਕਹਿੰਦੇ ਹੋ ਵੀ ਜਨੇਊ ਪਾਉਣਾ, ਮੈਨੂੰ ਦੱਸੋ ਭਈ ਇਹ ਧਾਗੇ ਦਾ ਜਨੇਊ ਮੇਰੇ ਗਲ ਵਿੱਚ ਪਾਇਆ ਹੋਵੇਗਾ ਤੇ ਮੇਰੇ ਨਾਲ ਤਾਂ ਜਾਣਾ ਨਹੀਂ, ਇਹਨੇ ਤੇ ਇੱਥੇ ਰਹਿ ਜਾਣਾ, ਫਿਰ ਜਨੇਊ ਪਾਉਣ ਦਾ ਫਾਇਦਾ ਕੀ? ਪੰਡਤ ਜੀ ਆਖਣ ਲੱਗੇ ਫਿਰ ਕਿਹੜਾ ਜਨੇਊ ਪਾਈਏ ਜੀ? ਮਹਾਰਾਜ ਜੀ ਨੇ ਕਿਹਾ ਸੀ ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਕ ਪਵੈ ਨਿਤ ਦਾੜੀ, ਤਗ ਨਾ ਪੈਰੀ ਤਗ ਨਾ ਹਾਥੀ ਤਗ ਨਾ ਜੇਵਾ ਤਗ ਨਾ ਆਖੀ, ਵੇ ਤੱਗਾ ਆਪੇ ਵਤੈ ਬਟ ਧਾਗੇ ਅਵਰਾ ਕੱਤੈ। ਸੱਚੇ ਪਾਤਸ਼ਾਹ ਨੇ ਕਿਹਾ ਉਹ ਪੰਡਤ ਜੀ ਆਪਣੇ ਇਹਨਾਂ ਪੈਰਾਂ ਨੂੰ ਗਲਤ ਪਾਸੇ ਵੱਲ ਜਾਣ ਤੋਂ ਰੋਕਣ ਵਾਲਾ ਜਨੇਊ ਪਾ, ਆਪਣੀ ਇਹ ਜ਼ਬਾਨ ਨੂੰ ਗਲਤ ਪਾਸੇ ਬੋਲਣ ਵਾਲਾ ਜਨੇਊ ਪਾ, ਆਪਣੀ ਇਸ ਕੰਨਾਂ ਨੂੰ ਆਪਣੇ ਇਹਨਾਂ ਇੰਦਰੀਆਂ ਨੂੰ ਵਿਸ਼ੇ ਵਿਕਾਰਾਂ ਤੋਂ ਰੋਕਣ ਵਾਲਾ ਜਨੇਊ ਪਾ। ਉਹ ਜਨੇਊ ਤੇ ਪਾਇਆ ਕਿਸੇ ਕੰਮ ਆਜੂ, ਭਲਿਆ ਧਾਗੇ ਦਾ ਜਨੇਊ ਕਿਹੜੇ ਕੰਮ ਆਉਣਾ? ਕਹਿੰਦਾ ਜੀ ਉਹ ਜਨੇਊ ਕਿਹੜਾ? ਮਹਾਰਾਜ ਜੀ ਨੇ ਫਿਰ ਦੱਸਿਆ, ਕਹਿੰਦੇ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸੱਤ ਵਟ। ਇਹਦਾ ਮਤਲਬ ਕੀ ਹੈ? ਸੱਚੇ ਪਾਤਸ਼ਾਹ ਕਹਿੰਦੇ ਦਇਆ ਦੀ ਕਪਾ ਲੈ, ਸੰਤੋਖ ਦਾ ਸੂਤ ਲੈ, ਉਹਨੂੰ ਜੱਤ ਦੀਆਂ ਗੰਢਾਂ ਮਾਰ ਤੇ ਸੱਤ ਵਾਲਾ ਵੱਟ ਚੜਾ। ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ। ਕਹਿੰਦੇ ਜੇ ਇਹ ਜਨੇਊ ਤੇਰੇ ਕੋਲ ਹੈਗਾ ਤੈਨੂੰ ਘੱਤ, ਨਾ ਇਹ ਟੁੱਟੈ ਨਾ ਮਲ ਲੱਗਾ, ਨਾ ਇਹੋ ਜਲਿਆ ਨਾ ਜਾਏ। ਕਹਿੰਦੇ ਨਾ ਇਹ ਟੁੱਟਣਾ ਹੈ, ਨਾ ਇਹਨੂੰ ਮੈਲ ਲੱਗਣੀ ਹੈ, ਨਾ ਇਹਨੇ ਸਰੀਰ ਨਾਲ ਸੜ ਕੇ ਸਵਾਹ ਹੋਣਾ ਹੈ, ਨਾ ਇਹ ਟੁੱਟੈ ਨਾ ਮਨ ਲੱਗਾ, ਨਾ ਇਹੋ ਜਲਿਆ ਨਾ ਜਾਏ। ਧੰਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਮਹਾਰਾਜ ਕਹਿੰਦੇ ਉਹ ਧੰਨ ਨੇ ਜਿਨ੍ਹਾਂ ਨੇ ਆਪਣੇ ਗਲ ਵਿੱਚ ਇਹ ਜਨੇਊ ਪਾਏ। ਲਓ ਜੀ ਇਹੋ ਜਿਹੇ ਕਾਰਨਾਮੇ ਮਹਾਰਾਜ ਕਰਦੇ ਨੇ, ਦੁਨੀਆ ਵਿੱਚ ਪ੍ਰਸਿੱਧ ਹੋ ਗਏ। ਲੋਕ ਵੇਖਦੇ ਆ ਵੀ ਗੁਰੂ ਨਾਨਕ ਇੱਕ ਕ੍ਰਾਂਤੀਕਾਰੀ ਹੈ, ਉਹਦੇ ਕੋਲ ਬਹੁਤ ਵੱਡੇ ਵੱਡੇ ਕੌਤਕ ਹੁੰਦੇ ਆ, ਉਹ ਵੱਡੇ ਵੱਡੇ ਵਿਦਵਾਨਾਂ ਦੇ ਨਾਲ ਆਡੇ ਲੈਂਦਾ ਤੇ ਜਿਹੜੀਆਂ ਸਦੀਆਂ ਤੋਂ ਚੱਲੀਆਂ ਆਉਂਦੀਆਂ ਰੀਤਾਂ ਨੇ ਉਹਨਾਂ ਰੀਤਾਂ ਨੂੰ ਠੁਕਰਾ ਕੇ ਉਹ ਗੁਰੂ ਕਹਿੰਦਾ ਭਾਈ ਐਦਾਂ ਨਹੀਂ ਐਦਾਂ ਕਰਨੀ ਆ, ਲੋਕਾਂ ਨੂੰ ਸੁਖਾਲੇ ਤੇ ਸੌਖੇ ਰਸਤੇ ਦੇ ਪਾਉਂਦਾ। ਹੁਣ ਮਹਾਰਾਜ ਜੀ ਸੁਲਤਾਨਪੁਰ ਚਲੇ ਗਏ। ਸੁਲਤਾਨਪੁਰ 14.5 ਸਾਲ ਤਕਰੀਬਨ ਰਹੇ। ਸੁਲਤਾਨਪੁਰ ਜਾ ਕੇ ਮੋਦੀ ਖਾਨੇ ਦੀ ਕਾਰ ਕਰਨ ਲੱਗੇ, ਮੋਦੀ ਬਣ ਗਏ। ਮੋਦੀ ਖਾਨਾ ਹੁੰਦਾ ਸਰਕਾਰੀ ਰਾਸ਼ਨ ਦਾ ਡੀਪੂ, ਜਿੱਥੇ ਸਰਕਾਰੀ ਰਾਸ਼ਨ ਮਿਲਦਾ ਹੈ, ਅੱਜ ਵੀ ਮਿਲਦਾ ਹੈ। ਉਸ ਵੇਲੇ ਮੋਦੀ ਖਾਨਾ ਕਿਹਾ ਜਾਂਦਾ ਸੀ। ਨਵਾਬ ਦੌਲਤ ਖਾਨ ਸੁਲਤਾਨਪੁਰ ਦਾ ਨਵਾਬ ਹੈ, ਉਹਦੇ ਮੋਦੀ ਖਾਨੇ ਵਿੱਚ ਮੋਦੀ ਦੀ ਕਾਰ ਕਰਦੇ। ਲਓ ਜੀ ਅੰਮ੍ਰਿਤ ਵੇਲੇ ਉੱਠ ਕੇ ਕਾਲੀ ਵੇਈ ਜਿਹਨੂੰ ਅਸੀਂ ਕਹਿੰਦੇ ਆ, ਵੇਈ ਨਦੀ ਵਿੱਚ ਇਸ਼ਨਾਨ ਕਰਨਾ। ਇਸ਼ਨਾਨ ਕਰਕੇ ਫਿਰ ਉਸ ਪ੍ਰਮਾਤਮਾ ਦੀ ਯਾਦ ਵਿੱਚ ਅੰਮ੍ਰਿਤ ਵੇਲੇ ਜੁੜਨਾ। ਅੰਮ੍ਰਿਤ ਵੇਲੇ ਪ੍ਰਮਾਤਮਾ ਦੀ ਬੰਦਗੀ ਸਿਫਤ ਤੋਂ ਸਲਾਹ ਕਰਕੇ ਨਾ ਆਣ ਕੇ ਫਿਰ ਮੋਦੀ ਖਾਨੇ ਤੇ ਬਹਿ ਜਾਣਾ। ਮੋਦੀ ਖਾਨੇ ਤੇ ਬਹਿ ਕੇ ਉਹਨਾਂ ਨੇ 13 ਤੋਲੀ ਜਾਣਾ। ਇੱਕ ਕਵੀ ਨੇ ਬੜਾ ਸੁੰਦਰ ਲਿਖਿਆ ਹੈ, ਉਹ ਕਹਿੰਦਾ 12 ਤੀਕ ਗਿਣ ਕੇ 13 ਭੁੱਲ ਜਾਂਦੇ, ਅੱਗੋਂ 13 ਹਾਂ ਬੋਲਦੇ ਰਹੇ। ਰਸਦ ਵੰਡਣ ਨੂੰ ਭੁੱਖਿਆ ਨੰਗਿਆ ਨੂੰ ਸਤਿਗੁਰ 13 ਦੀਆਂ ਧਾਰਨਾ ਤੋਲਦੇ ਰਹੇ। ਕੋਈ ਗਰੀਬ ਆ ਜਾਏ, ਕੋਈ ਮਜ਼ਲੂਮ ਆ ਜਾਏ, ਕੋਈ ਪਾਟੇ ਕੱਪੜਿਆਂ ਵਾਲਾ ਆ ਜਾਏ, ਕਿਸੇ ਨੂੰ ਵੀ ਮਹਾਰਾਜ ਜੀ ਨੇ ਖਾਲੀ ਨਹੀਂ ਮੋੜਿਆ, ਚਾਹੇ ਉਹ ਕੋਲ ਪੈਸੇ ਲੈ ਕੇ ਆਇਆ ਹੋਵੇ ਤੇ ਚਾਹੇ ਨਾ। ਜਿਹੜਾ ਝੋਲੀ ਅੜਦਾ ਹੈ ਨਾ ਉਹਦੀਆਂ ਝੋਲੀਆਂ ਭਰ ਕੇ ਮਹਾਰਾਜ ਤੋੜਦੇ, ਕਦੇ 1 ਗਿਣਦੇ, ਕਦੇ 7 ਗਿਣਦੇ, ਕਦੇ 13 ਗਿਣਦੇ। ਲਓ ਜੀ ਇੱਕ ਸਿੱਖ ਭਾਈ ਭਗੀਰਥ ਉਹ ਮਹਾਰਾਜ ਦਾ ਸਿੱਖ ਬਣਿਆ। ਸਿੱਖ ਬਣਿਆ ਕਿਵੇਂ? ਇਹ ਗਾਥਾ ਬੜੀ ਲੰਬੀ ਚੌੜੀ ਹੈ, ਛੋਟੀ ਜਿਹੀ ਗੱਲ ਤੁਹਾਡੇ ਸਾਹਮਣੇ ਆਖਦੇ ਆ। ਭਾਈ ਗੁਰਦਾਸ ਸਾਹਿਬ ਨੇ ਆਪਣੀਆਂ ਵਾਰਾਂ ਵਿੱਚ ਜ਼ਿਕਰ ਕੀਤਾ ਹੈ। ਉਹ ਕਹਿੰਦੇ ਮਲਸੀਆਂ ਵਿੱਚ ਆਖਿਆ ਭਗੀਰਥ ਕਾਲੀ ਗੁਣ ਗਾਵੇ। ਜਿਹੜਾ ਭਾਈ ਭਗੀਰਥ ਸੀ ਨਾ, ਇਹ ਮਲਸੀਆਂ ਪਿੰਡ ਦਾ ਰਹਿਣ ਵਾਲਾ ਸੀ। ਸ਼ਾਹਕੋਟ ਮਲਸੀਆਂ ਨਗਰ ਪੈਂਦਾ ਜਿਹੜਾ, ਉਹ ਮਲਸੀਆਂ ਨਗਰ ਦਾ ਚੌਧਰੀ ਸੀ ਭਾਈ ਭਗੀਰਥ। ਕਾਲੀ ਮਾਤਾ ਦੀ ਪੂਜਾ ਕਰਦਾ ਸੀ। ਉਹਦੇ ਘਰ ਦੇ ਅੰਦਰ ਕਾਲੀ ਮਾਤਾ ਦੀ ਮੂਰਤੀ ਪਈ ਸੀ। ਕਾਲੀ ਮਾਤਾ ਦੀ ਪੂਜਾ ਕਰਨ ਵਾਲਾ ਭਾਈ ਭਗੀਰਥ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਆਇਆ। ਮਹਾਰਾਜ ਦੀ ਕਾਰ ਵੇਖ ਕੇ, ਮਹਾਰਾਜ ਦੇ ਕੌਤਕ ਵੇਖ ਕੇ, ਮਹਾਰਾਜ ਦਾ ਜੀਵਨ ਵੇਖ ਕੇ, ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਉਹ ਮਹਾਰਾਜ ਦਾ ਸਿੱਖ ਬਣ ਗਿਆ। ਜਦੋਂ ਸਿੱਖ ਬਣਿਆ ਤੇ ਮਹਾਰਾਜ ਜੀ ਦੀ ਹੋਰ ਵਜ੍ਹਾ ਹੋ ਗਈ, ਕਿਉਂਕਿ ਇੱਕ ਤਕੜਾ ਚੌਧਰੀ ਸਿੱਖ ਬਣ ਗਿਆ ਮਹਾਰਾਜ ਦਾ। ਹੁਣ ਸੱਚੇ ਪਾਤਸ਼ਾਹ ਕੋਲ ਇੱਕ ਬ੍ਰਾਹਮਣ ਆਇਆ। ਬ੍ਰਾਹਮਣ ਬੜਾ ਗਰੀਬ ਸੀ। ਉਹਨੇ ਆਣ ਕੇ ਕਿਹਾ ਮਹਾਰਾਜ ਮੈਂ ਆਪਣੀ ਧੀ ਦਾ ਵਿਆਹ ਧਰਿਆ ਹੈ, ਵਿਆਹ ਦੇ ਦਿਨ ਪੱਕੇ ਨੇ, ਮਹਾਰਾਜ ਧੀ ਦਾ ਵਿਆਹ ਕਰਨ ਲਈ ਕੋਲ ਪੈਸੇ ਹੈ ਨੇ, ਕੋਈ ਇੱਕ ਵੀ ਦੀਵਾਨੀ ਮੇਰੇ ਕੋਲ ਨਹੀਂ। ਤੇ ਸੱਚੇ ਪਾਤਸ਼ਾਹ ਜੇ ਮੇਰੇ ਕੋਲ ਪੈਸੇ ਨਾ ਆਏ ਤੇ ਮੇਰੀ ਧੀ ਦਾ ਰਿਸ਼ਤਾ ਟੁੱਟ ਜਾਣਾ, ਵਿਆਹ ਨਹੀਂ ਹੋ ਸਕਣਾ। ਮਹਾਰਾਜ ਕਹਿੰਦੇ ਭਲਿਆ ਤੇਰੀ ਧੀ ਦਾ ਰਿਸ਼ਤਾ ਕਿਦਾਂ ਟੁੱਟ ਜਾਊ? ਕਹਿੰਦਾ ਸੱਚੇ ਪਾਤਸ਼ਾਹ ਮੈਂ ਸੁਣਿਆ ਹੈ ਤੁਸੀਂ ਗਰੀਬ ਨਵਾਜ ਪਾਤਸ਼ਾਹ ਹੋ, ਮੈਂ ਸੁਣਿਆ ਹੈ ਤੁਸੀਂ ਗਰੀਬਾਂ ਦੀ ਬਾਹ ਫੜਦੇ ਹੋ, ਮੈਂ ਸੁਣਿਆ ਦਰ ਤੇ ਆਉਣ ਵਾਲੇ ਨੂੰ ਖਾਲੀ ਨਹੀਂ ਮੋੜਦੇ। ਮਹਾਰਾਜ ਕਰੋ ਕਿਰਪਾ। ਸੱਚੇ ਪਾਤਸ਼ਾਹ ਨੇ ਕਿਹਾ ਤੇਰੀ ਧੀ ਦਾ ਵਿਆਹ ਤੇ ਹੋ ਕੇ ਰਹੂ, ਤੈਨੂੰ ਜੋ ਸਮਾਨ ਚਾਹੀਦਾ ਨਾ ਸਾਨੂੰ ਲਿਖ ਕੇ ਦੇ। ਕਾਗਜ਼ ਦੇ ਉੱਪਰ ਸਾਰਾ ਸਮਾਨ ਲਿਖਿਆ ਪੰਡਤ ਨੇ। ਮਹਾਰਾਜ ਨੇ ਭਾਈ ਭਗੀਰਥ ਚੌਧਰੀ ਨੂੰ ਫੜਾਇਆ। ਕਹਿਣ ਲੱਗੇ ਭਗੀਰਥ ਜੀ ਜਾਓ ਲਾਹੌਰ ਦੀ ਧਰਤੀ ਤੇ
ਲਾਹੌਰ ਜਾ ਕੇ ਆ ਸਾਰਾ ਸਮਾਨ ਖਰੀਦ ਕੇ ਲੈ ਕੇ ਆਓ, ਚੰਗਾ ਚੰਗਾ ਸਮਾਨ ਲੈ ਕੇ ਆਓ। ਪੈਸੇ ਦੇ ਦਿੱਤੇ। ਜਦੋਂ ਲਾਹੌਰ ਗਿਆ ਭਾਈ ਭਗੀਰਥ, ਤੁਰਨ ਲੱਗੇ ਨੂੰ ਮਹਾਰਾਜ ਨੇ ਕਿਹਾ ਸੀ ਵੀ ਭਗੀਰਥ ਤੈਂ ਰਾਤ ਕਿਤੇ ਰੁਕਣਾ ਨਹੀਂ, ਆ ਸਾਰਾ ਇਹ ਸਮਾਨ ਲੈ ਕੇ ਨਾ ਖਰੀਦ ਕੇ ਮੇਰੇ ਕੋਲ ਵਾਪਸ ਅੱਜ ਦੇ ਅੱਜ ਆਉਣਾ ਹੈ। ਭਾਈ ਭਗੀਰਥ ਚਲੇ ਗਿਆ। ਭਾਈ ਮਨਸੁਖ ਵਪਾਰੀ ਸੀ, ਲਾਹੌਰ ਦੀ ਧਰਤੀ ਤੇ ਬੜਾ ਤਕੜਾ ਵਪਾਰੀ, ਉਹਨੂੰ ਜਾ ਕੇ ਇਹ ਸਾਰੀਆਂ ਚੀਜ਼ਾਂ ਵਿਖਾਈਆਂ, 50 ਚੀਜ਼ਾਂ ਲੈਣੀਆਂ, ਸਾਰੀਆਂ ਚੀਜ਼ਾਂ ਮਿਲ ਗਈਆਂ, ਇੱਕ ਚੀਜ਼ ਰਹਿ ਗਈ, ਉਹ ਸੀ ਚੂੜਾ, ਬਾਹਾਂ ਵਿੱਚ ਪਾਉਣ ਵਾਲਾ ਚੂੜਾ। ਹੁਣ ਭਾਈ ਭਗੀਰਥ ਨੇ ਕਿਹਾ ਵੀ ਸੱਜਣਾ ਚੂੜਾ ਰਹਿ ਗਿਆ, ਹੁਣ ਇਹ ਵੀ ਦੇ ਦੇ। ਤੇ ਮਨਸੁਖ ਕਹਿਣ ਲੱਗਾ ਵੀ ਚੂੜਾ ਹਾਲੇ ਤਿਆਰ ਨਹੀਂ ਪਿਆ, ਕੋਈ ਏਦਾਂ ਕਰ ਵੀ ਰਾਤ ਠਹਿਰ ਲਾ, ਸਵੇਰ ਨੂੰ ਤੈਨੂੰ ਚੂੜਾ ਤਿਆਰ ਕਰਕੇ ਦੇ ਦਿਆਂਗੇ। ਉਹ ਕਹਿਣ ਲੱਗੇ ਵੀ ਮੈਂ ਰਾਤ ਨਹੀਂ ਠਹਿਰ ਸਕਦਾ, ਮੈਨੂੰ ਹੁਕਮ ਹੈ ਕਿਸੇ ਦਾ, ਮੈਂ ਰਾਤ ਨਹੀਂ ਠਹਿਰ ਸਕਦਾ। ਹੁਣ ਉਹ ਮਨਸੁਖ ਸੋਚਦਾ ਹੈ ਵੀ ਇਹਨੂੰ ਹੁਕਮ ਕਿਹਦਾ ਹੋਵੇਗਾ, ਇਹ ਕਹਿੰਦਾ ਵੀ ਮੈਂ ਰਾਤ ਨਹੀਂ ਠਹਿਰਨਾ, ਇਹਦਾ ਹੁਕਮ ਕਿਹਦਾ ਹੋਵੇਗਾ, ਐਡੀ ਕੋਈ ਗੱਲ ਨਹੀਂ। ਉਹਨੇ ਕਿਹਾ ਵੀ ਤੁਸੀਂ ਨਵਾਬ ਦੌਲਤ ਖਾਨ ਦੇ ਨੌਕਰ ਹੋ? ਕਹਿੰਦੇ ਨਹੀਂ। ਫਿਰ ਦਿੱਲੀ ਦੇ ਬਾਦਸ਼ਾਹ ਦੇ ਨੌਕਰ ਹੋ? ਕਹਿੰਦੇ ਨਹੀਂ। ਫਿਰ ਤੁਸੀਂ ਕਿਉਂ ਆਖ ਰਹੇ ਹੋ ਵੀ ਮੈਨੂੰ ਰਾਤ ਠਹਿਰਨ ਦਾ ਹੁਕਮ ਨਹੀਂ ਹੈਗਾ, ਮੈਂ ਹੁਣੇ ਵਾਪਸ ਜਾਣਾ, ਉਹਦਾ ਕਾਰਨ ਕੀ ਹੈ? ਤੇ ਭਾਈ ਭਗੀਰਥ ਨੇ ਕਿਹਾ ਸੱਜਣਾ ਜੇ ਤੇ ਮੈਂ ਹੁੰਦਾ ਨਵਾਬ ਦਾ ਨੌਕਰ ਜਾਂ ਮੈਂ ਹੁੰਦਾ ਦਿੱਲੀ ਦੇ ਬਾਦਸ਼ਾਹ ਦਾ ਨੌਕਰ, ਫੇਰ ਤੇ ਮੈਂ ਝੂਠ ਵੀ ਬੋਲ ਲੈਂਦਾ ਤਾਂ ਕੋਈ ਬਹਾਨਾ ਵੀ ਲਾ ਦਿੰਦਾ, ਰਾਤ ਠਹਿਰ ਲੈਂਦਾ। ਪਰ ਜਿਹਦਾ ਹੁਕਮ ਮੈਨੂੰ ਹੈ ਨਾ ਉਹਨੂੰ ਝੂਠ ਬੋਲਿਆ ਜਾ ਸਕਦਾ ਹੈ, ਨਾ ਉਹਨੂੰ ਕੋਈ ਬਹਾਨਾ ਲਾਇਆ ਜਾ ਸਕਦਾ। ਉਹ ਬੜਾ ਹੈਰਾਨ ਹੋਇਆ ਵੀ ਇਹਨੂੰ ਕਿਹਦਾ ਹੁਕਮ ਹੈ ਵੀ ਐਡੀ ਹੁਕਮ ਦੀ ਪਾਲਣਾ ਕਰਦਾ। ਭਾਈ ਭਗੀਰਥ ਦਾ ਜੀਵਨ ਵੇਖ ਕੇ, ਉਹਦਾ ਚਿਹਰਾ ਤੱਕ ਕੇ, ਉਹਦੇ ਅੰਦਰਲਾ ਖੇੜਾ ਤੱਕ ਕੇ ਤੇ ਉਹਦੇ ਹੁਕਮ ਮੰਨਣ ਦੀ ਭਾਵਨਾ ਨੂੰ ਤੱਕ ਕੇ ਮਨਸੁਖ ਵਪਾਰੀ ਪੁੱਛਦਾ ਵੀ ਤੇਰਾ ਗੁਰੂ ਕੌਣ ਹੈ? ਕਹਿੰਦਾ ਮੇਰਾ ਗੁਰੂ ਹੈ ਗੁਰੂ ਨਾਨਕ ਨਿਰੰਕਾਰੀ, ਉਹ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਰਹਿੰਦਾ ਹੈ, ਮੈਂ ਉਹਨਾਂ ਕੋਲੋਂ ਆਇਆ, ਮੈਨੂੰ ਉਹਨਾਂ ਹੁਕਮ ਕੀਤਾ ਪੈਂਦੇ ਅੱਜ ਦੇ ਅੱਜ ਮੁੜ ਕੇ ਆਉਣਾ ਹੈ। ਤੇ ਮਨਸੁਖ ਨੇ ਸੋਚਿਆ ਵੀ ਜਿਹੜੇ ਗੁਰੂ ਨੇ ਇਸ ਮਨੁੱਖ ਨੂੰ ਐਡਾ ਸੋਹਣਾ ਜੀਵਨ ਬਖਸ਼ ਦਿੱਤਾ, ਉਸ ਗੁਰੂ ਕੋਲ ਮੈਨੂੰ ਵੀ ਜਾਣਾ ਚਾਹੀਦਾ। ਇੱਕ ਰਾਜੇ ਦੀ ਧੀ ਦੇ ਵਾਸਤੇ ਚੂੜਾ ਤਿਆਰ ਕੀਤਾ ਸੀ, ਇੱਕ ਜੋੜਾ, ਉਹ ਚੂੜਾ ਆਪਣੇ ਨਾਲ ਲੈ ਲਿਆ। ਕਹਿਣ ਲੱਗਾ ਚੱਲ ਸੱਜਣਾ ਚੂੜਾ ਵੀ ਤੇਰਾ ਤਿਆਰ ਹੋ ਗਿਆ ਤੇ ਹੁਣ ਆਪਾਂ ਚੱਲੀਏ ਤੇਰੇ ਗੁਰੂ ਦੇ ਦਰਸ਼ਨ ਕਰੀਏ। ਚੱਲ ਕੇ ਆ ਗਿਆ ਮਹਾਰਾਜ ਦੇ ਕੋਲ, ਦਰਸ਼ਨ ਕੀਤੇ, ਦਰਸ਼ਨ ਕਰਕੇ ਨਿਹਾਲ ਹੋ ਗਿਆ। ਕਹਿਣ ਲੱਗਾ ਸੱਚੇ ਪਾਤਸ਼ਾਹ ਆਪਣਾ ਸਿੱਖ ਬਣਾ ਲਓ। ਮਹਾਰਾਜ ਨੇ ਕੋਲ ਰੱਖਿਆ ਸੁਲਤਾਨਪੁਰ ਲੋਧੀ, ਆਪਣਾ ਸਿੱਖ ਬਣਾਇਆ। ਹੁਣ ਭਾਈ ਮਨਸੁਖ ਸਿੱਖ ਬਣ ਗਿਆ, ਰੋਜ਼ ਬਾਣੀ ਪੜਦਾ, ਅੰਮ੍ਰਿਤ ਵੇਲੇ ਉੱਠ ਕੇ ਮਹਾਰਾਜ ਦੇ ਬਚਨਾਂ ਤੇ ਪਹਿਰਾ ਦਿੰਦਾ ਹੈ। ਤੇ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਮਨਸੁਖ ਹੁਣ ਜਾਓ ਆਪਣੀ ਕਾਰ ਵਿਹਾਰ ਕਰੋ, ਨਾਲੇ ਬਾਣੀ ਪੜੋ, ਅਸੀਂ ਤੁਹਾਡੇ ਅੰਗ ਸੰਗ ਰੱਖ ਰਵਾਂਗੇ, ਤੇ ਨਾਲੇ ਤੁਸੀਂ ਜਾ ਕੇ ਹੁਣ ਆਪਣੀ ਕਿਰਤ ਕਮਾਈ ਕਰੋ। ਲਓ ਜੀ ਭਾਈ ਮਨਸੁਖ ਮਹਾਰਾਜ ਤੋਂ ਆਗਾ ਲੈ ਕੇ ਤੁਰ ਪਿਆ ਕਿਰਤ ਕਮਾਈ ਕਰਨ। ਇਹ ਸੀ ਵਪਾਰੀ, ਇਹਨੇ ਜਹਾਜ਼ ਵਿੱਚ ਸਮਾਨ ਲੱਦਿਆ, ਸਮਾਨ ਲੱਦ ਕੇ ਤੁਰ ਪਿਆ ਪਾਣੀ ਦੇ ਰਸਤੇ, ਸਮੁੰਦਰਾਂ ਦੇ ਵਿੱਚ ਹੀ। ਭਾਰਤ ਦੀ ਧਰਤੀ ਤੋਂ ਬਾਹਰ ਸਾਡਾ ਗਵਾਂਢੀ ਦੇਸ਼ ਪੈਂਦਾ ਸ਼੍ਰੀਲੰਕਾ, ਅੱਜ ਅਸੀਂ ਉਹਨੂੰ ਸ਼੍ਰੀਲੰਕਾ ਕਹਿੰਦੇ ਆ, ਵੈਸੇ ਸਿੰਗਲਾ ਦੀਪ ਉਹਦਾ ਪਹਿਲਾ ਨਾਮ ਹੈ। ਜਦੋਂ ਇਹ ਸਿੰਗਲਾ ਦੀਪ ਟਾਪੂ ਉਹ ਪਾਣੀ ਵਿੱਚ ਘਿਰਿਆ ਹੋਇਆ, ਪਾਣੀ ਦੇ ਰਸਤੇ ਰਾਹੀਂ ਸਿੰਗਲਾ ਦੀਪ ਪਹੁੰਚਿਆ, ਉੱਥੇ ਆਪਣਾ ਇਹਨੇ ਵਪਾਰ ਕਰਨਾ ਸੀ। ਵੇਖਣ ਨੂੰ ਹਿੰਦੂ ਲੱਗਦਾ ਹੈ, ਗਿਆ ਪੰਜਾਬ ਤੋਂ ਹੈ, ਅੱਗੇ ਵੀ ਜਾਂਦਾ ਸੀ, ਪਰ ਇਸ ਵਾਰ ਜਦੋਂ ਪਹੁੰਚਿਆ, ਇਸ ਵਾਰ ਗੁਰੂ ਦੇ, ਇਸ ਵਾਰੀ ਗੁਰੂ ਦੇ ਨਾਮ ਦਾ ਰੰਗ ਚੜਿਆ ਹੋਇਆ। ਜਦੋਂ ਇਕਾਦਸ਼ੀ ਦਾ ਦਿਨ ਆਇਆ ਨਾ, ਇਕਾਦਸ਼ੀ, ਤੇ ਉੱਥੇ ਦੇ ਲੋਕਾਂ ਨੇ ਵਰਤ ਰੱਖਣਾ ਸੀ, ਕਿਉਂਕਿ ਰਾਜੇ ਦਾ ਹੁਕਮ ਸੀ ਵੀ ਵਰਤ ਰੱਖਣਾ ਹੈ। ਉਹ ਲੋਕ ਵਰਤ ਰੱਖਦੇ ਸੀ ਤੇ ਸਾਲਗ੍ਰਾਮ ਪੱਥਰ ਦੀ ਪੂਜਾ ਕਰਦੇ ਸੀ, ਪੱਥਰ ਨੂੰ ਸਾਲਗ੍ਰਾਮ ਕਹਿੰਦੇ, ਉਹਦੀ ਪੂਜਾ ਕਰਦੇ ਸੀ। ਇਕਾਦਸ਼ੀ ਦਾ ਦਿਨ ਆਇਆ, ਭਾਈ ਮਨਸੁਖ ਜਿਹੜਾ ਹੈ ਗੁਰੂ ਦਾ ਸਿੱਖ ਬਣ ਗਿਆ, ਉਹਨੇ ਨਾ ਵਰਤ ਰੱਖਿਆ ਨਾ ਉਹਨੇ ਸਾਲਗ੍ਰਾਮ ਦੀ ਪੂਜਾ ਕੀਤੀ। ਲੋਕੀ ਵੇਖਦੇ ਆ ਵੀ ਇਹ ਬੰਦਾ ਪੰਜਾਬ ਤੋਂ ਆਇਆ, ਲੱਗਦਾ ਹਿੰਦੂ ਹੈ, ਇਹਨੇ ਰਾਜੇ ਦਾ ਹੁਕਮ ਨਹੀਂ ਮੰਨਿਆ, ਇਹਨੇ ਨਾ ਸਾਲਗ੍ਰਾਮ ਦੀ ਪੂਜਾ ਕੀਤੀ ਹੈ, ਨਾ ਇਹਨੇ ਵਰਤ ਰੱਖਿਆ। ਤੇ ਸਾਧ ਸੰਗਤ ਉਹ ਚਲੇਗਾ ਰਾਜੇ ਕੋਲ, ਪੇ ਰਾਜਨ ਏਦਾਂ ਕਰਕੇ ਇੱਕ ਬੰਦਾ ਆਇਆ ਹੈ, ਉਹ ਬੰਦਾ ਤੁਹਾਡਾ ਹੁਕਮ ਨਹੀਂ ਮੰਨਦਾ, ਉਹਨੇ ਨਾ ਵਰਤ ਰੱਖਿਆ ਨਾ ਸਾਲਗ੍ਰਾਮ ਦੀ ਪੂਜਾ ਕਰਦਾ, ਉਹਦਾ ਕਰੋ ਕੋਈ ਚਾਰਾ। ਰਾਜਾ ਕਹਿਣ ਲੱਗਾ ਮੇਰੇ ਦਰਬਾਰ ਵਿੱਚ ਪੇਸ਼ ਕਰੋ। ਰਾਜੇ ਦਾ ਨਾਮ ਹੈ ਸ਼ਿਵਨਾਭ। ਰਾਜਾ ਸ਼ਿਵਨਾਭ ਸਿੰਗਲਾ ਦੀਪ ਦੀ ਰਿਆਸਤ, ਇੱਕ ਰਿਆਸਤ ਦਾ ਮਾਲਕ ਹੈ, ਬੜਾ ਤਕੜਾ ਮਾਲਕ ਹੈ, ਕਿਉਂਕਿ ਉੱਥੇ ਵੱਖ-ਵੱਖ ਰਿਆਸਤਾਂ ਸਨ। ਹੁਣ ਉਹ ਕਹਿਣ ਲੱਗਾ ਮੇਰੇ ਦਰਬਾਰ ਵਿੱਚ ਪੇਸ਼ ਕਰੋ। ਲਓ ਜੀ ਗੁਰੂ ਨਾਨਕ ਦੇ ਸਿੱਖ ਭਾਈ ਮਨਸੁਖ ਨੂੰ ਰਾਜੇ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ। ਜਦੋਂ ਆਇਆ ਨਾ ਰਾਜੇ ਦੇ ਦਰਬਾਰ ਵਿੱਚ, ਚਿਹਰੇ ਤੇ ਖੇੜਾ, ਨੂਰ, ਜਲਾਲ ਬਾਣੀ ਪੜ੍ਹ ਕੇ, ਤੇ ਜਦੋਂ ਰਾਜੇ ਨੇ ਸਵਾਲ ਕੀਤਾ ਵੀ ਤੁਸੀਂ ਵਰਤ ਕਿਉਂ ਨਹੀਂ ਰੱਖਿਆ, ਤੁਸੀਂ ਸਾਲਗ੍ਰਾਮ ਦੀ ਪੂਜਾ ਕਿਉਂ ਨਹੀਂ ਕੀਤੀ, ਭਾਈ ਮਨਸੁਖ ਦਾ ਇੱਕੋ ਜਵਾਬ ਸੀ। ਕਹਿਣ ਲੱਗੇ ਰਾਜਨ ਮੈਂ ਵਰਤ ਤਾਂ ਰੱਖਾਂ, ਮੈਂ ਦੇਵੀ ਦੇਵਤੇ ਤਾਂ ਪੂਜਾ, ਮੈਂ ਸਾਲਗ੍ਰਾਮ ਤਾਂ ਪੂਜਾ ਜੇ ਮੈਨੂੰ ਕਿਸੇ ਚੀਜ਼ ਦੀ ਘਾਟ ਹੋਵੇ,
ਜੇ ਮੈਨੂੰ ਕਿਸੇ ਚੀਜ਼ ਦੀ ਕਮੀ ਹੋਵੇ, ਉਹ ਸਜਣਾ ਮੈਨੂੰ ਤਾਂ ਕਮੀ ਰਹੀ ਕੋਈ ਨਹੀਂ। ਮੈਨੂੰ ਮੇਰੇ ਗੁਰੂ ਨੇ ਸਬਰ ਸੰਤੋਖ ਸਾਰਾ ਕੁਝ ਬਖਸ਼ ਦਿੱਤਾ, ਮੇਰਾ ਤੇ ਮਨ ਤ੍ਰਿਪਤ ਹੈ, ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਮੈਂ ਕਿਉਂ ਵਰਤ ਰੱਖਾਂ? ਮੈਨੂੰ ਵਰਤ ਰੱਖਣ ਦੀ ਲੋੜ ਨਹੀਂ। ਤੇ ਨਾਲੇ ਸਾਡੇ ਗੁਰੂ ਨੇ ਹੁਕਮ ਕੀਤਾ ਵੀ ਸਿੱਖ ਦਾ ਤੇ ਰੋਜ਼ੇ ਵਰਤ ਹੈ, ਸਿੱਖ ਨੇ ਰੋਜ਼ ਘੱਟ ਖਾਣਾ ਘੱਟ ਸੌਣਾ, ਇਹਨੂੰ ਵਰਤ ਰੱਖਣ ਦੀ ਲੋੜ ਹੈ ਕੋਈ ਨਹੀਂ, ਇਹਨੂੰ ਪਖੰਡ ਕਰਨ ਦੀ ਲੋੜ ਹੈ ਕੋਈ ਨਹੀਂ। ਤੇ ਜਦੋਂ ਇਹ ਗੱਲਾਂ ਸੁਣੀਆਂ, ਉਹ ਰਾਜਾ ਸ਼ਿਵਨਾਥ ਹੈਰਾਨ ਰਹਿ ਗਿਆ ਭਈ ਅਸੀਂ ਐਡੇ ਐਡੇ ਰਾਜੇ ਹੋ ਕੇ ਹਾਲੇ ਤ੍ਰਿਪਤ ਨਹੀਂ ਹੋਏ, ਸਾਡੇ ਮਨ ਵਿੱਚ ਸਬਰ ਸੰਤੋਖ ਨਹੀਂ। ਆ ਇੱਕ ਬੰਦਾ ਵਪਾਰੀ ਆਇਆ ਹੈ, ਇਹ ਕਹਿੰਦਾ ਮੇਰੇ ਮਨ 'ਚ ਸਬਰ ਬਹੁਤ ਹੈ, ਮੇਰੇ ਮਨ ਵਿੱਚ ਸੰਤੋਖ ਬਹੁਤ ਹੈ, ਮੈਨੂੰ ਤੇ ਮੇਰੇ ਗੁਰੂ ਨੇ ਸਾਰਾ ਕੁਝ ਦੇ ਦਿੱਤਾ, ਇਹਦਾ ਗੁਰੂ ਕਿਹੋ ਜਿਹਾ ਹੋਵੇਗਾ? ਉਹਨੇ ਕਿਹਾ ਤੇਰਾ ਗੁਰੂ ਕੌਣ ਹੈ? ਭਾਈ ਮਨਸੁਖ ਕਹਿੰਦਾ ਮੇਰਾ ਗੁਰੂ ਹੈ ਗੁਰੂ ਨਾਨਕ ਨਿਰੰਕਾਰੀ। ਹੁਣ ਵੇਖੋ, ਪਹਿਲਾਂ ਭਾਈ ਭਗੀਰਥ ਸਿੱਖ ਬਣਿਆ, ਭਾਈ ਭਗੀਰਥ ਨੇ ਅੱਗੇ ਦੀਵਾ ਜਗਾਇਆ, ਅੱਗੇ ਦੀਵਾ ਜਗਾਇਆ ਤੇ ਭਾਈ ਮਨਸੁਖ ਸਿੱਖ ਬਣਿਆ। ਭਾਈ ਮਨਸੁਖ ਹੁਣ ਅੱਗੇ ਦੀਵਾ ਜਗਾਉਣ ਲੱਗਿਆ, ਦੀਵੇ ਤੋਂ ਦੀਵਾ ਜਗ ਰਿਹਾ। ਭਾਈ ਮਨਸੁਖ ਅੱਗੇ ਦੀਵਾ ਜਗਾਉਣ ਲੱਗਾ। ਓ ਸ਼੍ਰੀਲੰਕਾ ਦੀ ਧਰਤੀ ਤੇ ਰਾਜੇ ਨੇ ਪੁੱਛਿਆ ਤੇਰਾ ਗੁਰੂ ਕੌਣ ਹੈ? ਕਹਿੰਦੇ ਗੁਰੂ ਨਾਨਕ ਨਿਰੰਕਾਰੀ। ਕਹਿੰਦਾ ਮੈਂ ਦਰਸ਼ਨ ਕਰਨੇ ਆ, ਮੈਨੂੰ ਦਰਸ਼ਨ ਕਰਵਾ। ਭਾਈ ਮਨਸੁਖ ਕਹਿਣ ਲੱਗਾ ਵੀ ਦਰਸ਼ਨ ਨਹੀਂ ਹੋ ਸਕਦੇ, ਕਿਉਂਕਿ ਪਤਾ ਨਹੀਂ ਸਤਿਗੁਰੂ ਕਿੱਥੇ ਹੋਣਗੇ, ਸੁਲਤਾਨਪੁਰ ਹੈਗੇ ਆ ਕਿ ਉੱਥੋਂ ਚਲੇਗਾ ਉਰੇ ਪਰੇ, ਸਾਨੂੰ ਕਿਹੜਾ ਕੋਈ ਪਤਾ ਹੈ। ਤੁਸੀਂ ਦਰਸ਼ਨ ਕਰਨੇ ਆ ਨਾ, ਤੇ ਤੁਹਾਨੂੰ ਮੈਂ ਇੱਕ ਜੁਗਤ ਦੱਸਦਾ ਹੈ। ਰਾਜਾ ਕਹਿਣ ਲੱਗਾ ਕੀ? ਭਾਈ ਮਨਸੁਖ ਨੇ ਕਿਹਾ ਮੇਰੇ ਕੋਲ ਹੈ ਗੁਰੂ ਦੀ ਬਾਣੀ, ਮੈਂ ਰੋਜ਼ ਬਾਣੀ ਪੜ੍ਹਦਾ ਹਾਂ ਤੇ ਗੁਰੂ ਮੇਰੇ ਅੰਗ ਸੰਗ ਰਹਿੰਦਾ ਹੈ, ਮੇਰੇ ਕੋਲ ਖੇੜਾ ਖੁਸ਼ੀ ਰਹਿੰਦੀ ਹੈ। ਉਹਨਾਂ ਦੀ ਬਾਣੀ ਤੂੰ ਪੜ੍ਹ, ਬਾਣੀ ਪੜ੍ਹਦੇ ਦਿਲ ਵਿੱਚ ਅਰਦਾਸ ਕਰਿਆ ਕਰ ਸੱਚੀ ਭਾਵਨਾ ਨਾਲ ਭਈ ਸਤਿਗੁਰੂ ਮੈਨੂੰ ਆਣ ਕੇ ਦਰਸ਼ਨ ਦਿਓ। ਤੇਰੀ ਭਾਵਨਾ ਜੇ ਸੱਚੀ ਹੋਈ ਮਹਾਰਾਜ ਤੈਨੂੰ ਆਣ ਕੇ ਦਰਸ਼ਨ ਜ਼ਰੂਰ ਦੇਣਗੇ। ਲਓ ਜੀ, ਰਾਜਾ ਸ਼ਿਵਨਾਥ ਨੇ ਕਿਹਾ ਮੈਨੂੰ ਬਾਣੀ ਲਿਖ ਕੇ ਦੇ। ਬਾਣੀ ਲਿਖ ਕੇ ਦਿੱਤੀ ਗਈ, ਉਹਨੇ ਬਾਣੀ ਪੜ੍ਹੀ, ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹਨ ਲੱਗਿਆ। ਹੁਣ ਜ਼ਿੰਦਗੀ ਦਾ ਐਸ਼ੋ ਆਰਾਮ ਤਿਆਗ ਦਿੱਤਾ, ਜ਼ਿੰਦਗੀ ਵਿੱਚ ਜੋ ਵੀ ਕੁਰੇਤਾਂ ਕਰਦਾ ਸੀ, ਜੋ ਵੀ ਪਾਪ ਕਰਦਾ ਸੀ, ਜੋ ਵੀ ਕੁਕਰਮ ਕਰਦਾ ਸੀ, ਉਹ ਸਾਰੇ ਇੱਕ ਪਾਸੇ ਧਰ ਗਏ ਤੇ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਵਾਸਤੇ ਮਨ ਵਿੱਚ ਲਾਲਸਾ ਰੱਖ ਕੇ ਰੋਜ਼ ਬਾਣੀ ਪੜ੍ਹਨ ਲੱਗਿਆ। ਉਹਦੇ ਮਨ ਦੀ ਭਾਵਨਾ ਕੀ ਬਣੀ, ਉਹਦੇ ਮਨ ਵਿੱਚ ਗੁਰੂ ਦੇ ਪ੍ਰਤੀ ਕੀ ਪਿਆਰ ਆਇਆ। ਉਸ ਸਿੰਗਲਾਦੀਪ ਦੀ ਧਰਤੀ ਤੇ ਰਾਜਾ ਬਾਣੀ ਨਾਲ ਕਿੰਨਾ ਕੁ ਪਿਆਰ ਪਾ ਕੇ ਬੈਠਾ ਹੈ। ਉਸ ਸਮੇਂ ਦਾ ਹਾਲਾਤ ਢਾਡੀ ਸੁਖਵਿੰਦਰ ਸਿੰਘ ਮੰਡਾਲੀ ਵਾਲਾ ਦਾ ਜਥਾ ਕੁਝ ਹੈ ਇਉਂ ਕਹਿ राजा शिव नाव दर्शन लोड़दा, राजा शिव नाव दर्शन लोड़दा, राजा शिव नाव दर्शन लोड़दा, राजा शिव नाव दर्शन लोड़दा। सुख जो हर वेले रखे गुरा वाल मुख जो, गुरा दा प्यारा भाई मन सुख जो हर वेले रखे गुरा वाल मुख जो। राजे नू भी सच्ची बाणी नाल जोड़दा, राजे नू भी सच्ची बाणी नाल जोड़दा, राजा शिव नाव दर्शन लोड़दा, राजा शिव नाव दर्शन लोड़दा।
ਅੰਮ੍ਰਿਤ ਵੇਲੇ ਜਪ ਜੀ ਨੂੰ ਪੜਦਾ, ਵਿਸ਼ੇ ਤੇ ਵਿਕਾਰਾਂ ਨਾਲ ਰੋਜ਼ ਲੜਦਾ। ਅੰਮ੍ਰਿਤ ਵੇਲੇ ਜਪ ਜੀ ਨੂੰ ਪੜਦਾ, ਵਿਸ਼ੇ ਤੇ ਵਿਕਾਰਾਂ ਨਾਲ ਰੋਜ਼ ਲੜਦਾ। ਝੂਠੀ ਦੁਨੀਆ ਦੇ ਵੱਲੋਂ ਮੁਖ ਮੋੜਦਾ, ਝੂਠੀ ਦੁਨੀਆ ਦੇ ਵੱਲੋਂ ਮੁਖ ਮੋੜਦਾ। ਰਾਜਾ ਸ਼ਿਵ ਨਾਮ ਦਰਸ਼ਨ ਲੋੜਦਾ, ਰਾਜਾ ਸ਼ਿਵ ਨਾਮ ਦਰਸ਼ਨ ਲੋੜਦਾ। ਜर्रे जर्रे विच नजरी आवण, हे दाता तेरियां बेपरवाइयां। पर ओ वेखण वालियां अखियां, ते जिन्हां नूं प्यार तेरे ने मन मेरे नू ते ऐसा मोया साइया। आखां जीवा विसरै मर जावा, आखां जीवा विसरै मर जावा। ते पर सह ना सका जुदाइयां। मन विच गुरां दा ध्यान धरदा, बाणी वाला नित अभ्यास करदा। मन विच गुरां दा ध्यान धरदा, बाणी वाला नित अभ्यास करदा। ऐशो ते आराम जिंदगी चो छोड़दा, ऐशो ते आराम जिंदगी चो छोड़दा। राजा शिव नाम दर्शन लोड़दा, राजा शिव नाम दर्शन लोड़दा। सुनिया जिन्हां ने अखियां नाल लाई, तेरे पैरां दी धूड़ अकसीर चुम चुम। जलवे एक ओंकार दे लोगियों ना दी अज तस्वीर चुम चुम। हो जिन्ना जिन्ना ने सीने दे नाल लाई, तेरी गोदड़ी दी पाटी चुम चुम। ताज कलगियां सिरां
ਰੱਖ ਦਿੱਤੇ ਮੱਥੇ ਉਹਨਾਂ ਦੇ ਸ਼ੁਭ ਤਕਦੀਰ ਚੁੰਮ ਚੁੰਮ ਹੋ ਸੱਚੀ ਸੁੱਚੀ ਰਾਜੇ ਨੇ ਪ੍ਰੀਤ ਲਾ ਲਈ ਗੁਰਬਾਣੀ ਵਿੱਚ ਹਿਰਦੇ ਵਸਾ ਲਈ ਸੱਚੀ ਸੁੱਚੀ ਰਾਜੇ ਨੇ ਪ੍ਰੀਤ ਲਾ ਲਈ ਗੁਰਬਾਣੀ ਵਿੱਚ ਹਿਰਦੇ ਵਸਾ ਲਈ ਆਖਦਾ ਮੰਡਾਲੀ ਮਨ ਨੂੰ ਝੰਜੋੜਦਾ ਆਖਦਾ ਮੰਡਾਲੀ ਮਨ ਨੂੰ ਝੰਜੋੜਦਾ ਰਾਜਾ ਸ਼ਿਵ ਨਾਮ ਦਰਸ਼ਨ ਲੋੜਦਾ ਰਾਜਾ ਸ਼ਿਵ ਨਾਮ ਦਰਸ਼ਨ ਲੋੜਦਾ ਰਾਜਾ ਸ਼ਿਵ ਨਾਮ ਦਰਸ਼ਨ ਲੋੜਦਾ ਰਾਜਾ ਸ਼ਿਵਨਾਭ ਦਰਸ਼ਨ ਲੋੜਦਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਨਾ ਉਹਨੇ ਵੇਖਿਆ, ਨਾ ਉਹਨੂੰ ਪਤਾ ਵੀ ਕਿਹੋ ਜਿਹਾ ਨੇ ਕਿਹੋ ਜਿਹਾ ਸਰੀਰ ਹੈ, ਪਰ ਸੱਚੇ ਪਾਤਸ਼ਾਹ ਮਹਾਰਾਜ ਦੇ ਸਿੱਖ ਕੋਲੋਂ ਸੁਣਿਆ ਹੈ ਵੀ ਜੇ ਤੂੰ ਆ ਬਾਣੀ ਪੜ੍ਹੇਗਾ, ਮਹਾਰਾਜ ਜੀ ਦੀ ਮਨ ਚਿੱਤ ਲਾ ਕੇ ਭਾਵਨਾ ਰੱਖੇਗਾ, ਤੇਰੇ ਦਿਲ ਵਿੱਚ ਸੱਚੀ ਸ਼ਰਧਾ ਹੋਵੇਗੀ ਨਾ, ਤੇ ਗੁਰੂ ਨਾਨਕ ਸਾਹਿਬ ਤੈਨੂੰ ਦਰਸ਼ਨ ਦੇਣ ਆਪ ਚੱਲ ਕੇ ਆਉਣਗੇ, ਜ਼ਰੂਰ ਆਉਣਗੇ, ਪਰ ਤੇਰੇ ਮਨ ਦੀ ਭਾਵਨਾ ਸੱਚੀ ਹੋਣੀ ਚਾਹੀਦੀ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਨ ਲਈ ਬਾਣੀ ਪੜ੍ਹ ਕੇ ਬਾਣੀ ਦੇ ਵਿੱਚੋਂ ਦਰਸ਼ਨ ਕਰਦਾ ਤੇ ਮਨ ਵਿੱਚ ਪਿਆਰ ਹੈ ਤੇ ਅਰਦਾਸਾਂ ਪਤਾ ਕੀ ਕਰਦਾ ਹੈ, ਹੇ ਗੁਰੂ ਨਾਨਕ, ਜੇ ਮੇਰੀ ਭਾਵਨਾ, ਜੇ ਮੇਰਾ ਪਿਆਰ ਸੱਚਾ ਹੈ ਤੇ ਮਹਾਰਾਜ ਮੈਨੂੰ ਆਣ ਕੇ ਦਰਸ਼ਨ ਦਿਓ। ਸੱਚੇ ਪਾਤਸ਼ਾਹ ਮੈਨੂੰ ਆਣ ਕੇ ਭਾਗ ਲਾਓ, ਮੇਰੇ ਸਰੀਰ ਮੇਰੇ ਸਵਾਸ ਸਫਲੇ ਹੋ ਜਾਣ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿੱਥੇ ਵੀ ਕੋਈ ਯਾਦ ਕਰਦਾ ਹੈ, ਮਹਾਰਾਜ ਜੀ ਉੱਥੇ ਅਪੜਦੇ ਨਹੀਂ। ਇਹ ਹੋ ਨਹੀਂ ਸਕਿਆ ਕਿ ਜਿੱਥੇ ਮਹਾਰਾਜ ਜੀ ਨੂੰ ਕੋਈ ਯਾਦ ਕਰੇ ਤੇ ਮਹਾਰਾਜ ਜੀ ਨਾ ਪਹੁੰਚਣ, ਬਸ ਭਾਵਨਾ ਸੱਚੀ ਹੋਣੀ ਚਾਹੀਦੀ ਹੈ। ਉਦੋਂ ਵੀ ਤੇ ਅੱਜ ਵੀ, ਜੇ ਅੱਜ ਵੀ ਕੋਈ ਗੁਰੂ ਨਾਨਕ ਨੂੰ ਸੱਚੇ ਦਿਲੋਂ ਯਾਦ ਕਰਦਾ ਤੇ ਸੱਚੇ ਦਿਲੋਂ ਪਿਆਰ ਕਰਦਾ ਹੈ, ਯਕੀਨ ਹੋਣਾ ਚਾਹੀਦਾ ਹੈ ਗੁਰੂ ਨਾਨਕ ਸਾਹਿਬ ਆਪਣੇ ਸਿੱਖ ਦੇ ਸਦਾ ਅੰਗ ਸੰਗ ਹੋ ਕੇ ਵਿਚਰਦੇ, ਸਦਾ ਅੰਗ ਸੰਗ ਬਾਹ ਫੜ ਲੈਂਦੇ ਆ, ਛੱਡਦੇ ਨਹੀਂ। ਇਹ ਗੁਰੂ ਦੇ ਦਰਬਾਰ ਦੀ ਵਡਿਆਈ ਹੈ ਕਿ ਜਿਹਨੇ ਗੁਰੂ ਸਾਹਿਬ ਦਾ ਓਟ ਤੇ ਆਸਰਾ ਤੱਕਿਆ ਹੋਵੇ, ਉਹਦੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਾਹ ਫੜਦੇ ਆ ਤੇ ਉਹਨੂੰ ਕਦੇ ਕੱਲਿਆ ਨਹੀਂ ਛੱਡਦੇ, ਉਹਦੇ ਅੰਗ ਸੰਗ ਰਹਿੰਦੇ ਆ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਧਰ ਸੁਲਤਾਨਪੁਰ ਲੋਧੀ ਰਹਿ ਰਹੇ। ਹੁਣ ਅਕਾਲ ਦਾ ਹੁਕਮ ਆ ਗਿਆ ਹੈ ਭਈ ਕਾਰ ਵਿਹਾਰ ਜਿੰਨੀ ਕਰਨੀ ਸੀ ਕਰ ਲਈ ਹੈ। ਹੁਣ ਇਸ ਤਪਦੇ ਹੋਏ ਸੰਸਾਰ ਨੂੰ ਠਾਰਨ ਦੇ ਲਈ, ਪਾਪੀ ਲੋਕਾਂ ਨੂੰ ਸਬਕ ਸਿਖਾਉਣ ਦੇ ਲਈ, ਨਾਮ ਦਾ ਸਿੱਟਾ ਦੇਣ ਦੇ ਲਈ, ਜਗਤ ਦਾ ਭਲਾ ਕਰਨ ਦੇ ਲਈ, ਲੋਕਾਈ ਨੂੰ ਸੋਧਣ ਦੇ ਲਈ ਤੁਹਾਨੂੰ ਚਾਲੇ ਪਾਉਣੇ ਪੈਣੇ। ਜਦੋਂ ਅਕਾਲ ਦਾ ਹੁਕਮ ਆ ਗਿਆ ਨਾ, ਫਿਰ ਮਹਾਰਾਜ ਜੀ ਨੇ ਕੰਮਕਾਰ ਛੱਡਿਆ। ਭਾਈ ਮਰਦਾਨਾ ਬਣਿਆ ਸਾਥੀ। ਭਾਈ ਮਰਦਾਨਾ ਜਿਹਨੂੰ ਲੋਕਾਂ ਨੇ ਕਿਹਾ ਡੂਮ ਮਰਾਸੀ ਨੀਮਾ ਹੈ, ਇਹਦੀ ਕੋਈ ਔਕਾਤ ਨਹੀਂ, ਉਸ ਭਾਈ ਮਰਦਾਨੇ ਨੂੰ ਮਹਾਰਾਜ ਜੀ ਨੇ ਨਾਲ ਰੱਖਿਆ, ਸਾਥੀ ਬਣਿਆ ਰਾਹਾਂ ਦਾ। 47 ਸਾਲ ਮਹਾਰਾਜ ਦਾ ਮਿੱਤਰ ਰਿਹਾ। ਕੋਈ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਇੰਨਾ ਚਿਰ ਨਹੀਂ ਰਹਿ ਸਕਿਆ। 47 ਸਾਲ ਹਰ ਇੱਕ ਔਖੇ ਪੈਂਡੇ, ਹਰ ਇੱਕ ਰਾਹ, ਹਰ ਇੱਕ ਵਿਖੜੇ ਦੇ ਵਿੱਚ ਮਹਾਰਾਜ ਦੇ ਨਾਲ ਰਿਹਾ। ਤੇ ਅੱਜ ਭਾਈ ਮਰਦਾਨੇ ਨੂੰ ਅਸੀਂ ਪੂਰਾ ਸਤਿਕਾਰ ਦਿੰਨੇ। ਅੱਜ ਅਸੀਂ ਨਾਲ ਨਾਮ ਲੈਣੇ ਭਾਈ ਮਰਦਾਨਾ ਜੀ, ਰਬਾਬੀ ਗੁਰੂ ਘਰ ਦੇ ਪਹਿਲੇ ਰਬਾਬੀ ਕੀਰਤਨੀਏ। ਲਓ ਜੀ, ਇੱਕ ਰਬਾਬ ਮੰਗਾਈ 20 ਰੁਪਏ ਦੀ ਫਰੰਦੇ ਰਬਾਬੀ ਦੇ ਕੋਲੋਂ। ਮਹਾਰਾਜ ਨੇ ਤੁਰਨ ਦੀ ਤਿਆਰੀ ਕੀਤੀ। ਭਾਈ ਮਰਦਾਨਾ ਜੀ ਸਾਥੀ ਬਣਾ ਲਏ। ਸੁਲਤਾਨਪੁਰੋਂ ਮਹਾਰਾਜ ਜੀ ਨੇ ਚਾਲੇ ਪਾਏ ਹੈ। ਪਹਿਲੀ ਯਾਤਰਾ ਹੈ, 1507 ਈਸਵੀ ਹੈ। ਮਹਾਰਾਜ ਜੀ ਸ਼ੁਭ ਕੰਮ ਦੇ ਲਈ ਤੁਰਨ ਲੱਗੇ। ਆਪਣੀ ਪਹਿਲੀ ਉਦਾਸੀ ਦੇ ਲਈ 4 ਉਦਾਸੀਆਂ ਕੀਤੀਆਂ ਗੁਰੂ ਨਾਨਕ ਸਾਹਿਬ ਨੇ, 4 ਉਦਾਸੀ। ਉਹਨਾਂ ਵਿੱਚੋਂ ਪਹਿਲੀ ਉਦਾਸੀ ਮਹਾਰਾਜ ਜੀ ਤੁਰਨ ਲੱਗੇ ਸੁਲਤਾਨਪੁਰੋਂ। ਕਿੱਥੇ ਕਿੱਥੇ ਮਹਾਰਾਜ ਜੀ ਗਏ ਇਹ ਮੈਂ ਤੁਹਾਡੇ ਨਾਲ ਬਾਅਦ ਵਿੱਚ ਸਾਂਝ ਪਾਵਾਂਗਾ। ਮਹਾਰਾਜ ਕਿਹੜੇ ਕਿਹੜੇ ਸ਼ਹਿਰਾਂ ਵਿੱਚ ਗਏ, ਉਹ ਸਾਰੇ ਸ਼ਹਿਰਾਂ ਦੇ ਨਾਮ ਤੁਹਾਡੇ ਸਾਹਮਣੇ ਜ਼ਿਕਰ ਕਰਨਾ ਹੈ। ਉਸ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਉਹ ਪ੍ਰਸੰਗ ਦੀ ਜਿਹੜੀ ਵਿਥਿਆ ਉਹ ਅੱਗੇ ਲੈ ਕੇ ਜਾਣੀ ਹੈ ਕਿ ਮਹਾਰਾਜ ਜੀ ਕਿਵੇਂ ਰਾਜੇ ਦੇ ਕੋਲ ਪਹੁੰਚਣ ਲੱਗੇ। ਸਾਧ ਸੰਗਤ, ਮਹਾਰਾਜ ਜੀ ਤੁਰੇ ਆ ਸੁਲਤਾਨਪੁਰ ਦੀ ਧਰਤੀ ਤੋਂ, ਬਾਣੀ ਪੜ੍ਹਦੇ ਜਾਂਦੇ ਆ।
ਕੋਈ ਸ਼ਹਿਰ ਆ ਗਿਆ, ਕੋਈ ਪਿੰਡ ਆ ਗਿਆ, ਹਰ ਥਾਂ ਪੜਾ ਕਰਕੇ ਸੰਗਤਾਂ ਨੂੰ ਜੋੜਦੇ ਆ। ਸੰਗਤਾਂ ਬਹਿੰਦੀਆਂ ਨੇ ਤੇ ਮਹਾਰਾਜ ਨੂੰ ਜਿੱਥੇ ਕੋਈ ਯਾਦ ਕਰਦਾ, ਉਹ ਸੱਜਣ ਦੇ ਘਰ ਵਿੱਚ ਜਾ ਕੇ ਮਹਾਰਾਜ ਜੀ ਕੁੰਡਾ ਖੜਕਾ ਕੇ ਉਹਨੂੰ ਆਪ ਦਰਸ਼ਨ ਦਿੰਦੇ, ਆਪ ਮਹਾਰਾਜ ਜੀ ਦਰਸ਼ਨ ਦਿੰਦੇ। ਭਾਈ ਲਾਲੋ ਨੇ ਯਾਦ ਕੀਤਾ, ਭਾਈ ਲਾਲੋ ਨੇ ਯਾਦ ਕੀਤਾ। ਸਾਧ ਸੰਗਤ, ਸੱਚੇ ਪਾਤਸ਼ਾਹ ਮਹਾਰਾਜ ਜੀ ਪਹੁੰਚੇ, ਜਿਹਨੂੰ ਲੋਕਾਂ ਨੇ ਕਦੇ ਭਾਈ ਨੇ ਸੀ ਨਾ ਕਿਹਾ, ਭਾਈ ਤੇ ਛੱਡੋ ਜੀ ਵੀ ਨਹੀਂ ਸੀ ਕਿਹਾ। ਲੋਕਾਂ ਨੇ ਸਦਾ ਕਹਿਣਾ ਉਹ ਲਾਲੋ, ਜਾਂ ਕੱਲਾ ਹੀ ਲਾਲੋ ਕਰਕੇ ਆਵਾਜ਼ ਮਾਰਨੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਹਦੇ ਦਰਵਾਜ਼ੇ ਮੂਹਰੇ ਜਾ ਕੇ ਖੜੋ ਕੇ ਪਤਾ ਕੀ ਕਿਹਾ ਸੀ? ਉਹਨਾਂ ਕਿਹਾ ਸੀ, ਭਾਈ ਲਾਲੋ ਜੀ ਦਰਵਾਜ਼ਾ ਖੋਲੋ, ਅਸੀਂ ਆਏ ਆ। ਭਾਈ ਲਾਲੋ ਜੀ, ਜਿਨ੍ਹਾਂ ਨੂੰ ਕਿਸੇ ਨੇ ਦੁਨੀਆ ਦਾ ਵਿੱਚ ਸਤਿਕਾਰ ਨਹੀਂ ਸੀ ਦਿੱਤਾ, ਉਹਨਾਂ ਲੋਕਾਂ ਨੂੰ ਸਤਿਕਾਰ ਦੇਣ ਵਾਲਾ ਇਹ ਦਰਬਾਰ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ। ਗਰੀਬ ਨਵਾਜੀ, ਗਰੀਬ ਨਵਾਜੀ ਕਿਹਨੂੰ ਕਹਿੰਦੇ? ਗਰੀਬਾਂ ਨੂੰ ਨਵਾਜਣਾ। ਦੁਨੀਆ ਦੇ ਉੱਪਰ ਥੱਲੇ ਸੁੱਟੇ ਹੋਏ, ਨਕਾਰੇ ਹੋਏ ਲੋਕਾਂ ਨੂੰ ਚੁੱਕ ਕੇ ਛਾਤੀ ਨਾਲ ਲਾ ਕੇ ਪਿਆਰ ਦੇਣਾ, ਇਹ ਹੈ ਗੁਰੂ ਨਾਨਕ ਦੇ ਘਰ ਦਾ ਰਿਵਾਜ, ਇਹ ਹੈ ਰੀਤ ਇੱਥੇ ਦੀ। ਮਹਾਰਾਜ ਜੀ ਨੇ ਭਾਈ ਲਾਲੋ ਕਹਿ ਕੇ ਸੰਬੋਧਨ ਕੀਤਾ। ਸੱਚੇ ਪਾਤਸ਼ਾਹ ਤੁਰਦੇ ਗਏ, ਤੁਰਦੇ ਗਏ। ਲਓ ਜੀ, ਪਹਾੜੀ ਰਸਤਾ ਹੈ। ਮਹਾਰਾਜ ਜੀ ਤੁਰਦੇ ਗਏ, ਕਦੇ ਬਿਖੜੇ ਪਿੰਡੇ ਆ ਜਾਂਦੇ ਆ, ਕਦੇ ਸਮੁੰਦਰ ਆ ਜਾਂਦਾ ਹੈ। ਹੁਣ ਮਹਾਰਾਜ ਜੀ ਰਮੇਸ਼ਵਰ ਤੋਂ ਸਮੁੰਦਰ ਦੇ ਰਸਤੇ ਪਾਣੀ ਦੇ ਰਾਹੀਂ ਬੇੜੀ ਵਿੱਚ ਬਹਿ ਕੇ ਸਿੰਗਲਾ ਦੀਪ ਪਹੁੰਚੇ। ਸਿੰਗਲਾ ਦੀਪ ਦਾ ਪਹਿਲਾ ਨਾਮ ਹੈ, ਅੱਜ ਕੱਲ ਅਸੀਂ ਇਹਨੂੰ ਸ਼੍ਰੀ ਲੰਕਾ ਕਹਿੰਦੇ ਆ। ਸ਼੍ਰੀ ਲੰਕਾ ਜਿਹੜਾ ਹੈ ਨਾ, ਲੰਕਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੀ ਬਹੁਤ ਵਾਰ ਆਇਆ ਹੈ। ਤੇ ਲੰਕਾ ਜਿਹੜਾ ਸ਼ਬਦ ਹੈ ਉਹ ਰਾਵਣ ਦੇ ਨਾਮ ਕਰਕੇ ਬਹੁਤ ਮਸ਼ਹੂਰ ਹੈ, ਕਿਉਂਕਿ ਰਾਵਣ ਜਿਹੜਾ ਹੈ ਉੱਥੇ ਪੈਦਾ ਹੋਇਆ। ਸ਼੍ਰੀ ਲੰਕਾ ਅਸੀਂ ਇਹਨੂੰ ਅੱਜ ਕੱਲ ਕਹਿੰਦੇ ਆ। ਸਿੰਗਲਾ ਦੀਪ ਦਾ ਪਹਿਲਾ ਨਾਮ ਹੈ। ਦੀਪ ਦਾ ਮਤਲਬ ਹੁੰਦਾ ਟਾਪੂ, ਜਿਹਦੇ ਆਲੇ ਦੁਆਲੇ ਪਾਣੀ ਹੋਵੇ ਤੇ ਉਹਦੇ ਗੱਭੇ ਬਸੋਂ ਹੋਵੇ, ਉਹਨੂੰ ਟਾਪੂ ਕਿਹਾ ਜਾਂਦਾ, ਉਹਨੂੰ ਦੀਪ ਕਿਹਾ ਜਾਂਦਾ, ਸਿੰਗਲਾ ਦੀਪ। ਤੇ ਲੰਕਾ ਸ਼ਬਦ ਰਮਾਇਣ ਵਿੱਚ ਵਰਤਿਆ ਗਿਆ ਸਭ ਤੋਂ ਪਹਿਲਾਂ। ਰਮਾਇਣ ਵਿੱਚ ਇਹਨੂੰ ਲੰਕਾ ਲਿਖਿਆ ਗਿਆ। ਫਿਰ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਵਾਰ ਲੰਕਾ ਸ਼ਬਦ ਆਉਂਦਾ, ਜਿਵੇਂ ਅਸੀਂ ਪੜ੍ਹਦੇ ਆ ਨਾ, ਸੋਇਨ ਲੰਕਾ ਸੋਇਨ ਮਾੜੀ, ਸੰਪੈ ਕਿਸੇ ਨਾ ਕੇਰੀ। ਮਹਾਰਾਜ ਕਹਿੰਦੇ ਸੋਨੇ ਦੀ ਲੰਕਾ ਹੋਵੇ, ਸੋਨੇ ਦਾ ਪਿੰਡ ਹੋਵੇ, ਜੋ ਮਰਜੀ ਸੋਨੇ ਦਾ ਕੋੜ ਹੋਵੇ, ਪਰ ਕਿਸੇ ਦਾ ਨਹੀਂ ਹੈਗਾ। ਸੰਪੈ ਕਿਸੇ ਨਾ ਕੇਰੀ, ਕਿਸੇ ਨਾਲ ਨਹੀਂ ਨਿਭਣੀ। ਇਹ ਭਾਵੇਂ ਸੋਨੇ ਦੇ ਪਿੰਡ ਇਕੱਠੇ ਕਰ ਲੈ, ਕਿਸੇ ਨਾਲ ਨਹੀਂ ਨਿਭਣੀ। ਇਹ ਸਾਰਾ ਇੱਥੇ ਰਹਿ ਜਾਣਾ। ਅਸਲ ਵਿੱਚ ਤੇਰੇ ਨਾਲ ਜੋ ਜਾਣਾ ਹੈ ਨਾ, ਉਹ ਤੇ ਤੂੰ ਪੂੰਜੀ ਇਕੱਠੀ ਨਹੀਂ ਕਰਦਾ। ਮਹਾਰਾਜ ਜੀ ਕਹਿੰਦੇ ਹੁਣ ਵੱਤਾ ਹਰਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਇੱਥੇ ਵਾਤ ਹੈ ਨਾਮ ਨੂੰ ਬੀਜਣ ਦੀ, ਤੇ ਇੱਥੇ ਤੂੰ ਨਾਮ ਬੀਜਦਾ ਨਹੀਂ। ਇੱਥੇ ਤੈਨੂੰ ਹੋਰੇ ਕੰਮ ਨਹੀਂ, ਤੇਰਾ ਪਿੱਛਾ ਛੱਡ ਦੇ। ਤੇ ਜਦੋਂ ਤੂੰ ਅੱਗੇ ਜਾਏਗਾ, ਉਹ ਧਰਮਰਾਜ ਦੇ ਦਰਬਾਰ ਵਿੱਚ ਜਦੋਂ ਲੇਖਾ ਹੋਣਾ ਹੈ, ਉਥੇ ਉਹਨੇ ਆ ਦੁਨਿਆਵੀ ਜਿਹੜੇ ਤੈਂ ਜਿੰਨੇ ਵੀ ਮਾਇਆ ਇਕੱਠੀ ਕੀਤੀ, ਜੋ ਵੀ ਧੀਆਂ ਪੁੱਤਰ, ਜੋ ਵੀ ਪਰਿਵਾਰ, ਜੋ ਵੀ ਘਰ-ਬਾਰ ਬਣਾਏ, ਇਹ ਨਹੀਂ ਪੁੱਛਣਾ। ਉਥੇ ਉਹਨਾਂ ਲੇਖਾ ਮੰਗਣਾ ਨਾਮ ਦਾ, ਕਿੰਨੇ ਚੰਗੇ ਕਰਮ ਕੀਤੇ ਤੇ ਕਿੰਨੇ ਮਾੜੇ, ਕਿੰਨੀ ਰੱਬ ਦੀ ਭਗਤੀ ਕੀਤੀ ਤੇ ਕਿੰਨਾ ਲੋਕਾਂ ਨੂੰ ਬੇਈਮਾਨੀ ਕੀਤੀ। ਫਿਰ ਉੱਥੇ ਜਾ ਕੇ ਜਦੋਂ ਲੇਖਾ ਮੰਗਣਾ ਹੈ, ਉੱਥੇ ਜਾ ਕੇ ਆ ਫਸਲ ਕੰਮ ਆਉਣੀ ਹੈ, ਨਾਮ ਦੀ ਫਸਲ। ਹੁਣ ਬੱਤੇ ਹਰ ਨਾਮ ਨਾ ਬੀਜੋ, ਅੱਗੇ ਭੁੱਖਾ ਕਿਆ ਖਾਏ। ਅੱਗੇ ਭੁੱਖਾ ਜਾਏਗਾ, ਫਿਰ ਉੱਥੇ ਕੀ ਖਾਏਗਾ ਜੇ ਤਾਂ ਨਾਮ ਦੀ ਫਸਲ ਨਹੀਂ ਬੀਜੀ। ਨਾਮ ਦੀ ਫਸਲ ਬੀਜੇਗਾ, ਉੱਥੇ ਜਾ ਕੇ ਕੁਝ ਨਾ ਕੁਝ ਵੱਢ ਕੇ ਖਾਏਗਾ, ਸੁਖੀ ਰਹੇਗਾ, ਨਹੀਂ ਤਾਂ ਨਰਕ ਭੋਗਣੇ ਪੈਣਗੇ। ਖੈਰ, ਮਹਾਰਾਜ ਜੀ ਭਾਈ ਮਰਦਾਨਾ ਜੀ ਨੂੰ ਪਤਾ ਕੀ ਕਹਿੰਦੇ ਆ? ਸਤਿਗੁਰਾਂ ਆਖਿਆ, ਵੇਖ ਮਰਦਾਨਿਆ, ਪਾਪਾਂ ਵਾਲੀ ਅੱਗ ਸਾੜੇ ਧਰਮ ਦੇ ਗੁਲਾਬ ਨੂੰ। ਸਤਿਗੁਰਾਂ ਆਖਿਆ, ਵੇਖ ਮਰਦਾਨਿਆ, ਪਾਪਾਂ ਵਾਲੀ ਅੱਗ ਸਾੜੇ ਧਰਮ ਦੇ ਗੁਲਾਬ ਨੂੰ। ਰਾਜੇ ਬਣੇ ਸ਼ੀਹ ਤੇ ਮੁਕੱਦਮ ਨੇ ਕੁੱਤੇ ਇੱਥੇ ਮਾਂ ਸਲਾ ਕੇ ਪਰਜਾ ਦਾ ਭੁੰਨਦੇ ਕਬਾਬ ਨੂੰ। ਇੰਨੇ ਨਿਰਦਈ ਨੇ ਕਿ ਪਰਜਾ ਦੀਆਂ ਨਾੜਾਂ ਵਿੱਚੋਂ ਕੱਢ ਕੱਢ ਪੀਣੇ ਹੈ ਲਹੂ ਦੀ ਸ਼ਰਾਬ ਨੂੰ। ਪਾਣ ਪਤ ਲਾਹੀ ਜਾਣ ਸਿਖਰ ਦੁਪਹਿਰ, ਇੱਥੇ ਬਦੀ ਬੇਹਯਾਈ ਵਾਲੇ ਪਹਿਨ ਕੇ ਨਕਾਬ ਨੂੰ। ਸੱਚੇ ਬਾਦਸ਼ਾਹ ਨੇ ਕਿਹਾ, ਭਾਈ ਮਰਦਾਨਿਆ, ਰਾਜੇ ਸ਼ੀਹ ਮੁਕੱਦਮ ਕੁੱਤੇ ਜਾਏ ਜਗਾਨ ਬੈਠੇ ਸੁੱਤੇ। ਇਹੋ ਜਿਹੇ ਲੋਕ ਨੇ ਜਿਨ੍ਹਾਂ ਰਾਜਿਆਂ ਨੂੰ ਪਰਜਾ ਪਾਲਣ ਵਾਸਤੇ ਥਾਪਿਆ ਗਿਆ ਹੈ। ਉਹ ਰਾਜੇ ਭੁੱਖ ਖਿਲਾਰਨ ਲੱਗ ਪਏ। ਜਿਨ੍ਹਾਂ ਰਾਜਿਆਂ ਨੇ ਪਰਜਾ ਦੀ ਦੇਖ ਰੇਖ ਕਰਨੀ ਸੀ, ਉਹ ਰਾਜੇ ਹੀ ਅੱਜ ਪਰਜਾ ਨੂੰ ਪੈਰਾਂ ਹੇਠ ਲਤਾੜਨ ਲੱਗ ਪਏ। ਤੇ ਜਦੋਂ ਰਾਜੇ ਪਰਜਾ ਦੇ ਦੋਖੀ ਬਣ ਜਾਣ, ਫਿਰ ਪਰਜਾ ਨੂੰ ਕੌਣ ਬਚਾ ਸਕਦਾ ਹੈ? ਜੇ ਬਾਗ ਦਾ ਮਾਲੀ ਬਾਗ ਨੂੰ ਜੜਨ ਲੱਗ ਜਾਏ, ਫਿਰ ਬਾਗ ਦਾ ਰਖਵਾਲਾ ਭਲਾ ਕੌਣ ਹੋਇਆ? ਜੇ ਮਾਂ ਆਪਣੇ ਪੁੱਤ ਨੂੰ ਜ਼ਹਿਰ ਦੇ ਕੇ ਮਾਰ ਦੇ, ਫਿਰ ਉਸ ਪੁੱਤ ਨੂੰ ਬਚਾ ਕੌਣ ਸਕਦਾ ਹੈ? ਜੇ ਰਾਜੇ ਜਿਹੜੇ ਪਰਜਾ ਨੂੰ ਪਾਲਣ ਵਾਸਤੇ ਥਾਪੇ ਗਏ ਆ, ਜੇ ਉਹੀ ਪਰਜਾ ਦਾ ਲਹੂ ਪੀਣ ਲੱਗ ਜਾਣ, ਫਿਰ ਪਰਜਾ ਦਾ ਰਾਖਾ ਕੌਣ ਹੈ?
ਉਹ ਅਕਾਲ ਪੁਰਖ ਵਾਹਿਗੁਰੂ ਹੈ। ਲਓ ਜੀ ਅਕਾਲ ਪੁਰਖ ਆਪ ਆਇਆ, ਪ੍ਰਜਾ ਦੀਆਂ ਪੁਕਾਰਾਂ ਸੁਣ ਕੇ ਦੁਨੀਆ ਤਰਨ ਵਾਸਤੇ ਸਤਿਗੁਰੂ ਨਾਨਕ ਨਿਕਲੇ ਹੋਏ ਆ। ਮਹਾਰਾਜ ਨੇ ਕਿਹਾ ਸੀ ਹਸਤੀਆਂ ਕਈ ਭੁੱਖੀਆਂ ਨੇ ਨਾਮ ਦੀ ਖੁਰਾਕ ਬਿਨਾਂ, ਹਸਤੀਆਂ ਕਿ ਭੁੱਖੀਆਂ ਨੇ ਨਾਮ ਦੀ ਖੁਰਾਕ ਬਿਨਾਂ, ਸ਼ਾਂਤਮਈ ਦੇ ਜਲ ਦੀਆਂ ਰੂਹਾਂ ਕਈ ਪਿਆਸੀਆਂ। ਅੱਗ ਨੂੰ ਬੁਝਾਏ ਕੌਣ, ਸੀਨੇ ਠੰਡ ਪਾਏ ਕੌਣ, ਉਹ ਪਰਬਤਾਂ ਤੇ ਡੇਰੇ ਲਾ ਲੈ ਸਿੱਧਾ ਸੰਨਿਆਸੀਆਂ। ਤਦ ਹੀ ਮੈਂ ਪਿਤਾ ਪਰਮਾਤਮਾ ਦੇ ਹੁਕਮ ਨਾਲ ਦੁਨੀਆ ਨੂੰ ਸੋਧਣਾ ਹੈ ਕਰਕੇ ਉਦਾਸੀਆਂ। ਡੰਕਾ ਹੈ ਵਜਾਉਣਾ ਸਾਰੇ ਇੱਕੋ ਸਤਨਾਮ ਦਾ ਹੀ, ਮੁਕਤ ਕਰਾਉਣੇ ਜੀਵ ਕੱਟ ਕੇ 84। ਮਹਾਰਾਜ ਨੇ ਕਿਹਾ ਸਤਨਾਮ ਦਾ ਝੰਡਾ ਚਲਾਉਣਾ ਹੈ, ਦੁਨੀਆ ਤੇ ਸਤਨਾਮ ਦਾ ਝੰਡਾ ਝੁੱਲੇਗਾ। ਜਿੱਥੇ ਵੀ ਜਾਵਾਂਗੇ ਪਾਪੀ ਲੋਕਾਂ ਨੂੰ ਹਿੱਕ ਢਾਹ ਕੇ ਉਹਦੇ ਪਾਪ ਦੇ ਵਿਰੁੱਧ ਆਵਾਜ਼ ਚੁੱਕਾਂਗੇ। ਲਓ ਜੀ ਸਿੰਘਲਾ ਦੀ ਮਹਾਰਾਜ ਜੀ ਜਦੋਂ ਪੈਰ ਧਰਿਆ ਨਾ, ਉਹ ਰਾਜਾ ਸ਼ਿਵਨਾਭ ਜਿਹੜਾ ਮਹਾਰਾਜਿਆਂ ਨੂੰ ਯਾਦ ਕਰਦਾ ਹੈ, ਉਹਦਾ ਸੁੱਕਾ ਸੜਿਆ ਬਾਗ ਹੈ, ਉਸ ਬਾਗ ਵਿੱਚ ਮਹਾਰਾਜ ਜੀ ਜਾ ਕੇ ਚਰਨ ਪਾਉਂਦੇ ਆ। ਉੱਥੇ ਮਹਾਰਾਜ ਜੀ ਚੌਂਕੜੇ ਲਾਉਂਦੇ ਆ। ਭਾਈ ਮਰਦਾਨਾ ਜੀ ਨੂੰ ਕਹਿੰਦੇ ਰਬਾਬ ਵਜਾਓ, ਆਪਾਂ ਬਾਣੀ ਗਾਉਣੀ ਹੈ। ਭਾਈ ਮਰਦਾਨਾ ਰਬਾਬ ਵਜਾਉਂਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇਤਰ ਬੰਦ ਕਰਕੇ ਇਲਾਹੀ ਬਾਣੀ, ਧੁਰਕੀ ਬਾਣੀ, ਦਰਗਾਹੀ ਬਾਣੀ, ਅਕਾਲੀ ਬਾਣੀ ਗਾਉਣ ਲੱਗੇ। ਤੇ ਜਦੋਂ ਬਾਗ ਦੇ ਮਾਲੀ ਨੇ ਵੇਖਿਆ ਵੀ ਕੋਈ ਸਾਧੂ ਆਇਆ ਹੈ ਜਿਹਨੇ ਚੌਂਕੜਾ ਲਾਇਆ, ਆਣ ਕੇ ਨਾਲ ਇੱਕ ਸਾਥੀ ਹੈ, ਇਹ ਕੁਝ ਗਾਉਣ ਲੱਗੇ ਨੇ, ਤੇ ਨਾਲੇ ਉਹਨੇ ਵੇਖਿਆ ਵੀ ਸੁੱਕਾ ਸੜਿਆ ਬਾਗ, ਉਹਦੇ ਵਿੱਚ ਕੋਈ ਮਹਿਕ ਨਹੀਂ, ਉਹਦੇ ਵਿੱਚ ਕੋਈ ਟਹਿਕ ਨਹੀਂ, ਕੋਈ ਫੁੱਲ ਨਹੀਂ ਮਹਿਕਦੇ, ਕੋਈ ਕਲੀਆਂ ਨਹੀਂ, ਕੋਈ ਹਰੀਆਂ ਪੱਤੀਆਂ ਨਹੀਂ। ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਚਰਨ ਪਾਏ, ਉੱਥੇ ਮਹਿਕਾਂ ਵੀ ਆ ਗਈਆਂ, ਉੱਥੇ ਟਹਿਕਾਂ ਵੀ ਆ ਗਈਆਂ, ਬਸੰਤ ਰੁੱਤ ਬਣ ਗਈ। ਓਏ ਉੱਥੇ ਹਰੀਆਂ ਪੱਤੀਆਂ ਦਿਸਣ ਲੱਗੀਆਂ, ਉੱਥੇ ਫੁੱਲ ਜਿਹੜੇ ਕੁਮਲਾਏ ਹੋਏ ਸੀ ਉਹ ਦੁਆਰਾ ਮੁਸਕਾਉਣ ਲੱਗੇ। ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿੰਦੀ ਜਿੱਥਾ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਸਵਾਲ ਕਰਨ ਵਾਲਿਆਂ ਨੇ ਪਤਾ ਕੀ ਕਹਿਣਾ, ਤਰਕਵਾਦੀਆਂ ਨੇ, ਇਹ ਭਲਾ ਕਰਾਮਾਤੀ ਗੱਲਾਂ ਕਰਦੇ ਆ। ਗੁਰੂ ਨਾਨਕ ਸਾਹਿਬ ਜਾ ਕੇ ਬੈਠੇ ਤੇ ਬਾਗ ਕਿਦਾਂ ਹਰਾ ਹੋ ਗਿਆ? ਇਹ ਕਰਾਮਾਤੀ ਗੱਲਾਂ ਨਹੀਂ, ਇਹ ਸਾਡੇ ਗੁਰੂ ਦੇ ਵਿੱਚ ਐਡੀ ਤਾਕਤ ਤੇ ਸਮਰੱਥਾ ਹੈ। ਜਿੱਥੇ ਗੁਰੂ ਬਹਿ ਜਾਏ ਉਹ ਧਰਤੀ ਸੁਹਾਵੀ ਹੈ, ਜਿੱਥੇ ਗੁਰੂ ਬਹਿ ਜਾਏ ਸੂਕੇ ਹਰੇ ਕੀਏ ਖਿੰਨ ਮਾਹੇ। ਉਹ ਜੇ ਗੁਰੂ ਦੀ ਕਿਰਪਾ ਹੁੰਦੀ ਹੈ, ਇੱਕ ਪਲ ਦੇ ਵਿੱਚ ਸੁੱਕੇ ਬਾਗਾਂ ਨੂੰ ਮਹਿਕਣ ਤੇ ਟੇਕਣ ਲਾ ਦਿੰਦਾ ਹੈ। ਜਦੋਂ ਬਾਗ ਹਰਾ ਹੋਇਆ, ਜਦੋਂ ਉੱਥੇ ਮਹਿਕਾਂ ਤੇ ਟੇਕਾਂ ਖਿਲਰ ਗਈਆਂ, ਸਤਿਗੁਰੂ ਬਾਣੀ ਗਾਉਣ ਲੱਗੇ, ਚਿਹਰੇ ਦਾ ਨੂਰ ਤੱਕ ਕੇ ਮਾਲੀ ਵੀ ਹੈਰਾਨ ਹੋ ਗਿਆ। ਕਿਵੇਂ ਮਹਾਰਾਜ ਨੇ ਚਰਨ ਪਾਏ, ਬਾਗ ਦੇ ਮਾਲੀ ਨੇ ਕਿਵੇਂ ਮਹਾਰਾਜ ਨੂੰ ਵੇਖ ਕੇ ਰਾਜੇ ਤੱਕ ਖਬਰਾਂ ਪਹੁੰਚਾਈਆਂ। ਉਸ ਸਮੇਂ ਦਾ ਹਾਲ ਢੱਡ ਜਿਹਾ ਕੁਝ ਹੈ। ਦੇਵ ਜੀ ਮੇਰੇ ਸਤਿਗੁਰੂ ਨਾਨਕ ਦੇਵ ਜੀ ਪੁੱਜੇ ਸਿੰਘਲਾ ਦੀਪ ਚ ਜਾ, ਉਥੇ ਸੁੱਕੇ ਬਾਗ ਚ ਸਤਿਗੁਰਾਂ। ਉੱਥੇ ਸੁੱਕੇ ਬਾਗ ਸਤਿਗੁਰਾਂ ਸੀ ਡੇਰਾ ਲਿਆ ਲਗਾ, ਕਹਿੰਦੇ ਕਦਮ ਮੁਬਾਰਕ ਗੁਰਾਂ ਦੇ। ਕਹਿੰਦੇ ਕਦਮ ਮੁਬਾਰਕ ਗੁਰਾਂ ਦੇ, ਜਦ ਬਾਗ ਚ ਪੈ ਗਿਆ ਸੁੱਕਾ ਬਾਗ ਹਰਾ ਚੱਟ ਹੋ ਗਿਆ। ਸੁੱਕਾ
चट हो गया हो गुरां दी संग ते बाघ हरा चट हो गया सब भुल गए मुस्का जदों कोत कमाली वेखिया बाघ हरा चट हो गया सब भुल गए मुस्का जदों कोत कमाली वेखिया जदों कोत कमाली वेखिया ओदा चित गया हुलसा ते पुज्जा मैली भज के पुज्जा मैली भज के कहा राजे ताई सुना जी अज सचमुच नानक आ गए सा धरती भई हरियावली जिथे मेरा सतगुर बैठा से जत है हरिया जिनी मेरा सतगुर देखिया जा हो जी अज सचमुच नानक आ गए मैं दर्शन आया पा उथे धरत पई हरियावली उथे धरत पई हरियावली अज मैं कर रही खंडा ते चल दर्शन कर लो आप भी चल दर्शन कर लो आप भी हो गुरां दी संग ते दर्शन कर लो आप भी सब भरम भुले खेला उथे आ गए अज निर्दोष जी उथे आ गए अज निर्दोष जी दा तक दे सी नितरा उथे आ गए अज निर्दोष जी हो नदरे रहमत जिस तरफ नानक इशारा कर दिया नदरे रहमत जिस तरफ नानक इशारा कर दिया जर्रे को सूरज किया कतरे को दरिया कर दिया ठगों को सज्जन कार सज्जन भी सज्जन किया बंदों की क्या बात है रीठा भी मीठा कर दिया धन गुरु नानक धन गुरु नानक और जिन्हां ने निगाह मार के एक रीठियां दे रुख दे उपर लगे हुए रीठियां नूं मिठे कर दिता दुनिया दे उपर रीठियां दे रुख बहुत ने पर किसे रीठियां दे रुख नूं मिठे रीठे नहीं लगदे रीठे कदे भी तोड़ के वेखो स्वाद अत कुड़तन हुंदी है बहुत कौड़े हुंदे ने
ਕੋਈ ਮਿਠਾਸ ਨਹੀਂ। ਪਰ ਜਿਸ ਰੀਠੇ ਦੇ ਰੁੱਖ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਇਹਨਾਂ ਨੇਤਰਾਂ ਦੀ ਝਾਤ ਪਾਈ ਨਾ, ਆਪਣੇ ਇਹਨਾਂ ਨੇਤਰਾਂ ਦੀ ਝਾਤ ਪਾਈ, ਉਹ ਰੀਠਿਆਂ ਦੇ ਰੁੱਖ ਨੂੰ ਅੱਜ ਵੀ ਮਿੱਠੇ ਰੀਠੇ ਲੱਗਦੇ ਨੇ। ਗੁਰਦੁਆਰਾ ਰੀਠਾ ਸਾਹਿਬ ਉੱਤਰਾਖੰਡ ਦੀ ਧਰਤੀ, ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਦੇ ਕਿੱਡੇ ਕੁ ਕੌਤਕ ਬੇਅੰਤ ਨੇ, ਕਹੇ ਨਹੀਂ ਜਾ ਸਕਦੇ। ਉਹ ਸਮਰੱਥ ਗੁਰੂ ਹੈ, ਉਹ ਅਕਥ ਗੁਰੂ ਹੈ, ਉਹਦੀ ਮਹਿਮਾ ਕਥੀ ਨਹੀਂ ਜਾ ਸਕਦੀ। ਕੇਵਲ ਤੇ ਕੇਵਲ ਗਾਉਣ ਦਾ ਯਤਨ ਕਰ ਸਕਦੇ ਆ, ਕਦੇ ਪੂਰੀ ਮਹਿਮਾ ਮਹਾਰਾਜ ਜੀ ਵਡਿਆਈ ਅਸੀਂ ਕਰ ਨਹੀਂ ਸਕਦੇ। ਤੁਸੀਂ ਬੜੇ ਪਿਆਰ ਨਾਲ ਬਹਿ ਕੇ ਇਤਿਹਾਸ ਸਰਵਣ ਕਰ ਰਹੇ ਹੋ। ਆਓ ਸਾਧ ਸੰਗਤ, ਅੱਗੇ ਕੀ ਹੋਇਆ? ਮਹਾਰਾਜ ਜੀ ਨੇ ਜਾ ਕੇ ਆਪਣੇ ਚਰਨ ਪਾਏ, ਬਾਗ ਟਰਕਣ ਤੇ ਮਹਿਕਣ ਲੱਗ ਪਿਆ। ਬਾਗ ਦਾ ਮਾਲੀ ਹੈਰਾਨ ਹੋ ਗਿਆ ਵੀ ਇਹ ਕੋ ਸਾਧੂ ਅਨੋਖਾ ਆਇਆ ਜਾਪਦਾ ਹੈ, ਜਿਹਦੇ ਆਉਣ ਦੇ ਨਾਲ ਏਡੀਆਂ ਮਹਿਕਾਂ ਖਿਲਰ ਗਈਆਂ, ਜਿਹਦੇ ਆਉਣ ਦੇ ਨਾਲ ਬਾਗ ਵਿੱਚ ਹਰੀ ਹਰਿਆਈ ਦਿਸਣ ਲੱਗ ਪਈ। ਇਹ ਬਾਗ ਅੰਦਰ ਬਸੰਤ ਰੁੱਤ ਦੁਆਰਾ ਮੁੜ ਕੇ ਆ ਗਈ। ਇਹ ਭਲਾ ਕੌਣ ਹੋ ਸਕਦਾ ਹੈ? ਉਹਦੇ ਮਨ ਵਿੱਚ ਆਇਆ ਵੀ ਜਿਸ ਗੁਰੂ ਨੂੰ ਰਾਜਾ ਯਾਦ ਕਰਦਾ ਹੈ, ਜਿਸ ਗੁਰੂ ਦੇ ਰਾਜਾ ਦਰਸ਼ਨ ਚਾਹੁੰਦਾ ਹੈ, ਲੱਗਦਾ ਉਹ ਗੁਰੂ ਅੱਜ ਬਾਗਾਂ ਵਿੱਚ ਆ ਗਿਆ। ਲਓ ਜੀ, ਭੱਜਾ ਗਿਆ, ਰਾਜੇ ਨੂੰ ਜਾ ਕੇ ਖਬਰ ਕਰਦਾ, ਰਾਜਨ ਤੇਰੇ ਬਾਗਾਂ ਦੇ ਅੰਦਰ ਅੱਜ ਗੁਰੂ ਨਾਨਕ ਸੱਚਮੁੱਚ ਆਪ ਆ ਗਿਆ। ਮੈਂ ਦਰਸ਼ਨ ਕਰਕੇ ਆਇਆ, ਤੂੰ ਵੀ ਜਾ ਕੇ ਦਰਸ਼ਨ ਪਾ ਲੈ। ਰਾਜਾ ਕਹਿਣ ਲੱਗਾ ਵੀ ਮੈਂ ਨਹੀਂ ਮੰਨਦਾ ਵੀ ਗੁਰੂ ਨਾਨਕ ਆਇਆ ਹੈ। ਉਹਦਾ ਕਾਰਨ ਕੀ ਹੈ? ਸਾਧ ਸੰਗਤ, ਮਾਲੀ ਨੇ ਆ ਕੇ ਕਿਹਾ ਵੀ ਰਾਜਾ ਗੁਰੂ ਨਾਨਕ ਆਇਆ ਹੈ, ਤੇ ਰਾਜਾ ਜਿਹੜਾ ਉਹ ਮੰਨਦਾ ਨਹੀਂ, ਵੀ ਮੈਂ ਨਹੀਂ ਮੰਨਦਾ ਵੀ ਗੁਰੂ ਨਾਨਕ ਆਪ ਆਇਆ ਹੈ। ਇਹਦਾ ਕਾਰਨ ਕੀ ਹੈ? ਕਿਉਂਕਿ ਜਦੋਂ ਉੱਥੇ ਲਾਗੇ ਛਾਗੇ ਦੇ ਸਾਧੂਆਂ ਨੂੰ ਪਤਾ ਲੱਗਾ ਨਾ, ਉੱਥੇ ਲਾਗੇ ਛਾਗੇ ਦੇ ਜਿੰਨੇ ਵੀ ਸਾਧੂ ਸੰਤ ਸੀ ਉਹਨਾਂ ਨੂੰ ਪਤਾ ਲੱਗਾ ਵੀ ਰਾਜਾ ਸ਼ਿਵਨਾਭ ਗੁਰੂ ਨਾਨਕ ਦੇ ਦਰਸ਼ਨ ਚਾਹੁੰਦਾ ਹੈ, ਵੀ ਗੁਰੂ ਨਾਨਕ ਮੈਨੂੰ ਆਣ ਕੇ ਮਿਲੇ। ਪਰ ਉਹਨੇ ਕਦੇ ਗੁਰੂ ਨਾਨਕ ਨੂੰ ਦੇਖਿਆ ਨਹੀਂ, ਉਹਨੂੰ ਪਤਾ ਨਹੀਂ ਵੀ ਗੁਰੂ ਨਾਨਕ ਕਿਹੋ ਜਿਹਾ ਹੈ। ਤੇ ਜਿੰਨੇ ਵੀ ਸਾਧੂ ਸੀ ਨਾ, ਭੇਖ ਧਾਰ ਕੇ, ਪਖੰਡੀ ਝੂਠ ਬੋਲ ਕੇ ਰਾਜੇ ਦੇ ਦਰਬਾਰ ਵਿੱਚ ਆਉਂਦੇ ਤੇ ਕਹਿੰਦੇ ਵੀ ਅਸੀਂ ਗੁਰੂ ਨਾਨਕ ਆ। ਬੜੇ ਇਦਾਂ ਆਏ, ਕਹਿੰਦੇ ਅਸੀਂ ਗੁਰੂ ਨਾਨਕ ਆ। ਉਹਨਾਂ ਨੂੰ ਕੀ ਲਾਲਚ ਸੀ ਵੀ ਸਾਨੂੰ ਰਾਜਾ ਸਤਿਕਾਰ ਦਊ, ਸਾਨੂੰ ਰਾਜਾ ਮਾਇਆ ਦਊ, ਸਾਡੇ ਕੋਲ ਰਾਜਾ ਚੰਗੇ ਚੰਗੇ ਪਦਾਰਥ ਲੈ ਕੇ ਆਊ, ਹੀਰੇ ਜਵਾਹਰਾਤ ਲੈ ਕੇ ਆਊ, ਸਾਡੀ ਚੰਗੀ ਸੇਵਾ ਹੋ ਜਾਣੀ ਆ। ਉਹ ਗੁਰੂ ਨਾਨਕ ਆਪਣੇ ਆਪ ਨੂੰ ਕਹਾਉਂਦੇ ਰਾਜੇ ਦੇ ਕੋਲ ਜਾਂਦੇ। ਜਦੋਂ ਰਾਜੇ ਨੇ 2 3 4 ਜਣੇ ਨੂੰ ਮੱਥੇ ਟੇਕ ਲੈਣਾ ਇਦਾਂ, ਫਿਰ ਉਹਨੂੰ ਪਤਾ ਲੱਗਣ ਲੱਗ ਪਿਆ ਵੀ ਤਾਂ ਝੂਠੇ ਬਣ ਕੇ ਆਉਂਦੇ ਆ, ਅਸਲੀ ਗੁਰੂ ਨਾਨਕ ਤੇ ਆਇਆ ਹੀ ਨਹੀਂ। ਫਿਰ ਉਹਨੇ ਕਿਹਾ ਵੀ ਮੈਂ ਇਹਦਾ ਇਕੱਲੇ ਨੂੰ ਮੱਥਾ ਨਹੀਂ ਟੇਕਣਾ, ਮੇਰਾ ਇਹ ਸਿਰ ਜੇ ਝੁਕੂਗਾ ਤੇ ਧੰਨ ਗੁਰੂ ਨਾਨਕ ਮਹਾਰਾਜ ਦੇ ਚਰਨਾਂ ਵਿੱਚ ਝੁਕੇਗਾ, ਹੋਰ ਕਿਤੇ ਨਹੀਂ। ਇਸ ਕਰਕੇ ਹੁਣ ਮੈਂ ਗੁਰੂ ਨਾਨਕ ਸਾਹਿਬ ਨੂੰ ਮੱਥਾ ਟੇਕਾਂਗਾ। ਜਿਹੜੇ ਬਾਕੀ ਪਖੰਡੀ ਆਏ ਨੇ, ਇਹਨਾਂ ਨੂੰ ਆਪਾਂ ਇਦਾਂ ਮੱਥਾ ਨਹੀਂ ਟੇਕਣਾ, ਪਹਿਲਾਂ ਆਪਾਂ ਪਰਖ ਕਰਨੀ ਹੈ ਵੀ ਗੁਰੂ ਨਾਨਕ ਹੈ ਕਿ ਨਹੀਂ। ਕਿਉਂਕਿ ਜਿਹੜਾ ਗੁਰੂ ਨਾਨਕ ਹੋਏਗਾ ਉਹ ਪੂਰਾ ਹੋਏਗਾ। ਜਿਹੜਾ ਗੁਰੂ ਨਾਨਕ ਹੋਏਗਾ ਉਹਦੇ ਵਿਕਾਰਾਂ ਤੇ ਕਬਜ਼ਾ ਪਾਇਆ ਹੋਏਗਾ। ਜਿਹੜਾ ਗੁਰੂ ਨਾਨਕ ਹੋਏਗਾ ਉਹਨੇ ਆਪਣੀਆਂ ਇੰਦਰੀਆਂ ਨੂੰ, ਆਪਣੇ ਮਨ ਨੂੰ ਸਾਧਿਆ ਹੋਏਗਾ, ਉਹ ਕਿਸੇ ਚੀਜ਼ ਤੇ ਡੋਲੇਗਾ ਨਹੀਂ। ਇਹਨੇ ਕੀ ਕਰਨਾ? ਜਿਹੜਾ ਸਾਧੂ ਆਉਣਾ ਨਾ, ਉਹਨੂੰ ਪਹਿਲਾਂ ਦੁੱਧ ਦਾ ਕਟੋਰਾ ਭਰ ਕੇ ਭੇਜਣਾ। ਜੇ ਤੇ ਦੁੱਧ ਪੀਣਾ ਮਜਨੂ ਹੋਵੇ ਫਿਰ ਤੇ ਦੁੱਧ ਦਾ ਕਟੋਰਾ ਫੜ ਲੈਂਦਾ ਹੈ। ਜੇ ਨਹੀਂ ਫੜਦਾ ਤੇ ਅਗਲੀ ਵਾਰ ਉਹਨੂੰ ਹੀਰੇ ਜਵਾਹਰਾਤ ਦਾ ਥਾਲ ਭਰ ਕੇ ਭੇਜਦਾ। ਉਹ ਹੀਰੇ ਜਵਾਹਰਾਤ ਵੇਖ ਕੇ ਬਹੁਤੇ ਡੋਲ ਜਾਂਦੇ ਆ ਵੀ ਮਾਇਆ, ਇੰਨੇ ਹੀਰੇ ਇਹ ਸਾਰੇ ਆਪਣੀ ਝੋਲੀ ਵਿੱਚ ਪਵਾ ਲੈਂਦੇ। ਉਹ ਡੋਲ ਜਾਂਦੇ ਸੀ, ਉਹਨਾਂ ਦਾ ਮਨ ਡੋਲ ਜਾਂਦਾ ਸੀ, ਕਿਉਂਕਿ ਮਨ ਤੇ ਕਾਬੂ ਨਹੀਂ। ਉਹ ਮਾਇਆਧਾਰੀ ਸਨ, ਉਹ ਅਸਲੀ ਨਹੀਂ ਸਨ, ਉਹ ਤੇ ਭੇਖੀ ਸਨ। ਹੁਣ ਸੰਤ ਕੱਲੇ ਲਿਬਾਸ ਦਾ ਨਾਮ ਨਹੀਂ ਹੈਗਾ, ਇਹ ਵੀ ਗੱਲ ਸੁਣਿਓ। ਜਿਹੜਾ ਸੰਤ ਹੈ ਨਾ, ਸੰਤ ਸ਼ਬਦ, ਜੇ ਕਿਸੇ ਨੇ ਚੋਲਾ ਪਾ ਲਿਆ, ਉਹਨੇ ਸਿਰ ਦੇ ਉੱਪਰ ਮੰਡੀਰ ਮਾਰ ਲਿਆ, ਉਹਨੂੰ ਅਸੀਂ ਸੰਤ ਨਹੀਂ ਕਹਿ ਸਕਦੇ ਹਰ ਇੱਕ ਨੂੰ। ਵੈਸੇ ਅੱਜ ਕੱਲ ਚੱਲਦਾ ਇਦਾਂ ਹੀ ਹੈ ਵੀ ਜਿਹਨੇ ਚੋਲਾ ਪਾ ਲਿਆ, ਜਿਹਨੇ ਉਹੋ ਜਿਹਾ ਵਸਤਰ ਪਾ ਲਿਆ, ਉਹਨੂੰ ਅਸੀਂ ਹਰ ਇੱਕ ਨੂੰ ਬਾਬਾ ਜੀ, ਸੰਤ ਜੀ ਕਹਿ ਕੇ ਬੁਲਾਉਨੇ। ਸੰਤ ਦੀ ਡੈਫੀਨੇਸ਼ਨ ਕੀ ਹੈ? ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਦੇ ਪੜੋ। ਮਹਾਰਾਜ ਕਹਿੰਦੇ ਜਿਹੜੇ ਬੰਦੇ ਸਵਾਸ ਉਸ ਪ੍ਰਮਾਤਮਾ ਦਾ ਭਜਨ ਕਰਦੇ ਆ ਨਾ, ਜਿਹੜੇ ਉਹਨੂੰ ਸਿਮਰਦੇ ਆ, ਹਰ ਵੇਲੇ ਚੇਤੇ ਵਿੱਚ ਰੱਖਦੇ ਆ, ਅਸਲੀ ਸੰਤ ਉਹ ਨੇ। ਉਹ ਸੰਤ ਨੇ ਜਿਹੜੇ ਉਹਦੀ ਬੰਦਗੀ ਹਰ ਵੇਲੇ ਮਨ ਵਿੱਚ ਸਿਮਰਨ ਚੱਲਦਾ ਹੈ, ਮਨ ਵਿੱਚ ਵਾਹਿਗੁਰੂ ਚੱਲਦਾ ਹੈ, ਕੱਲੇ ਕੱਲੇ ਸਵਾਸ ਦੇ ਨਾਲ ਨਾਮ ਜਪਦੇ, ਉਹ ਸੰਤ ਨੇ। ਸੰਤ ਉਹ ਨਹੀਂ ਹੁੰਦਾ ਜਿਹੜਾ ਭੇਖੀ ਹੋਵੇ। ਹੁਣ ਭੇਖੀ ਸੰਤ ਆਉਂਦੇ ਸੀ ਗੁਰੂ ਨਾਨਕ ਬਣ ਕੇ, ਪਰ ਰਾਜਾ ਕਹਿੰਦਾ ਵੀ ਹੁਣ ਨਹੀਂ ਆਪਾਂ ਕਿਸੇ ਨੂੰ ਮੱਥਾ ਟੇਕਦੇ, ਪਹਿਲਾਂ ਪਤਾ ਲੱਗੇ ਵੀ ਗੁਰੂ ਨਾਨਕ ਅਸਲੀ ਹੈਗਾ ਕਿ ਨਹੀਂ। ਹੁਣ ਜਦੋਂ ਦੂਜੀ ਵਾਰ ਪਰਖ ਕਰਦੇ ਸੀ ਹੀਰੇ ਜਵਾਹਰਾਤਾਂ ਦੇ ਨਾਲ, ਜੇ ਕੋਈ ਹੀਰੇ ਜਵਾਹਰਾਤ ਨਹੀਂ ਸੀ ਲੈਂਦਾ, ਫਿਰ ਤੀਜੀ ਵਾਰ ਰਾਜਾ ਆਪਣੇ ਮਹਿਲਾਂ ਦੀਆਂ ਸੁੰਦਰੀਆਂ ਲੜਕੀਆਂ ਨੂੰ ਤਿਆਰ ਕਰਕੇ ਉਹਨਾਂ ਨੂੰ ਭੇਜਦਾ ਵੀ ਜਾਓ, ਜਿਹੜਾ ਸੰਤ ਮੇਰੇ ਬਾਗਾਂ ਵਿੱਚ ਆਇਆ ਹੈ ਨਾ, ਉਹਦੇ ਸਾਹਮਣੇ ਜਾ ਕੇ ਨਾਚ ਕਰੋ, ਉਹਦੇ ਸਾਹਮਣੇ ਜਾ ਕੇ ਗੀਤ ਗਾਓ। ਜੇ ਤੇ ਹੋਇਆ ਸੱਚਾ
ਜੇ ਤੇ ਮਨ ਤੇ ਹੋਇਆ ਕਾਬੂ ਫਿਰ ਤੇ ਉਹ ਨਹੀਂ ਡੋਲੇਗਾ, ਤੇ ਜੇ ਉਹਦੇ ਅੰਦਰੀਆਂ ਤੇ ਆਪਣਾ ਕਾਬੂ ਨਾ ਹੋਇਆ, ਵਿਕਾਰਾਂ ਤੇ ਕਾਬੂ ਨਾ ਹੋਇਆ, ਫਿਰ ਉਹ ਡੋਲ ਜਾਏਗਾ। ਫਿਰ ਪਤਾ ਲੱਗ ਜੂ ਵੀ ਅਸਲੀ ਗੁਰੂ ਨਾਨਕ ਨਹੀਂ ਹੈਗਾ, ਇਹ ਕੋਈ ਨਕਲੀ ਹੈ। ਇਹ ਪਰਖ ਦਾ ਤਰੀਕਾ ਜਿਹੜਾ ਰਾਜੇ ਨੇ ਅਪਣਾਇਆ ਸੀ। ਹੁਣ ਰਾਜੇ ਨੇ ਆਪਣੇ ਬਾਗ ਦੇ ਮਾਲੀ ਨੂੰ ਕਿਹਾ ਵੀ ਗੱਲ ਇਦਾਂ ਹੈ, ਆਪਾਂ ਕਰਨੀ ਪਹਿਲਾਂ ਪਰਖ, ਫਿਰ ਬਾਅਦ ਵਿੱਚ ਵੇਖਾਂਗੇ ਵੀ ਮੱਥਾ ਟੇਕਣਾ ਕਿ ਨਹੀਂ, ਪਤਾ ਲੱਗ ਜੂ ਗੁਰੂ ਨਾਨਕ ਅਸਲੀ ਹੈ ਕਿ ਨਕਲੀ। ਜਦੋਂ ਰਾਜੇ ਨੇ ਆਪਣੀਆਂ ਬਾਗ ਦੀਆਂ ਸੁੰਦਰੀਆਂ ਨੂੰ ਬੁਲਾਇਆ ਕੋਲ, ਉਹਨਾਂ ਨੂੰ ਕਹਿਣ ਲੱਗਾ ਆਪਣੇ ਪੈਰਾਂ 'ਚ ਪਾਓ ਘੁੰਗਰੂ, ਤਿਆਰ ਹੋ ਕੇ ਸਾਜ ਕੋਲ ਲੈ ਜਾ ਕੇ ਉਸ ਬਾਗ ਵਿੱਚ ਆਏ ਸਾਧੂ ਦੇ ਸਾਹਮਣੇ ਜਾ ਕੇ ਗਾਣੇ ਗਾਓ, ਨਾਚ ਕਰੋ ਤੇ ਸਾਧੂ ਨੂੰ ਜਾ ਕੇ ਡਲਾਉਣ ਦਾ ਯਤਨ ਕਰੋ। ਜਿੱਤ ਡੋਲ ਗਿਆ ਫਿਰ ਤੇ ਝੂਠਾ ਹੋਵੇਗਾ, ਜੇ ਨਾ ਡੋਲਿਆ ਤੇ ਸਮਝਾਂਗੇ ਕਿ ਗੁਰੂ ਨਾਨਕ ਸਾਹਿਬ ਆਪ ਮੈਨੂੰ ਦਰਸ਼ਨ ਦੇਣ ਵਾਸਤੇ ਇਸ ਧਰਤੀ ਤੇ ਚੱਲ ਕੇ ਆਏ ਨੇ। ਹੁਣ ਆਪਣੇ ਬਾਗ ਦੀਆਂ ਇਸਤਰੀਆਂ ਨੂੰ, ਲੜਕੀਆਂ ਨੂੰ ਤਿਆਰ ਹੋ ਕੇ ਜਾਣ ਵਾਸਤੇ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜਾਂ ਦੀ ਪਰਖ ਕਰਨ ਵਾਸਤੇ ਜਿਵੇਂ ਰਾਜਾ ਸ਼ਿਵਨਾਭ ਤੋਰਨ ਲੱਗਿਆ ਆਪਣੇ ਮਹਿਲਾਂ ਦੇ ਵਿੱਚੋਂ, ਉਸ ਸਮੇਂ ਦੀ ਕਵਿਤਾ ਢਾਡੀ ਗੁਰਜੀਤ ਸਿੰਘ ਮੰਡਾਲੀ, ਢਾਡੀ ਜਰਨੈਲ ਸਿੰਘ ਜੋਬਨ, ਸਰੰਗੀ ਮਾਸਟਰ ਸਰਬਜੀਤ ਸਿੰਘ ਤੁਹਾਡੇ ਸਾਹਮਣੇ ਕੁਝ ਹੈ ਇਉਂ ਕਹਿੰਦੇ। ਨਾਨਕ ਪਰਖਣ ਨੂੰ ਹੁਣੇ ਹੀ ਮੇਰੇ ਬਾਗ ਵਿੱਚ ਜਾਓ, ਗੁਰੂ ਨਾਨਕ ਪਰਖਣ ਨੂੰ ਹੁਣੇ ਹੀ ਮੇਰੇ ਬਾਗ ਵਿੱਚ ਜਾਓ। ਜਦ ਸੁਣਿਆ ਰਾਜੇ ਨੇ ਬਾਗ ਵਿੱਚ ਗੁਰੂ ਨਾਨਕ ਜੀ ਆਏ, ਕੀ ਸੱਚਮੁੱਚ ਉਹੀ ਨੇ ਲਵਾਂ ਮੈਂ ਪਹਿਲਾਂ ਵਾਂਗ ਪਰਖਾਏ, ਕੀ ਸੱਚਮੁੱਚ ਉਹੀ ਨੇ ਲਵਾਂ ਮੈਂ ਪਹਿਲਾਂ ਵਾਂਗ ਪਰਖਾਏ। ਗਾ ਕੇ ਸੁੰਦਰੀਆਂ ਨੂੰ, ਜਾ ਕੇ ਹਾਂ ਸੁੰਦਰੀਆਂ ਨੂੰ, ਸਾਰੀਆਂ ਹਾਰ ਸ਼ਿੰਗਾਰ ਲਗਾਓ, ਜਾ ਕੇ ਹਾਂ ਸੁੰਦਰੀਆਂ ਨੂੰ, ਸਾਰੀਆਂ ਹਾਰ ਸ਼ਿੰਗਾਰ ਲਗਾਓ। ਗੁਰੂ ਨਾਨਕ ਪਰਖਣ ਨੂੰ ਹੁਣੇ ਹੀ ਮੇਰੇ ਬਾਗ ਵਿੱਚ ਜਾਓ, ਗੁਰੂ ਨਾਨਕ ਪਰਖਣ ਨੂੰ ਹੁਣੇ ਹੀ ਮੇਰੇ ਬਾਗ ਵਿੱਚ ਜਾਓ। ਮਜਨੂ ਸੀ ਅੱਗੇ ਬਣ ਗੁਰੂ ਨਾਨਕ ਆਏ, ਸਭ ਸੁਧ ਬੁੱਧ ਖੋ ਬੈਠੇ ਨਜ਼ਰ ਦੇ ਤਿਰਛੇ ਬਾਣ ਚਲਾਏ, ਸਭ ਸੁਧ ਬੁੱਧ ਖੋ ਬੈਠੇ ਨਜ਼ਰ ਦੇ ਤਿਰਛੇ ਬਾਣ ਚਲਾਏ। ਹੁਣ ਵੀ ਕੋਈ ਐਸਾ ਹੀ, ਹੁਣ ਵੀ ਕੋਈ ਐਸਾ ਹੀ ਹੁਸਨ ਦਾ ਜਾ ਕੇ ਜਾਲ ਵਿਛਾਓ,
ਗੁਰੂ ਨਾਨਕ ਪਰਖਣ ਨੂੰ ਹੁਣੇ ਹੀ ਮੇਰੇ ਬਾਗ ਵਿੱਚ ਜਾਓ। ਗੁਰੂ ਨਾਨਕ ਪਰਖਣ ਨੂੰ ਹੁਣੇ ਹੀ ਮੇਰੇ ਬਾਗ ਵਿੱਚ ਜਾਓ। ਮੇਰਾ ਸਤਿਗੁਰ ਪਰਖਣ ਨੂੰ ਤੁਰੀਆਂ ਸੰਗਲਾ ਦੀਪ ਦੀਆਂ ਜਾਈਆਂ ਹੋ ਪੱਬ ਧਰਦੀਆਂ ਧਰਤੀ ਤੁਰਦੀਆਂ ਜੋ ਪਾਣੀ ਮੁਰਗਾਈਆਂ ਮੇਰਾ ਸਤਿਗੁਰ ਪਰਖਣ ਨੂੰ ਤੁਰੀਆਂ ਸੰਗਲਾ ਦੀਪ ਦੀਆਂ ਜਾਈਆਂ ਪੱਬ ਧਰਦੀਆਂ ਧਰਤੀ ਤੇ ਤੁਰਦੀਆਂ ਜੋ ਪਾਣੀ ਮੁਰਗਾਈਆਂ ਪੱਬ ਧਰਦੀਆਂ ਧਰਤੀ ਤੇ ਤੁਰਦੀਆਂ ਜੋ ਪਾਣੀ ਮੁਰਗਾਈਆਂ ਮਨ ਚੰਚਲ ਹੋ ਜਾਏ ਮਨ ਚੰਚਲ ਹੋ ਜਾਏ ਜਾकर ऐसे नगमे गाओ मन चंचल हो जाए जाकर ऐसे नगमे गाओ। ਗੁਰੂ ਨਾਨਕ ਪਰਖਣ ਨੂੰ ਹੁਣੇ ਹੀ ਮੇਰੇ ਬਾਗ ਵਿੱਚ ਜਾਓ। ਗੁਰੂ ਨਾਨਕ ਪਰਖਣ ਨੂੰ ਹੁਣੇ ਹੀ ਮੇਰੇ ਬਾਗ ਵਿੱਚ ਜਾਓ। ਅੱਜ ਜੋਬਨ ਮਦਮਤੀਆਂ ਚੰਚਲ ਸ਼ੋਕ ਸੁੰਦਰ ਮੁਟਿਆਰਾ ਜਦ ਭਾਗ ਜਿਆ ਵੜੀਆਂ ਪਾਈਆਂ ਬੰਗਾਂ ਨੇ ਛਣਕਾਰਾ ਪਾਈਆਂ ਬੰਗਾਂ ਨੇ ਛਣਕਾਰਾ ਜਦ ਭਾਗ ਜਿਆ ਵੜੀਆਂ ਪਾਈਆਂ ਬੰਗਾਂ ਨੇ ਛਣਕਾਰਾ निर्दोष बनन दोषी निर्दोष बनन दोषी लगियां ऐसा करने पाओ। ਗੁਰੂ ਨਾਨਕ ਪਰਖਣ ਨੂੰ ਹੁਣੇ ਹੀ ਮੇਰੇ ਬਾਗ ਵਿੱਚ ਜਾਓ। ਗੁਰੂ ਨਾਨਕ ਪਰਖਣ ਨੂੰ ਹੁਣੇ ਹੀ ਮੇਰੇ ਬਾਗ ਵਿੱਚ ਜਾਓ। ਗੁਰੂ ਨਾਨਕ ਪਰਖਣ ਨੂੰ ਹੁਣੇ ਹੀ ਮੇਰੇ ਬਾਗ ਵਿੱਚ ਜਾਓ। निर्दोष बनन दोषी जाकर ऐसे नगमे गाओ। गुरु नानक परखण ਨੂੰ ਹੁਣੇ ਹੀ ਮੇਰੇ ਬਾਗ ਵਿੱਚ ਜਾਓ। ਰਾਜਾ ਸ਼ਿਵਨਾਥ ਸਿੰਘਲਾਦੀਪ ਦੀ ਰਿਆਸਤ ਦਾ ਰਾਜਾ ਕਹਿਣ ਲੱਗਾ ਆਪਣੀਆਂ ਦਰਬਾਰ ਦੀਆਂ ਸੁੰਦਰੀਆਂ ਨੂੰ
ਆਪਣੇ ਮਹਿਲਾਂ ਦੀਆਂ ਲੜਕੀਆਂ ਨੂੰ ਵੀ ਤੁਸੀਂ ਤਿਆਰ ਹੋ ਕੇ ਜਾਓ, ਜਿਹੜਾ ਬਾਗ ਵਿੱਚ ਗੁਰੂ ਨਾਨਕ ਆਇਆ ਹੈ ਉਹਦੀ ਪਰਖ ਕਰੋ ਜਾ ਕੇ ਵੀ ਅਸਲ ਵਿੱਚ ਗੁਰੂ ਨਾਨਕ ਆਇਆ ਕਿ ਕੋਈ ਹੋਰ ਹੈ। ਲਓ ਜੀ, ਉਹ ਤਿਆਰ ਹੋ ਕੇ ਪੈਰਾਂ 'ਚ ਘੁੰਗਰੂ, ਬਾਹਾਂ ਵਿੱਚ ਬੰਗਾ ਪਾ ਕੇ, ਸਾਜ਼ ਆਪਣੇ ਨਾਲ ਲੈ ਕੇ ਬਾਗ ਵਿੱਚ ਪਹੁੰਚ ਗਈਆਂ। ਜਾ ਕੇ ਗਾਉਣ ਲੱਗੀਆਂ, ਜਾ ਕੇ ਨੱਚਣ ਲੱਗੀਆਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਡਲਾਉਣ ਦਾ ਯਤਨ ਕੀਤਾ ਜਾ ਰਿਹਾ, ਪਰ ਸੱਚੇ ਪਾਤਸ਼ਾਹ ਮਹਾਰਾਜ ਨੇ ਕਰ ਲਿਆ ਨੇਤਰ ਬੰਦ। ਭਾਈ ਮਰਦਾਨਾ ਸੰਗ ਬੈਠਾ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀਆਂ ਵਾਰਾਂ ਅੰਦਰ ਅੰਕਿਤ ਕੀਤਾ ਹੈ ਨਾ, ਉਹ ਕਹਿੰਦੇ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਇੱਕ ਬਾਬਾ ਅਕਾਲ ਰੂਪ, ਅਕਾਲ ਦਾ ਰੂਪ, ਨਾਨਕ ਨਾਮ ਖੁਦਾਏ ਦਾ, ਆਪ ਨਾਰਾਇਣ ਕਲਾ ਧਾਰ, ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਕੱਲ ਤਾਰਨ ਗੁਰੂ ਨਾਨਕ ਆਇਆ, ਕਲਯੁਗ ਨੂੰ ਤਾਰਨ ਲਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਹ ਦੁਨੀਆ ਤੇ ਅਵਤਾਰ ਲੈ ਕੇ ਆਏ। ਜਦੋਂ ਸਿੱਧਾਂ ਕੋਲ ਗਏ ਸੀ, ਸਿੱਧਾਂ ਨੇ ਬੜੇ ਸਵਾਲ ਕੀਤੇ। 84 ਸਿੱਧ ਸਨ ਇਕੱਠੇ ਹੋ ਕੇ ਬੈਠੇ, 84 ਸਿੱਧ ਜਿਨ੍ਹਾਂ ਕੋਲ ਰਿੱਧੀਆਂ ਸਿੱਧੀਆਂ ਦੀ ਘਾਟ ਨਹੀਂ ਸੀ, ਉਹਨਾਂ ਸਵਾਲ ਕੀਤੇ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਵਾਬ ਦਿੱਤੇ। ਸਿੱਧ ਗੋਸ਼ਟ ਨਾਮ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਉਹਦੇ ਵਿੱਚੋਂ ਸਾਰੇ ਸਵਾਲ ਜਵਾਬ ਬਾਣੀ ਰੂਪ ਵਿੱਚ ਮਹਾਰਾਜ ਨੇ ਸਾਨੂੰ ਲਿਖ ਕੇ ਦਿੱਤੇ ਨੇ। ਤੇ ਸਾਧ ਸੰਗਤ ਜਦੋਂ ਸਵਾਲ ਜਵਾਬ ਕੀਤੇ ਤੇ ਭਾਈ ਗੁਰਦਾਸ ਸਾਹਿਬ ਨੇ ਉੱਥੇ ਅੰਕਿਤ ਕੀਤਾ 12 ਦੇ ਵਿੱਚ, ਉਹ ਕਹਿੰਦੇ ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਉਹਨਾਂ ਸਿੱਧਾਂ ਨੂੰ ਕਹਿਣਾ ਪੈ ਗਿਆ ਵੀ ਧੰਨ ਨਾਨਕ ਤੇਰੀ ਵੱਡੀ ਕਮਾਈ, ਐਡੀ ਕਮਾਈ ਮਹਾਨ। 84 ਸਿੱਧਾਂ ਨੇ ਹੱਥ ਜੋੜ ਕੇ ਕਿਹਾ ਇਹ ਕੋਈ ਛੋਟੀ ਮੋਟੀ ਬਾਤ ਨਹੀਂ। ਇੱਕ ਬਾਦਸ਼ਾਹ ਜਿਹਦੇ ਕੋਲ ਲੱਖਾਂ ਫੌਜਾਂ ਨੇ, ਲੱਖਾਂ ਫੌਜਾਂ ਦਾ ਮਾਲਕ ਬਾਬਰ ਬਾਦਸ਼ਾਹ ਸਾਹਮਣੇ ਖੜੋਤਾ ਹੋਵੇ ਤੇ ਤੁਹਾਡਾ ਗੁਰੂ ਨਾਨਕ ਸਾਹਮਣੇ ਮਰਦਾਂ ਵਾਂਗ ਡਟ ਕੇ ਉਂਗਲ ਕਰਕੇ ਕਹੇ ਬਾਬਰ ਤੂੰ ਬਾਬਰ ਨਹੀਂ ਤੂੰ ਜਾਬਰ ਹੈ, ਇਹ ਕੀ ਹੈ? ਇਹ ਕੋਈ ਫਕੀਰੀ ਲਿਬਾਸ ਨਹੀਂ, ਇਹ ਹੈ ਮਰਦ ਦੀ ਗੱਲ, ਇਹ ਹੈ ਸੂਰਮੇ ਦੀ ਗੱਲ। ਗੁਰੂ ਨਾਨਕ ਕੱਲਾ ਫਕੀਰ ਨਹੀਂ, ਗੁਰੂ ਨਾਨਕ ਕੱਲਾ ਮਾਲਾ ਫੇਰਨ ਵਾਲਾ ਨਹੀਂ, ਗੁਰੂ ਨਾਨਕ ਮਰਦ ਹੈ, ਗੁਰੂ ਨਾਨਕ ਸੂਰਮਾ ਹੈ, ਉਹਦੇ ਅੰਦਰ ਨਿਡਰਤਾ ਹੈ, ਉਹਦੇ ਅੰਦਰ ਨਿਰਭੈਤਾ ਹੈ, ਉਹ ਡਰ ਤੋਂ ਰਹਿਤਾ ਹੈ। ਕਿਉਂਕਿ ਸਾਡੀ ਬਾਣੀ ਕਹਿੰਦੀ ਹੈ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨ ਧਿਆਨ। ਜਿਹੜਾ ਸਿੱਖ ਹੈ ਨਾ ਕਿਸੇ ਨੂੰ ਡਰ ਦਿੰਦਾ ਹੈ, ਨਾ ਡਰ ਕਿਸੇ ਦਾ ਰੱਖਦਾ ਹੈ। ਲਓ ਜੀ, ਆਖਰੀ ਬਣ ਗਈ ਤੁਹਾਡੇ ਸਾਹਮਣੇ ਕਹਿਣੀ, ਪ੍ਰਸੰਗ ਦੀ ਸਮਾਪਤੀ ਕਰ ਦੇਣੀ ਹੈ ਆਪਾਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਕੋਲੋਂ ਸੁੰਦਰੀਆਂ ਆਈਆਂ, ਨੱਚਣ ਲੱਗੀ। ਹੁਣ ਨੱਚ ਕੇ ਯਤਨ ਕੀਤਾ ਜਾ ਰਿਹਾ ਕਿ ਗੁਰੂ ਨਾਨਕ ਡੋਲ ਜਾਏ। ਅਸਲੀ ਸਾਧੂ ਹੋਵੇ ਤੇ ਨਾ ਡੋਲੇ, ਨਕਲੀ ਹੋਵੇ ਤੇ ਡੋਲ ਜਾਏ। ਪੂਰਾ ਟਿਲ ਲਾਇਆ, ਪੈਰਾਂ 'ਚ ਟੁੱਟ ਕੇ ਘੁੰਗਰੂ ਡਿੱਗ ਪਿਆ ਧਰਤੀ ਤੇ। ਉਹ ਥੱਕ ਗਈਆਂ, ਉਹਨਾਂ ਦੇ ਪੈਰਾਂ ਵਿੱਚ ਆਪਣੇ ਘੁੰਗਰੂ ਲੱਗ ਕੇ ਪੈਰਾਂ ਵਿੱਚੋਂ ਲਹੂ ਵਗਣ ਲੱਗਿਆ, ਬੰਗਾਂ ਟੁੱਟ ਗਈਆਂ, ਘੁੰਗਰੂ ਟੁੱਟ ਗਏ, ਉਹ ਥੱਕ ਗਈਆਂ। ਉਹਨਾਂ ਪੂਰਾ ਟਿਲ, ਪੂਰਾ ਜ਼ੋਰ ਲਾ ਲਿਆ। ਜਦੋਂ ਮਹਾਰਾਜ ਨੇ ਨੇਤਰ ਨਾ ਖੋਲੇ, ਉਸੇ ਤਰ੍ਹਾਂ ਨਾਨਕ ਨੂਰ ਬੈਠਾ ਰਿਹਾ, ਐਂ ਚੌਂਕੜਾ ਲਾ ਕੇ, ਸਮਾਧੀ ਲਾ ਕੇ। ਤੇ ਹੋਇਆ ਕੀ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਐਨ ਉਦੋਂ ਨੇਤਰ ਖੋਲਦੇ ਨੇ ਜਦੋਂ ਇਹ ਸਾਰੀਆਂ ਥੱਕ ਕੇ ਮਹਾਰਾਜ ਦੇ ਸਾਹਮਣੇ ਆ ਗਈਆਂ। ਫਿਰ ਸੱਚੇ ਪਾਤਸ਼ਾਹ ਨੇ ਨੇਤਰ ਖੋਲੇ, ਇਹਨਾਂ ਸਾਰੀਆਂ ਨੇ ਮਹਾਰਾਜ ਜੀ ਦੇ ਕੋਲ ਆਣ ਕੇ, ਸੱਚੇ ਪਾਤਸ਼ਾਹ ਦੇ ਕੋਲ ਬਹਿ ਕੇ ਆਪਣੇ ਨੇਤਰ ਭਰ ਲਏ। ਤੇ ਮਹਾਰਾਜ ਜੀ ਆਪਣੀ ਜ਼ੁਬਾਨ ਵਿੱਚੋਂ ਪਤਾ ਕੀ ਬੋਲੇ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ 31 ਰਾਗ ਨੇ, 31 ਵਿੱਚੋਂ ਇੱਕ ਰਾਗ ਹੈ ਬਸੰਤ ਰਾਗ। 1187 ਅੰਗ ਤੇ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਆਉਂਦਾ ਹੈ। ਮਹਾਰਾਜ ਕਹਿੰਦੇ ਗਾਸੋ ਪੁੱਤਰੀ ਰਾਜ ਕੁਆਰ, ਨਾਮ ਪੜ੍ਹੋ ਸੱਚ ਦੋਤ ਸਵਾਰ, ਪ੍ਰਿਯ ਸੇਵਹੁ ਪ੍ਰਭ ਪ੍ਰੇਮ ਆਧਾਰ, ਗੁਰ ਸ਼ਬਦੀ ਬੇਖਤ ਆਸ ਨਿਵਾਰ। ਇਹ ਪਤਾ ਮਤਲਬ ਪਤਾ ਕੀ ਹੈ? ਮਹਾਰਾਜ ਨੇ ਕਿਹਾ ਗਾਸੋ ਪੁੱਤਰੀ, ਪੁੱਤਰੀ ਦਾ ਮਤਲਬ ਧੀ, ਮੇਰੀਆਂ ਧੀਆਂ, ਮੇਰੀਆਂ ਪੁੱਤਰੀਆਂ। ਉਹ ਜਿਨ੍ਹਾਂ ਲੜਕੀਆਂ ਨੂੰ ਕਦੇ ਕਿਸੇ ਨੇ ਧੀਆਂ ਕਹਿ ਕੇ ਨਹੀਂ ਸੀ ਨਵਾਜਿਆ, ਜਿਨ੍ਹਾਂ ਲੜਕੀਆਂ ਨੂੰ ਕਦੇ ਉਹਨਾਂ ਦੇ ਘਰਦਿਆਂ ਨੇ ਵੀ ਧੀਆਂ ਵਾਲਾ ਪਿਆਰ ਨਹੀਂ ਸੀ ਦਿੱਤਾ, ਅੱਜ ਤੁਹਾਡੇ ਗੁਰੂ ਨਾਨਕ ਨੇ ਉਹ ਸ਼੍ਰੀਲੰਕਾ ਵਿੱਚ ਜਾ ਕੇ ਉਹਨਾਂ ਨਾਚ ਕਰਨ ਵਾਲੀਆਂ ਲੜਕੀਆਂ ਨੂੰ ਆਪਣੀਆਂ ਧੀਆਂ ਕਹਿ ਕੇ ਸੰਬੋਧਨ ਕੀਤਾ। ਧੀਆਂ ਕਹਿ ਕੇ ਇੱਕ ਕਿਰਦਾਰ ਹੈ ਗੁਰੂ ਨਾਨਕ ਦਾ, ਤੇ ਸਿੱਖਾਂ ਦਾ ਕਿਰਦਾਰ ਵੀ ਇਹੋ ਜਿਹਾ ਹੋਣਾ ਚਾਹੀਦਾ। ਕਹਿੰਦੇ ਗਾਸੋ ਪੁੱਤਰੀ ਰਾਜ ਕੁਆਰ, ਕਹਿੰਦੇ ਧੀਓ ਆ ਦੁਨਿਆਵੀ ਗਾਣੇ ਗਾ ਕੇ, ਆ ਦੁਨੀਆ ਵਿੱਚ ਨੱਚ ਕੇ ਲੱਚਰਤਾ ਨਾਲ ਕੁਝ ਨਹੀਂ ਮਿਲਣਾ। ਜੇ ਗਾਉਣਾ ਹੈ ਉਹ ਪ੍ਰਮਾਤਮਾ ਦੇ ਗੀਤ ਗਾਓ, ਜੇ ਗਾਉਣੇ ਨੇ ਉਸ ਅਕਾਲ ਪੁਰਖ ਦੇ ਗੀਤ ਗਾਓ। ਗਾਸੋ ਪੁੱਤਰੀ ਰਾਜ ਕੁਆਰ, ਨਾਮ ਪੜ੍ਹੋ ਸੱਚ ਦੋਤ ਸਵਾਰ। ਸੱਚ ਨੂੰ ਅੰਦਰ ਟਿਕਾ ਕੇ ਨਾਮ ਨੂੰ ਭਜੋ, ਨਾਮ ਨੂੰ ਸਿਮਰੋ। ਪ੍ਰਿਯ ਸੇਵਹੁ ਪ੍ਰਭ ਪ੍ਰੇਮ ਆਧਾਰ, ਉਹ ਪਤੀ ਪਰਮੇਸ਼ਰ ਨੂੰ ਸੇਵਾ ਕਰੋ ਪ੍ਰੇਮ ਦੇ ਨਾਲ, ਪਿਆਰ ਦੇ ਨਾਲ।
ਗੁਰ ਸ਼ਬਦੀ ਬਿਖ ਇਤਿਹਾਸ ਨਿਵਾਰ। ਗੁਰੂ ਦੇ ਸ਼ਬਦ ਦੇ ਨਾਲ ਆਪਣੇ ਮਨ ਦੀ ਬਿਖ ਇਤਿਹਾਸ ਵਿਕਾਰ ਦੂਰ ਕਰੋ, ਉਹਨਾਂ ਨੂੰ ਆਪਣੇ ਮਨ ਵਿੱਚੋਂ ਦੂਰ ਕਰ ਦਿਓ, ਮੁਕਾ ਦਿਓ, ਖਤਮ ਕਰ ਦਿਓ। ਸੱਚੇ ਪਾਤਸ਼ਾਹ ਦੇ ਚਰਨਾਂ ਦੇ ਅੰਦਰ ਨੇਤਰਾਂ ਵਿੱਚੋਂ ਜਲ ਕੇ ਇਹਨਾਂ ਸਾਰੀਆਂ ਨੇ ਮਹਾਰਾਜ ਦੇ ਨੇਤਰਾਂ ਦੇ ਜਲ ਦੇ ਨਾਲ ਮਹਾਰਾਜ ਦੇ ਚਰਨ ਧੋ ਦਿੱਤੇ, ਚਰਨ ਧੋ ਦਿੱਤੇ ਮਹਾਰਾਜ ਜੀਆਂ ਦੇ। ਸੱਚੇ ਪਾਤਸ਼ਾਹ ਦਾ ਪਤਾ ਲੱਗ ਗਿਆ ਵੀ ਅਸਲੀ ਗੁਰੂ ਨਾਨਕ ਹੈ। ਲਓ ਜੀ, ਉਹ ਸਾਰੀਆਂ ਭੱਜ ਕੇ ਰਾਜੇ ਕੋਲ ਗਈਆਂ, ਰਾਜਾ ਸ਼ਿਵਨਾਥ ਦੇ ਦਰਬਾਰ ਵਿੱਚ ਗਈਆਂ। ਕਹਿੰਦੀਆਂ ਰਾਜਨ, ਅੱਜ ਜਿਹੜਾ ਤੇਰੇ ਬਾਗ ਵਿੱਚ ਸਾਧੂ ਆਇਆ ਹੈ ਨਾ, ਉਹ ਨਕਲੀ ਨਹੀਂ। ਅੱਗੇ ਨਕਲੀ ਆਉਂਦੇ ਸੀ, ਅੱਜ ਉਹ ਨਕਲੀ ਨਹੀਂ, ਅੱਜ ਉਹ ਭੇਖੀ ਨਹੀਂ, ਅੱਜ ਉਹ ਗੁਰੂ ਨਾਨਕ ਨਿਰੰਕਾਰੀ ਆਪ ਤੈਨੂੰ ਦਰਸ਼ਨ ਦੇਣ ਵਾਸਤੇ ਬਾਗਾਂ ਵਿੱਚ ਆ ਗਿਆ ਹੈ। ਤੂੰ ਕਾਹਲੇ ਕਦਮੀ ਜਾ, ਦੇਰੀ ਨਾ ਕਰ, ਜਾ ਕੇ ਮਹਾਰਾਜ ਦੇ ਦਰਸ਼ਨ ਕਰ। ਰਾਜਨ, ਉਹ ਸਾਨੂੰ ਸਾਡੇ ਘਰਦਿਆਂ ਨੇ ਸਤਿਕਾਰ ਨਹੀਂ ਦਿੱਤਾ, ਸਾਨੂੰ ਜਿੱਥੋਂ ਵੀ ਲੋਕ ਲੰਘਦੇ ਸਾਂ ਬੁਰੀ ਨਿਗਾਹ ਨਾਲ ਤੱਕਦੇ ਸੀ। ਉਹ ਤੇ ਐਸਾ ਪੀਰ ਆਇਆ ਜਿਹਨੇ ਸਾਨੂੰ ਧੀਆਂ ਕਹਿ ਕੇ ਨਵਾਜਿਆ, ਤੇ ਉਹ ਅਸਲੀ ਗੁਰੂ ਨਾਨਕ ਹੈ। ਸਾਡੇ ਨੇਤਰ ਪਛਾਣ ਗਏ, ਜਾ ਕੇ ਦਰਸ਼ਨ ਕਰ। ਲਓ ਜੀ, ਰਾਜਾ ਨੰਗੇ ਪੈਰੀਂ ਭੱਜਾ ਆਇਆ, ਆਪਣੇ ਬਾਗ ਵਿੱਚ ਆਇਆ, ਮਹਾਰਾਜ ਦੇ ਚਰਨਾਂ ਵਿੱਚ ਸਿਰ ਧਰ ਕੇ, ਗਲ ਵਿੱਚ ਪੱਲਾ ਪਾ ਕੇ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ। ਦਰਸ਼ਨ ਕੀਤੇ ਹੁਣ ਪੂਰੇ ਗੁਰੂ ਦੇ। ਤੇ ਹੁੰਦਾ ਕੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ, ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ, ਆਪਣੇ ਤਨ ਮਨ ਹੋਏ ਨਿਹਾਲ ਜਾਗੁਰ ਦੇਖਾ। ਸਾਹਮਣੇ ਸਿੱਖ ਪੂਰੇ ਅੰਦਰੋਂ ਗੁਰੂ ਦੇ ਦੀਦਾਰ ਕਰੇ, ਤਨ ਤੇ ਮਨ ਦੋਵੇਂ ਖਿੜ ਜਾਂਦੇ ਆ, ਨਿਹਾਲ ਹੋ ਜਾਂਦੇ ਆ। ਗੁਰੂ ਦੀ ਬਾਣੀ ਕਹਿੰਦੀ, ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਪੰਧ ਜੁਲੰਦੜੀ ਮੇਰਾ ਅੰਦਰ ਠੰਡਾ। ਗੁਰ ਦਰਸ਼ਨ ਦੇਖਣੇ ਵਾਲੀ, ਗੁਰੂ ਦੇ ਦਰਸ਼ਨ ਦੇਖ ਕੇ ਨਿਹਾਲ ਹੋ ਗਿਆ। ਕਹਿੰਦਾ, ਪਾਤਸ਼ਾਹ ਜਿਨ੍ਹਾਂ ਰਾਹਾਂ ਤੋਂ ਚੱਲ ਕੇ ਆਏ ਉਹਨਾਂ ਰਾਹਾਂ ਨੂੰ ਨਮਸਕਾਰ। ਮਹਾਰਾਜ ਕਿਰਪਾ ਕਰੋ, ਰਹਿਮਤ ਕਰੋ, ਮੇਰੇ ਨਿਮਾਣੇ ਦੇ ਭਾਗ ਚ ਗਏ, ਮੈਨੂੰ ਆਣ ਕੇ ਦਰਸ਼ਨ ਦਿੱਤੇ। ਮਹਾਰਾਜ ਮੇਰੇ ਬਾਗਾਂ ਵਿੱਚ ਆਓ। ਪਾਤਸ਼ਾਹ ਕਹਿਣ ਲੱਗੇ ਵੀ ਬਾਗਾਂ ਵਿੱਚ ਨਹੀਂ ਆਉਣਾ, ਤੇਰੇ ਮਹਿਲਾਂ ਵਿੱਚ ਨਹੀਂ ਆਉਣਾ, ਸਾਨੂੰ ਕੋਈ ਵੱਖਰੀ ਧਰਮਸ਼ਾਲਾ ਬਣਵਾ ਕੇ ਦੇ। ਉਹਨੇ ਵੱਖਰੀ ਧਰਮਸ਼ਾਲਾ ਤਿਆਰ ਕਰਵਾਈ। ਉਹ ਧਰਮਸ਼ਾਲਾ ਮਹਾਰਾਜ ਨੇ ਇਸ ਕਰਕੇ ਬਣਵਾਈ ਕਿਉਂਕਿ ਸਿੱਖੀ ਦਾ ਕੇਂਦਰ ਬਣਨਾ ਸੀ, ਸਿੱਖੀ ਦੇ ਪ੍ਰਚਾਰ ਦਾ ਕੇਂਦਰ ਬਣਿਆ ਸ਼੍ਰੀਲੰਕਾ ਦੀ ਧਰਤੀ। ਰਾਜਾ ਉਹਦਾ ਪ੍ਰਚਾਰਕ ਬਣਿਆ, ਰਾਜਾ ਸ਼ਿਵਨਾਥ। ਮਹਾਰਾਜ ਬੜਾ ਸਮਾਂ ਉੱਥੇ ਰਹੇ, ਉਹਨੂੰ ਦਰਸ਼ਨ ਦਿੰਦੇ ਰਹੇ, ਤੇ ਉੱਥੇ ਸੰਗਤਾਂ ਇਕੱਠੀਆਂ ਹੁੰਦੀਆਂ ਰਹੀਆਂ। ਮਹਾਰਾਜ ਬਚਨ ਬਿਲਾਸ ਕਰਦੇ ਰਹੇ। ਹੁਣ ਮਹਾਰਾਜ ਨੇ ਸ਼੍ਰੀਲੰਕਾ ਦਾ ਦੌਰਾ ਵੀ ਕੀਤਾ। ਇਤਿਹਾਸ ਕਹਿੰਦਾ 400 ਮੀਲ ਦਾ ਪੈਂਡਾ ਤੈਅ ਕੀਤਾ ਸ਼੍ਰੀਲੰਕਾ ਦੀ ਧਰਤੀ। ਤਕਰੀਬਨ ਮਹਾਰਾਜ 1 ਸਾਲ ਰਹੇ, ਸ਼੍ਰੀਲੰਕਾ ਵਿਚਰਦੇ ਰਹੇ। ਉਹ ਮਹਾਰਾਜ ਕਦੇ ਜਾਪਾਪਟਨਮ ਸ਼ਹਿਰ ਗਏ, ਕਦੇ ਜਾਫਨਾ ਸ਼ਹਿਰ ਗਏ, ਕਦੇ ਮਹਾਰਾਜ ਜੀ ਕੈਂਡੀ ਸ਼ਹਿਰ ਗਏ। ਕੈਂਡੀ ਸ਼ਹਿਰ ਦੇ ਅੰਦਰ ਨਾ ਅੱਜ ਵੀ ਵਸਦਾ ਉਹ ਸ਼ਹਿਰ। ਉੱਥੇ ਕੈਂਡੀ ਸ਼ਹਿਰ ਦੇ ਅੰਦਰ 18 ਰਾਜੇ ਇਕੱਠੇ ਹੋਏ ਤੇ ਬਾਕੀ ਲੋਕ ਵੀ ਇਕੱਠੇ ਹੋਏ, ਕਿਉਂਕਿ ਸ਼੍ਰੀਲੰਕਾ ਵਿੱਚ ਵੱਖ-ਵੱਖ ਰਿਆਸਤਾਂ ਸਨ। ਕਈ ਰਿਆਸਤਾਂ ਦੇ ਰਾਜੇ, ਉੱਥੇ 18 ਰਾਜੇ ਆਏ। ਉਹ ਸਵਾਮੀ ਕਾਰਤਿਕ ਨੂੰ ਮੰਨਣ ਵਾਲੇ ਸਨ। ਸਵਾਮੀ ਕਾਰਤਿਕ ਉਹਨਾਂ ਦਾ ਧਾਰਮਿਕ ਗੁਰੂ ਸੀ, ਧਾਰਮਿਕ ਗੁਰੂ ਨੂੰ ਮੰਨਦੇ ਸਨ। ਉਹ ਲੋਕ ਉੱਥੇ ਇਕੱਠੇ ਹੋਏ। ਮਹਾਰਾਜ ਨੇ ਉੱਥੇ ਆਪਣੀ ਬਾਣੀ ਪੜ੍ਹੀ ਰਬਾਬ ਦੇ ਨਾਲ। ਜਿਹੜੇ 18 ਰਾਜੇ ਆਪਣੀਆਂ ਰਿਆਸਤਾਂ ਦੇ ਲਈ, ਆਪਣੇ ਰਾਜ ਭਾਗ ਦਾ ਵਿਸਥਾਰ ਕਰਨ ਲਈ ਲੜਦੇ ਸੀ ਨਾ ਆਪਸ ਵਿੱਚ, ਤੇ ਸਤਿਗੁਰੂ ਨਾਨਕ ਨੇ ਕੋਲ ਬਿਠਾ ਕੇ ਸਾਰਿਆਂ ਨੂੰ ਸਮਝਾਇਆ। ਰਾਜਨੀਤਿਕ ਲੋਕਾਂ ਦੀ ਲੜਾਈ ਠੱਲ ਪਾਈ ਮਹਾਰਾਜ ਨੇ। ਰਾਜਨੀਤਿਕ ਲੋਕਾਂ ਨੂੰ ਸਮਝਾਇਆ ਕਿ ਤੁਸੀਂ ਲੜਨਾ ਨਹੀਂ, ਤੁਹਾਡਾ ਸਰਮੌਰ ਰਾਜਾ ਹੈ, ਰਾਜਾ ਸ਼ਿਵਨਾਥ, ਇਹਦੇ ਅਧੀਨ ਰਹਿਣਾ। ਕਿਸੇ ਨੇ ਆਪਣੇ ਰਾਜ ਦੇ ਵਿਸਥਾਰ ਲਈ ਕਿਸੇ ਦੂਜੇ ਦੇ ਉੱਪਰ ਹਮਲਾ ਨਹੀਂ ਕਰਨਾ, ਕਿਉਂਕਿ ਹਥਿਆਰਾਂ ਦੀ ਲੜਾਈ ਹੁੰਦੀ ਸੀ। ਜੇ ਕਿਸੇ ਨੇ ਰਾਜ ਭਾਗ ਵਧਾਉਣਾ ਹੈ, ਉਹ ਹਥਿਆਰ ਚੱਕ ਕੇ ਦੂਜੇ ਰਾਜ ਨਾਲ ਲੜਾਈ ਕਰਦਾ ਸੀ। ਕੋਈ ਜਿੱਤਦਾ ਸੀ, ਕੋਈ ਹਾਰਦਾ ਸੀ। ਮਹਾਰਾਜ ਨੇ ਕਿਹਾ ਲੜਨਾ ਨਹੀਂ, ਅੱਜ ਤੋਂ ਬਾਅਦ ਤੁਸੀਂ ਲੜਾਈ ਦਾ ਤਿਆਗ ਕਰਕੇ ਰਾਜਾ ਸ਼ਿਵਨਾਥ ਨੂੰ ਆਪਣਾ ਸਰਮੌਰ ਰਾਜਾ ਮੰਨੋ। ਲਓ ਜੀ, ਰਾਜਨੀਤਿਕ ਲੋਕਾਂ ਦੀ ਲੜਾਈ ਦਾ ਖਾਤਮਾ ਮਹਾਰਾਜ ਨੇ ਕੀਤਾ। ਫਿਰ ਸੱਚੇ ਪਾਤਸ਼ਾਹ 1 ਸਾਲ ਬਾਅਦ ਤੁਰਨ ਲੱਗੇ। ਉੱਥੋਂ ਤੁਰਨ ਲੱਗੇ ਸੀ, ਰਾਜਾ ਆਣ ਕੇ ਮਹਾਰਾਜ ਦੇ ਚਰਨਾਂ ਵਿੱਚ ਖਲੋ ਗਿਆ। ਸੱਚੇ ਪਾਤਸ਼ਾਹ ਤੁਸੀਂ ਆਏ, ਮਨ ਬੜਾ ਖੁਸ਼ ਹੋਇਆ। ਅੱਜ ਚੱਲੇ ਹੋ ਤੇ ਮਨ ਬੜਾ ਉਦਾਸ ਹੋ ਜਾਏਗਾ। ਮਹਾਰਾਜ ਕਰੋ ਕਿਰਪਾ, ਦਰਸ਼ਨ ਦਿੰਦੇ ਰਹੋ। ਸੱਚੇ ਪਾਤਸ਼ਾਹ ਕਹਿਣ ਲੱਗੇ, ਰਾਜਨ ਸਾਨੂੰ ਹੋਰ ਵੀ ਲੋਕ ਬੜੇ ਉਡੀਕਦੇ ਨੇ। ਜੇ ਮੈਂ ਤੈਂ ਯਾਦ ਕੀਤਾ, ਅੱਗੇ ਪਤਾ ਨਹੀਂ ਕਿੰਨੇ ਕੁ ਯਾਦ ਕਰਦੇ ਨੇ। ਸਾਰਿਆਂ ਨੂੰ ਜਾ ਕੇ ਦਰਸ਼ਨ ਦੇਣੇ ਨੇ, ਸਾਨੂੰ ਜਾਣਾ ਪੈਣਾ, ਸਾਡੀ ਮਜਬੂਰੀ ਹੈ। ਤੂੰ ਸਾਡੇ ਸਰੀਰ ਨੂੰ ਗੁਰੂ ਨਾ ਮੰਨ। ਜਿਹੜੀ ਤੇਰੇ ਕੋਲ ਬਾਣੀ ਹੈ ਨਾ, ਸ਼ਬਦ ਗੁਰੂ, ਉਹ ਬਾਣੀ ਪੜ੍ਹ। ਮਹਾਰਾਜ ਨੇ ਕਿਹਾ ਸੀ
शब्द गुरु सुरत धुन चेला। शब्द गुरु है, सुरत चेला है। सिद्धा ने पूछा जी तेरा कौन गुरु है, तू किहदा चेला है? ते शब्द नूं प्रधानता दित्ती, शब्द गुरु है। महाराज कहंदे राजन ते बाणी पढ़नी है, ओ बाणी पढ़ेगा असीं तेरे अंग संग रवांगे। बाणी ही साडा शरीर है, बाणी विचों साडे दीदार होणगे। महाराज तुरन लगे सी, एक किताब है डॉक्टर त्रिलोचन सिंह की लिखी हुई, किताब का नाम है जीवन चरित्र गुरु नानक देव महाराज। ਉਹ किताब अंदर जिक्र होंदा भी राजा के घर में कोई औलाद नहीं सी, कोई पुत्र नहीं, कोई धी नहीं सी। महाराज तुरन लगे, राजे ते खुश हो के राजे नूं कहण लगे राजन तेरे घर अंदर एक पुत्र ऐसा आवेगा जिहड़ा सिंगलादीप की धरती ते बहुत बड़ा राज करेगा, ते अगे उहदा पोतरा भी ऐसा आवेगा जिहड़ा उदों भी बड़ा राज सिंगलादीप की धरती ते करेगा। गुरु नानक साहब दे बचन होए सी। मैं कविता इत्थे कहाउणी है, पहला बेनती करदे हां भी राजे दे घर विच समा पा के पुत्र पैदा होया, उहदा नाम इतिहास विच आउंदा माया दूने। माया दूने पुत्र दा नाम है। उन्हें सिंगलादीप ते बहुत वड्डा विस्तार विच राज कीता। उहदा अगे पुत्र होया राजा शिव नाम दा पोतरा, उहदा नाम सी राजा राज सिंह। वो राजा राज सिंह 7 रियासतां दा मालक बनिया, 7 रियासतां दा। इतिहास कहंदा इन्हां दे लंगरां विच, क्योंकि लंगर ते पंगत संगत गुरु नानक पातशाह महाराज ने चला दित्ती सी, ते इन्हां दे लंगरां विच इतिहास कहंदा 5 मन लूण पकदा सी। 5 मन लूण, वेखो किड्डा लंगर चलदा होवेगा। गरीबां वास्ते, मजलूमां वास्ते, साध संगत हर कोई उन्होंने घर विचों महलों विचों रज के खुश होकर जाता सी। एक गुरु नानक दी देन है। अब देखो महाराज तुरन लगे सिंगलादीप की धरती तो यात्रा करके होर अगे तुरने, ते गुरु नानक पातशाह महाराज के चरणों में ढह के राजा शिवनाथ गल विच पल्ला पाउंदा, नाल राणी ओदी चंद्रकला है। उन्हां दोवां ने हाथ जोड़ के महाराज नूं बेनतियां कीतियां। जो महाराज ने बचन कीते उन्हां बचनां दा शुकराना कर रहे ने। शुकराना किवें कर रहे ने? मंडाली वाला जथा कुछ है। करे जोई राजा चरनी ठहपिया ते करे जोई हो। राजा चरनी ठहपिया ते करे जोई हो। निमाणे नू ढोई तेरे दर तो मिल गई निमाणे नू ढोई हो। तेरे दर तो मिल गई निमाणे नू ढोई। तेरे दर तो मिल गई निमाणे नू ढोई हो। आ मालिक आप सृष्टि दे ते जो करे सो होई।
सृष्टि दे जो करे सो होई, मालिक आप सृष्टि दे जो करे सो होई हो। मालिक सृष्टि दे जो करे सो हो। सृष्टि दे जो करे सो होई, माल के आप सृष्टि दे जो करे सो होई हो। तेरा तेरा आखदा हो, तेरा तेरा आखदा, हुण मैं भी मोई, तेरा तेरा आखदा हुण मैं भी मोई हो। तेरा तेरा आखदा हुण मैं भी मोई हो। तेरा तेरा आखदा हुण मैं भी मोई, तेरा दातिया दूजा ना कोई हो। आसरा तेरा दातिया दूजा ना कोई हो। एक आसरा तेरा, आसरा तेरा, दातिया दूजा न कोई, आसरा तेरा दातिया दूजा न कोई हो। मंडाली चारे पासे ही धन नानक होई, मंडाली चारे पासे ही धन नानक होई, धन नानक होई, धन नानक होई हो। चारे पासे ही धन नानक होई। गुरु नानक साहब सच्चे पातशाह ने ओ सिंगला दीप श्रीलंका दे अंदर सिੱਖੀ ਦੀਆਂ ਜੜਾਂ ਮਜ਼ਬੂਤ ਕੀਤੀਆਂ, ਸਿੱਖੀ ਦਾ ਧਰਮ ਜਿਹੜਾ ਹੈ ਉਹ ਹੋਰ ਵਿਸ਼ਾਲ ਕੀਤਾ ਤੇ ਸਾਧ ਸੰਗਤ ਉੱਥੇ ਦੇ ਜਿਹੜੇ ਲੋਕ ਮਹਾਰਾਜ ਨੂੰ ਜੁੜੇ, ਮਹਾਰਾਜ ਨਾਲ ਮਿਲੇ, ਉਹਨਾਂ ਨੇ ਸਾਰਿਆਂ ਨੇ ਧੰਨ ਨਾਨਕ ਕਹਿ ਕੇ ਜੈ ਜੈ ਕਰਾਂ ਗੁਰੂ ਨਾਨਕ ਸਾਹਿਬ ਦੇ ਨਾਮ ਦੀਆਂ ਕੀਤੀਆਂ ਤੇ ਉੱਥੇ ਮਹਾਰਾਜ ਨੇ ਸਿੱਖੀ ਦਾ ਪ੍ਰਚਾਰ ਕੇਂਦਰ ਬਣਾ ਕੇ ਰਾਜਾ ਸ਼ਿਵਨਾਮ ਨੂੰ ਦਰਸ਼ਨ ਦੇ ਦਿੱਤੇ। ਵੇਖੋ ਜਿੱਥੇ ਗੁਰੂ ਨਾਨਕ ਨੂੰ ਕੋਈ ਯਾਦ ਕਰਦਾ ਹੈ ਮਹਾਰਾਜ ਕਿਵੇਂ ਆਣ ਕੇ ਸਹਾਈ ਹੁੰਦੇ ਆ ਤੇ ਆਪਾਂ ਇਸ ਪ੍ਰਸੰਗ ਵਿੱਚੋਂ ਬੜਾ ਕੁਝ ਸਿੱਖਿਆ ਕਿ ਗੁਰੂ ਨਾਨਕ ਨੇ ਸਿੱਖ ਧਰਮ ਦੀ ਨੀਂਹ ਰੱਖੀ ਤੇ ਗੁਰੂ ਨਾਨਕ ਦਾ ਕਿਰਦਾਰ ਕਿੱਡਾ ਉੱਚਾ ਹੈ। ਗੁਰੂ ਨਾਨਕ ਨੇ ਆਪਣੀਆਂ ਧੀਆਂ ਨੂੰ
ਆਪਣੀਆਂ ਬੇਟੀਆਂ ਨੂੰ, ਆਪਣੀਆਂ ਪੁੱਤਰੀਆਂ ਨੂੰ ਕਿੱਡਾ ਪਿਆਰ ਦਿੱਤਾ ਮਹਾਰਾਜ ਨੇ, ਔਰਤ ਨੂੰ ਕਿੱਡਾ ਸਨਮਾਨ ਦਿੱਤਾ। ਬਾਕੀ ਧਰਮਾਂ ਨੇ ਕਿਸੇ ਨੇ ਕੁਝ ਕਿਹਾ, ਕਿਸੇ ਨੇ ਕੁਝ ਕਿਹਾ, ਮਾੜਾ ਕੋਈ ਨਹੀਂ, ਪਰ ਉਹਨਾਂ ਦਾ ਲਿਖਿਆ ਲਿਟਰੇਚਰ ਮਿਲਦਾ, ਕਿਸੇ ਨੇ ਔਰਤ ਬਾਰੇ ਕੁਝ ਆਖਿਆ, ਕਿਸੇ ਨੇ ਕੁਝ। ਪਰ ਗੁਰੂ ਨਾਨਕ ਸਾਹਿਬ ਨੇ ਆਣ ਕੇ ਪਤਾ ਕੀ ਕਿਹਾ ਸੀ? ਉਹਨਾਂ ਕਿਹਾ ਸੋ ਕਿਉ ਮੰਦਾ ਆਖੇ ਜਤ ਜੰਮੈ ਰਾਜਾਨ। ਪੰਡਤ ਨੇ ਕਿਹਾ ਸੀ ਵੀ ਤੁਹਾਨੂੰ ਜਨੇਊ ਪਾਉਣਾ ਹੈ, ਮਹਾਰਾਜ ਨੇ ਕਿਹਾ ਸੀ ਵੀ ਮੇਰੀ ਮਾਤਾ ਨੇ ਜਨੇਊ ਨਹੀਂ ਪਾਇਆ ਤੇ ਮੇਰੀ ਭੈਣ ਨੇ ਨਹੀਂ ਪਾਇਆ ਤੇ ਮੈਂ ਕਿਉਂ ਪਾਵਾਂ? ਤੇ ਪੰਡਤ ਨੇ ਕਿਹਾ ਸੀ ਜੀ ਔਰਤ ਨੀਵੀਂ ਜਾਤ ਹੈ, ਤਾਂ ਕਰਕੇ ਤੁਹਾਡੀ ਮਾਤਾ ਤੇ ਤੁਹਾਡੀ ਭੈਣ ਨੂੰ ਜਨੇਊ ਨਹੀਂ ਪਾਇਆ ਜਾ ਸਕਦਾ, ਇਹ ਜਨੇਊ ਮਰਦਾਂ ਵਾਸਤੇ ਹੈ। ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਉਹ ਭਲਿਆ, ਜਿਹੜੀ ਮਾਤਾ ਦੀ ਕੁੱਖ ਵਿੱਚੋਂ ਮੈਂ ਜਨਮ ਲਿਆ ਉਹ ਮਾਤਾ ਕਿਵੇਂ ਨੀਵੀਂ ਹੋ ਗਈ ਤੇ ਮੈਂ ਕਿਵੇਂ ਉੱਚਾ ਹੋ ਗਿਆ? ਹੈਰਾਨੀ ਦੀ ਗੱਲ ਹੈ ਵੀ ਜਿਹੜੀ ਮਾਂ ਨੇ ਮੈਨੂੰ ਜਨਮ ਦਿੱਤਾ ਉਹ ਮਾਂ ਨੀਵੀਂ ਹੋ ਗਈ ਤੇ ਮੈਂ ਕਿਵੇਂ ਉੱਚਾ ਹੋ ਗਿਆ? ਮੈਂ ਉਸ ਮਾਂ ਦਾ ਪੈਦਾ ਕੀਤਾ ਹੋਇਆ ਲਾਲ ਹਾਂ। ਤੇ ਸੱਚੇ ਪਾਤਸ਼ਾਹ ਨੇ ਕਿਹਾ ਸੀ ਸੋ ਕਿਉਂ ਮੰਦਾ ਆਖੀਐ ਜਤ ਜੰਮੇ ਰਾਜਾ। ਉਹ ਰਾਜੇ, ਭਗਤ, ਸੂਰਮੇ, ਦਾਨੀ, ਐਡੇ ਵੱਡੇ ਵੱਡੇ ਯੋਧੇ ਪੈਦਾ ਕਰਨ ਵਾਲੀ ਮਾਂ ਉਹ ਕਿਵੇਂ ਮਾੜੀ ਹੋ ਸਕਦੀ ਹੈ? ਜੇ ਔਰਤ ਨਾ ਧਰਤੀ ਤੇ ਹੋਵੇ ਤੇ ਧਰਤੀ ਥੋੜੋ ਚੱਲਣੀ ਹੈ। ਇਹ ਤੇ ਦੋਵੇਂ ਪਹਿਲੂ ਬਰਾਬਰ ਹੋਣੇ ਚਾਹੀਦੇ ਆ ਨਾ। ਮੈਂ ਪ੍ਰਸੰਗ ਦੇ ਮੋਹਰੇ ਇਹ ਬੇਨਤੀ ਕੀਤੀ ਸੀ ਭਈ ਸਮਾਪਤੀ ਤੇ ਗੁਰੂ ਨਾਨਕ ਸਾਹਿਬ ਨੇ ਜਿਹੜੀ ਪਹਿਲੀ ਯਾਤਰਾ ਅੰਦਰ ਜਿੱਥੇ ਜਿੱਥੇ ਵੀ ਮਹਾਰਾਜ ਗਏ ਉਹਨਾਂ ਸਾਰਿਆਂ ਥਾਵਾਂ ਦਾ ਜ਼ਿਕਰ ਪਾ ਕੇ ਮੈਂ ਸਮਾਪਤੀ ਕਰਨੀ ਆ। ਇਹ ਪ੍ਰਸੰਗ ਸਮਾਪਤ ਹੈ। ਇੱਥੋਂ ਮਹਾਰਾਜ ਜੀ ਅੱਗੇ ਫਿਰ ਜਹਾਜ਼ ਦੇ ਰਸਤੇ ਹੋ ਕੇ ਆਪਣੀ ਅਗਲੀ ਯਾਤਰਾ ਜਿਹੜੀ ਉਹ ਪੂਰੀ ਕਰਨ ਲੱਗੇ। 1511 ਵਿੱਚ ਮਹਾਰਾਜ ਜੀ ਮਾਰਚ ਮਹੀਨੇ ਗਏ ਸੀ ਤੇ 1512 ਵਿੱਚ ਮਹਾਰਾਜ ਜੀ ਅਪ੍ਰੈਲ ਦੇ ਮਹੀਨੇ ਉੱਥੋਂ ਵਾਪਸ ਤੁਰੇ। ਤਕਰੀਬਨ 1 ਸਾਲ ਮਹਾਰਾਜ ਜੀ ਨੇ ਧਰਤੀ ਤੇ ਬਤੀਤ ਕੀਤਾ। ਸੁਲਤਾਨਪੁਰੋਂ ਮਹਾਰਾਜ ਜੀ ਤੁਰੇ ਸੀ 1507 ਨੂੰ, ਪਹਿਲੀ ਉਦਾਸੀ ਵੇਲੇ। ਸੁਲਤਾਨਪੁਰ ਤੋਂ ਲਾਹੌਰ, ਲਾਹੌਰ ਤੋਂ ਤਲਵੰਡੀ, ਤਲਵੰਡੀ ਤੋਂ ਸੈਦਪੁਰ, ਸੈਦਪੁਰ ਤੋਂ ਹਰਿਦੁਆਰ, ਹਰਿਦੁਆਰ ਤੋਂ ਅਲਮੋੜਾ, ਅਲਮੋੜਾ ਤੋਂ ਗੋਰਖਮਤਾ, ਗੋਰਖਮਤਾ ਤੋਂ ਅਯੁੱਧਿਆ, ਅਯੁੱਧਿਆ ਤੋਂ ਪ੍ਰਯਾਗ, ਪ੍ਰਯਾਗ ਤੋਂ ਬਨਾਰਸ, ਬਨਾਰਸ ਤੋਂ ਗਇਆ, ਗਇਆ ਤੋਂ ਗੁਹਾਟੀ, ਗੁਹਾਟੀ ਤੋਂ ਮਣੀਪੁਰ ਦੇ ਰਸਤੇ ਸਿਲਹਟ, ਸਿਲਹਟ ਤੋਂ ਢਾਕਾ, ਢਾਕੇ ਤੋਂ ਨਦੀਆ, ਨਦੀਆ ਤੋਂ ਮੇਦਨੀਪੁਰ, ਮੇਦਨੀਪੁਰ ਤੋਂ ਪੁਰੀ, ਪੁਰੀ ਤੋਂ ਬੇਜਵਾੜਾ, ਬੇਜਵਾੜੇ ਤੋਂ ਗੰਤੂਰ, ਗੰਤੂਰ ਤੋਂ ਕੜਾਪਾ, ਕੜਾਪੇ ਤੋਂ ਰਾਮੇਸ਼ਵਰ, ਰਾਮੇਸ਼ਵਰ ਤੋਂ ਸਿੰਗਲਾ ਦੀਪ, ਸਿੰਗਲਾ ਦੀਪ ਤੋਂ ਕੋਚੀਨ, ਕੋਚੀਨ ਤੋਂ ਪਾਲਘਾਟ, ਪਾਲਘਾਟ ਤੋਂ ਨੀਲਗਿਰੀ, ਨੀਲਗਿਰੀ ਤੋਂ ਸ਼੍ਰੀ ਰੰਗਾਪਟਮ, ਸ਼੍ਰੀ ਰੰਗਾਪਟਮ ਤੋਂ ਮਲਕਰਾਜਨ ਮੰਦਿਰ, ਮਲਕਰਾਜਨ ਮੰਦਿਰ ਤੋਂ ਪਾਂਧਰਪੁਰ, ਪਾਂਧਰਪੁਰ ਤੋਂ ਬਾਰਸੀ, ਬਾਰਸੀ ਤੋਂ ਪੂਨਾ, ਪੂਨੇ ਤੋਂ ਨਾਸਿਕ, ਨਾਸਿਕ ਤੋਂ ਔਰੰਗਾਬਾਦ, ਔਰੰਗਾਬਾਦ ਤੋਂ ਉਜੈਨ, ਉਜੈਨ ਤੋਂ ਬੜੌਦਾ, ਬੜੌਦੇ ਤੋਂ ਭਾਵਨਗਰ, ਭਾਵਨਗਰ ਤੋਂ ਪਾਲੀਟਾਣਾ, ਪਾਲੀਟਾਣਾ ਤੋਂ ਦਵਾਰਕਾ, ਦਵਾਰਕਾ ਤੋਂ ਓਖਾ ਬੰਦਰ, ਓਖਾ ਬੰਦਰ ਤੋਂ ਮਾਡਵੀ ਬੰਦਰ, ਫਿਰ ਭੁੱਜ, ਭੁੱਜ ਤੋਂ ਅੰਜਾਰ, ਅੰਜਾਰ ਤੋਂ ਬੀਸਨਗਰ, ਬੀਸਨਗਰ ਤੋਂ ਆਬੂ, ਆਬੂ ਤੋਂ ਨਾਥਦਵਾਰੇ, ਨਾਥਦਵਾਰ ਤੋਂ ਚਤੌੜ, ਚਤੌੜ ਤੋਂ ਅਜਮੇਰ, ਅਜਮੇਰ ਤੋਂ ਪੁਸ਼ਕਰ, ਪੁਸ਼ਕਰ ਤੋਂ ਮਥਰਾ, ਮਥਰਾ ਤੋਂ ਦਿੱਲੀ, ਦਿੱਲੀ ਤੋਂ ਪਾਣੀਪਤ, ਪਾਣੀਪਤ ਤੋਂ ਕੁਰਖੇਤਰ, ਕੁਰਖੇਤ ਤੋਂ ਜੀਂਦ, ਜੀਂਦ ਤੋਂ ਸਰਸਾ ਤੇ ਸਰਸੇ ਤੋਂ ਸੁਲਤਾਨਪੁਰ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਕਮਾਈ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ। ਅਸੀਂ ਸਿੱਖ ਕਹਾਉਨੇ ਆ, ਅਸੀਂ ਸਿੱਖ ਧਰਮ ਦੇ ਅੰਦਰ ਸਿੱਖ ਧਰਮ ਨੂੰ ਅਪਣਾਇਆ ਹੈ ਤੇ ਸਾਨੂੰ ਪਤਾ ਹੋਣਾ ਚਾਹੀਦਾ ਵੀ ਗੁਰੂ ਨਾਨਕ ਸਾਹਿਬ ਨੇ ਕਿੱਡੀ ਘਾਲਣਾ ਕਰ। ਸਾਨੂੰ ਪਤਾ ਕੀ ਸਿਖਾਇਆ ਗਿਆ। ਬਹੁਤਿਆਂ ਨੂੰ ਇਹ ਲੱਗਦਾ ਵੀ ਗੁਰੂ ਨਾਨਕ ਇਦਾਂ ਇੱਕ ਥਾਂ ਤੇ ਚੌਂਕੜਾ ਮਾਰ ਕੇ ਨੇਤਰ ਬੰਦ ਕਰਦੇ ਸੀ, ਇੱਥੇ ਬੈਠੇ ਆ ਤੇ ਉਹ 100 ਮੀਲ ਦੂਰ ਜਾ ਕੇ ਮਹਾਰਾਜ ਜੀ ਉੱਥੇ ਦਿਸਣ ਲੱਗ ਪਏ। ਨਹੀਂ, ਅਸਲ ਅੰਦਰ ਇਹਦਾ ਵਿਰੋਧ ਕੋਈ ਨਹੀਂ। ਮੈਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਸਮਰੱਥ ਮੰਨਦਾ ਹਾਂ। ਗੁਰੂ ਸਾਹਿਬ ਤੇ ਇੱਕ ਪਲ ਵਿੱਚ ਕੋਈ ਵੀ ਖੇਡ ਵਰਤਾ ਸਕਦੇ। ਸੱਚੇ ਪਾਤਸ਼ਾਹ ਮਹਾਰਾਜ ਜੀ ਕੋਈ ਵੀ ਖੇਡ ਵਰਤਾ ਸਕਦੇ। ਪਰ ਸਾਧ ਸੰਗਤ, ਗੁਰੂ ਸਾਹਿਬ ਜੀ ਨੇ ਇਹਨਾਂ ਕਦਮਾਂ ਦੇ ਨਾਲ ਚੱਲ ਕੇ, ਪੈਦਲ ਤੁਰ ਕੇ, ਜੰਗਲਾਂ ਦੇ ਵਿੱਚੋਂ, ਪਹਾੜਾਂ ਦੇ ਵਿੱਚੋਂ, ਪਾਣੀ ਦੇ ਵਿੱਚੋਂ, ਮੱਛਾਂ ਦੇ ਵਿੱਚੋਂ ਐਨ ਔਖੀਆਂ ਘਾਟੀਆਂ ਭੁੱਖਾਂ ਸਹਿ ਕੇ ਮਹਾਰਾਜ ਜੀ ਨੇ ਸਿੱਖੀ ਦਾ ਪ੍ਰਚਾਰ ਕਰਕੇ ਸਿੱਖੀ ਦੇ ਇਸ ਬੂਟੇ ਦੀਆਂ ਜੜ੍ਹਾਂ ਮਜ਼ਬੂਤ ਕੀਤੀਆਂ। ਤੇ ਇਸ ਕਰਕੇ ਅੱਜ ਸਿੱਖੀ ਦਾ ਦਰਖਤ ਕੁੱਲ ਦੁਨੀਆ ਦੇ ਵਿੱਚ ਆਪਣੀ ਛਾਂ ਫੈਲਾ ਕੇ ਆਪਣੀ ਸ਼ਾਨ ਦਾ ਜਿਹੜਾ ਪ੍ਰਗਟਾਵਾ ਉਹ ਕਰਦਾ ਹੈ। ਗੁਰੂ ਨਾਨਕ ਸਾਹਿਬ ਨੇ 1862 ਮੀਲ, 8.25 ਸਾਲ, 3015 ਦਿਨ ਲਾ ਕੇ ਪਹਿਲੀ ਉਦਾਸੀ ਕਰਕੇ ਸਿੱਖ ਧਰਮ ਦੀ ਜਿਹੜੀ ਸ਼ੁਰੂਆਤ ਉਹ ਕਰ ਦਿੱਤੀ ਸੀ। ਤੇ ਮਹਾਰਾਜ ਦਾ ਧਰਮ ਅੱਜ ਵੀ ਬੁਲੰਦੀਆਂ ਤੇ ਹੈ, ਚੜ੍ਹਦੀ ਕਲਾ ਵਿੱਚ ਹੈ ਤੇ ਅਰਦਾਸ ਹੈ ਵੀ ਚੜ੍ਹਦੀ ਕਲਾ ਵਿੱਚ ਹੀ ਰਹੇ। 553ਵਾਂ ਪ੍ਰਕਾਸ਼ ਦਿਹਾੜਾ ਤੁਸੀਂ ਮਨਾ ਰਹੇ ਹੋ। ਮੇਰੇ ਜਥੇ ਵੱਲੋਂ ਆਪ ਸਾਰੀ ਸੰਗਤ ਨੂੰ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ, ਜਗ ਚਾਨਣ ਹੋਆ, ਪਾਪਾਂ ਦੀ ਧੁੰਦ ਮਿੱਟੀ। ਉਹ ਸੱਚ ਦਾ ਸੂਰਜ ਦੁਨੀਆ ਤੇ ਚੜ੍ਹ ਕੇ ਆਇਆ। ਉਹਨੇ ਐਸੀਆਂ ਕਿਰਨਾਂ ਮਾਰੀਆਂ ਕਿ ਸਾਰਿਆਂ ਦੇ ਦਿਲਾਂ ਵਿੱਚ ਸੱਚ ਦਾ ਪ੍ਰਕਾਸ਼ ਕੀਤਾ। ਮਹਾਰਾਜ ਕਿਰਪਾ ਕਰੇ। ਸਾਰੀ ਸੰਗਤ ਦਾ ਧੰਨਵਾਦ, ਪ੍ਰਬੰਧਕਾਂ ਦਾ, ਮੈਨੇਜਰ ਸਾਹਿਬ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਊਂਡ ਵਾਲੇ ਵੀਰ ਜਿਨ੍ਹਾਂ ਨੇ ਸਾਊਂਡ ਦੀ ਸੈਟਿੰਗ ਕੀਤੀ ਉਹਨਾਂ ਦਾ ਵੀ ਧੰਨਵਾਦ। ਕੋਟਾਨ ਕੋਟ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ। ਸੱਚੇ ਪਾਤਸ਼ਾਹ ਆਪ ਸੇਵਾ ਲੈਂਦਾ, ਮਹਾਰਾਜ ਸੇਵਾ ਲੈਂਦੇ ਰਹਿਣ। ਸਾਰੀ ਸੰਗਤ ਦਾ ਤੇ
ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦਾ ਪਾਵਨ ਸਥਾਨ ਹੈ, ਉਹਨਾਂ ਦੇ ਚਰਨਾਂ ਵਿੱਚ ਵੀ ਸਿਰ ਝੁਕਦਾ ਹੈ। ਆਓ ਸਾਰੀ ਸੰਗਤ ਬੜੇ ਪਿਆਰ ਨਾਲ ਆਪਾਂ ਫਤਿਹ ਬੁਲਾਉਣੀ ਹੈ। ਇਧਰਲੇ ਪਾਸੇ ਢਾਡੀ ਗੁਰਜੀਤ ਸਿੰਘ ਮੰਡਾਲੀ ਮੇਰਾ ਛੋਟਾ ਵੀਰ, ਇਧਰ ਢਾਡੀ ਜਰਨੈਲ ਸਿੰਘ ਜੋਬਨ ਮੰਡੇਰ ਬੇਟ ਬਿਆਸ ਲਾਗੇ, ਤੇ ਸਰੰਗੀ ਮਾਸਟਰ ਸਰਬਜੀਤ ਸਿੰਘ ਸਰਬ ਨੰਗਲ ਖੁਰਦ ਪਿੰਡ ਮਾਲਪੁਰ ਲਾਗੇ, ਦਾਸ ਸੁਖਵਿੰਦਰ ਸਿੰਘ ਮੰਡਾਲੀ ਪਿੰਡ ਤੇ ਡਾਕਖਾਨਾ ਮੰਡਾਲੀ ਤਹਿਸੀਲ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ। ਹੋਈਆਂ ਭੁੱਲਾਂ ਦੀ ਖਿਮਾ ਕਰ ਦਿਓ, ਇਤਿਹਾਸ ਬੋਲਦੇ ਇੱਕ ਨਹੀਂ ਬਹੁਤ ਭੁੱਲਾਂ ਹੁੰਦੀਆਂ ਨੇ। ਗੁਰੂ ਸਾਹਿਬ ਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਨੇ, ਆਪ ਜੀ ਨੇ ਬਖਸ਼ ਲੈਣਾ। ਬੜੇ ਪਿਆਰ ਨਾਲ ਆਖੋ ਜੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਰੀ ਸੰਗਤ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਬਹੁਤ ਹੀ ਅਦਬ ਸਤਿਕਾਰ ਸਹਿਤ ਗੁਰੂ ਇਤਿਹਾਸ ਨੂੰ ਸਰਵਣ ਕੀਤਾ। ਸੋ ਬਹੁਤ ਧੰਨਵਾਦ ਹੈ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ, ਜੋ ਢਾਡੀ ਜੱਥਾ ਹੈ ਮੰਡਾਲੀ ਤੋਂ। ਉਹਨਾਂ ਨੇ ਬਹੁਤ ਹੀ ਚੰਗੇ ਸਲੀਕੇ ਦੇ ਨਾਲ ਤੇ ਗੁਰਮਤਿ ਦੀ ਕਸਵੱਟੀ ਦੇ ਅਨੁਸਾਰ ਗੁਰੂ ਇਤਿਹਾਸ ਸਰਵਣ ਕਰਵਾਇਆ। ਸੋ ਜੋ ਰਾਤ ਦੇ ਸਮਾਗਮ ਹਨ ਉਹਨਾਂ ਦਾ ਵੇਰਵਾ ਇਸ ਤਰ੍ਹਾਂ ਹੈ ਕਿ